ਹਸਤਨਾਮ ਪੁਸਤਕ ਦੀ ਅਗਲੀ ਕਹਾਣੀ ਹੈ ਲੌਂਗ ਸ਼ਾਟ ਕਲੋਜ਼ਅਪ। ਕਹਾਣੀਕਾਰ ਗੁਰਮੁਖ ਸਿੰਘ ਜੀਤ। ਅੰਕ ਪਹਿਲਾ, ਦ੍ਰਿਸ਼ ਤੀਜਾ। ਪਹਾੜੀ ਸੜਕ ਦਾ ਕੰਢਾ, ਇੱਕ ਡੂੰਘੀ ਵਾਦੀ, ਦੂਰ ਕਲਕਲ ਕਰਦਾ ਝਰਨਾ, ਝਰਨੇ ਦਾ ਮਧੁਰ ਸੰਗੀਤ ਨਾਲ ਵਗਦੀ ਨਦੀ, ਜਿਸ 'ਚ ਕਈ ਝਰਨੇ ਮਿਲ ਰਹੇ ਸਨ, ਆਪਣੇ ਅੰਤ ਸਾਗਰ ਵੱਲ ਨੂੰ ਧੂ ਪਾਉਂਦੀ, ਸ਼ੂਕ ਦੀ ਤੂਫਾਨ ਵਲੇਟੀ ਪਾਣੀ ਦੇ ਅਸੀਮ ਵੇਗ 'ਚ ਵਹਿੰਦੀ ਜਾਂਦੀ ਲਹਿਰ ਕੰਢੇ ਖੋਰਦੀ, ਆਵਾਜ਼ਾਂ ਪੈਦਾ ਕਰਦੀ, ਸਿਰ ਪਟਕਦੀ ਵਾਦੀ ਨੂੰ ਲਿਸ਼ਕਾਉਂਦੀ, ਪਹਾੜੀ ਚੋਟੀਆਂ ਵੱਲ ਇੱਕ ਟਿਕ ਤੱਕਦੀ ਨਦੀ। ਦੂਜੇ ਪਾਸੇ ਮਜ਼ਦੂਰਾਂ ਦੀਆਂ ਝੁੱਗੀਆਂ, ਨਦੀ ਉੱਤੇ ਬੰਦ ਬੰਨਣ ਦੀਆਂ ਤਿਆਰੀਆਂ, ਬੰਦ ਲਈ ਸਾਰੇ ਸਮਾਨ ਦੇ ਢੇਰਾਂ ਦੇ ਢੇਰ, ਸੀਮੈਂਟ, ਲੋਹਾ, ਪੱਥਰ, ਰੋੜੀ, ਵਹਿੰਗੀਆਂ, ਬਾਂਸ, ਟਰਾਲੀਆਂ, ਮਸ਼ੀਨਾਂ ਤੇ ਹੋਰ ਕਿੰਨਾ ਕੁਝ। ਝੁੱਗੀਆਂ 'ਚ ਕੁਰਬਲ ਕੁਰਬਲ ਕਰਦੇ ਪਹਾੜੀ ਮਰਦ ਤੇ ਔਰਤਾਂ, ਕਈਆਂ ਦੇ ਚਿਹਰੇ ਅੱਧ ਬੁਝੇ, ਕਈ ਰੁਸ਼ਨਾਈ, ਅੱਖਾਂ 'ਚ ਚਮਕ ਵੀ ਤੇ ਕਈ ਚਮਕ ਤੋਂ ਰਹਿਤ, ਜ਼ਿੰਦਗੀ ਰਹਿਤ ਵੀ, ਜ਼ਿੰਦਗੀ ਦੀ ਥਰਕ, ਕੰਮ ਦੀ ਚਹਿਲ ਪਹਿਲ। ਸ਼ਾਮ ਦਾ ਹਨੇਰਾ ਉਤਰਦਾ ਜਾ ਰਿਹਾ, ਬਸੰਤੀ ਦੀਆਂ ਅੱਖਾਂ ਬੁਝੀਆਂ ਬੁਝੀਆਂ ਹਨ। ਸਾਰੇ ਦਿਨ ਦੇ ਕੰਮ ਨੇ ਉਹਨੂੰ ਥਕਾ ਦਿੱਤਾ ਹੈ। ਪੱਥਰ ਤੋੜਦੀ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਆਪਣੇ ਹੱਡਾਂ ਨੂੰ ਵੀ ਨਾਲ ਹੀ ਤੋੜ ਰਹੀ ਹੈ। ਪਰ ਇਸ 'ਚ ਕੀ ਹੈ? ਹੱਡਾਂ ਨੇ ਟੁੱਟਣਾ ਹੈ ਤਾਂ ਸਰੀਰ ਨੇ ਰਹਿਣਾ ਹੈ। ਉਹ ਆਪਣੇ ਆਪ ਨੂੰ ਦੱਸਦੀ ਰਹੀ ਸੀ, ਮਾਸ ਦੇ ਇਸ ਢਿੱਗ 'ਚ ਸਾਹ ਚੱਲਦੇ ਰਹਿਣੇ ਚਾਹੀਦੇ ਹਨ। ਮੈਨੂੰ ਇਸ ਢਿੱਗ ਦੀ ਲੋੜ ਤਾਂ ਹੈ ਹੀ, ਇਹ ਮੈਂ ਹਾਂ, ਪਰ ਮੇਰੇ ਨਾਲੋਂ ਵੀ ਵੱਧ ਇਹਦੀ ਲੋੜ ਮੇਰੇ ਪੁੱਤਰ ਰੁਣੀਏ ਨੂੰ ਹੈ। ਰੁਣੀਏ ਦਾ ਬਾਪੂ ਮਰਨ ਲੱਗਿਆ ਮੈਨੂੰ ਕਹਿ ਗਿਆ ਸੀ, ਬਸੰਤੀਏ, ਪਹਿਲਿਆਂ ਸਾਲਾਂ 'ਚ ਮੁੰਝੋ ਤੁਸਾਂ ਜੋ ਕੁਝ ਦਿੱਤਾ ਮੇਰੀ ਕਿਸਮਤ 'ਚ ਨਹੀਂ ਥਾ। ਜੇ ਮੈਂ ਤੇਜੋ ਲੰਮੀ ਉਮਰ ਮਾਣਦਾ, ਮੈਂ ਤੇਜੋ ਗਲਾਇਆ ਤੂੰ ਇਸ ਮਨੂਏ ਅੱਛੀ ਤਰ੍ਹਾਂ ਪਾਲਿਆ ਤਾਂ ਤੇਜੋ ਸੁਖੀ ਹੋ ਗਈ। ਮੈਂ ਤਾਂ ਜਲਦੀ ਮਰੀ ਜਾਣਾ, ਤੇਜੋ ਆਪਣੀਆਂ ਸਿਹਤਾਂ ਦਾ ਖਿਆਲ ਰੱਖਣਾ, ਮਨੂਏ ਜੋ ਆਪ ਪਾਲਣਾ, ਆਪਣੀ ਉਮਰ ਖਰਾਬ ਨਹੀਂ ਕਰਨੀ, ਮੇਰੇ ਲਈ, ਆਪਣੇ ਰੁਣੀਏ ਲਈ। ਬਸੰਤੀ ਦੇ ਕੰਨਾਂ 'ਚ ਆਵਾਜ਼ ਤੇ ਉਹਦੇ ਪਤੀ ਦੀ ਆਖਰੀ ਹਿਚਕੀ ਸਦਾ ਹੀ ਤਰਥੱਲੀ ਪਾਉਂਦੇ ਰਹਿੰਦੇ ਸਨ। ਦਿਹਾੜੀ ਲੈਣ ਲੱਗਿਆਂ ਸਾਰੇ ਮਜ਼ਦੂਰ ਇੱਕ ਕਤਾਰ 'ਚ ਖਲੋਤੇ ਸਨ। ਮਾਧੋ ਠੇਕੇਦਾਰ ਦਾ ਮੁਨਸ਼ੀ ਇੱਕ ਨੂੰ ਪੈਸੇ ਦਿੰਦਾ ਆਇਆ। ਹਰ ਰੋਜ਼ ਇੰਝ ਹੀ ਹੁੰਦਾ ਸੀ। ਬਸੰਤੀ ਜ਼ਰਾ ਚਿਰਾਕੀ ਆਪਣੀ ਸੀ ਤੇ ਕਤਾਰ ਦੇ ਬਸ ਅਖੀਰ ਤੇ ਸੀ। ਸ਼ਾਇਦ ਇੱਕ ਦੋ ਹੋਰ ਮਰਦ ਉੱਥੇ ਪਿੱਛੇ ਖੜੇ ਸੀ। ਜਦੋਂ ਉਹ ਕੰਮ ਤੋਂ ਛੁੱਟੀ ਵੇਲੇ ਉੱਠੀ ਸੀ ਤਾਂ ਉਹਦੇ ਗੋਡੇ ਹਿਲਦੇ ਨਹੀਂ ਸੀ। ਬੜੀ ਕਠਿਨਾਈ ਨਾਲ ਉਹਨੇ ਇੱਕ ਚੱਟਾਨ ਦਾ ਸਹਾਰਾ ਲਿਆ, ਸਾਰੇ ਸਰੀਰ ਦੀ ਸ਼ਕਤੀ ਇਕੱਠੀ ਕੀਤੀ ਤੇ ਪੈਰਾਂ ਭਾਰ ਖੜੀ ਹੋ ਗਈ। ਫਿਰ ਉਸ ਰੁਣੀਏ ਨੂੰ ਚੁੱਕਿਆ, ਨਦੀ ਤੋਂ ਮੂੰਹ ਹੱਥ ਤੇ ਪੈਰ ਧੋਤੇ ਤੇ ਤਲਬ ਲੈਣ ਲਈ ਕਤਾਰ 'ਚ ਆ ਗਈ। ਜਦ ਉਹਦੀ ਵਾਰੀ ਆਈ, ਮੁਨਸ਼ੀ ਆਪਣੀ ਗੁੱਥੀ ਖਾਲੀ ਕਰ ਚੁੱਕਾ ਸੀ। ਵਿੱਚੋਂ ਖਾਲੀ ਹੱਥ ਬਾਹਰ ਕੱਢ ਕੇ ਹੱਸਦਾ ਹੋਇਆ ਕਹਿਣ ਲੱਗਾ, ਆਵੋ ਬਸੰਤੀ, ਅੱਜ ਤਾਂ ਤੇਰੀ ਕਿਸਮਤ ਮਾੜੀ ਏ, ਅੱਜ ਤਾਂ ਪੈਸੇ ਮੁੱਕੀ ਗਏ, ਕੱਲ ਲਈ ਲਿਆ। ਮਾਧੋ ਦੀ ਖਚਰੀ ਹਾਸੀ 'ਚ ਵਿਸ਼ ਭਰਿਆ ਹੋਇਆ ਸੀ। ਉਹਦੀਆਂ ਅੱਖਾਂ 'ਚ ਸ਼ਰਾਰਤ ਨੱਚ ਰਹੀ ਸੀ ਤੇ ਵਰਾਛਾਂ ਉੱਪਰ ਨਿੱਕੀਆਂ ਨਿੱਕੀਆਂ ਮੁੱਛਾਂ ਉਹੋ ਜਿਹੇ ਡਰਾਉਣੇ ਅੰਦਾਜ਼ 'ਚ ਖਿਲਰ ਗਈਆਂ ਸਨ। ਬਸੰਤੀ ਦੜ ਵੱਟ ਗਈ, ਕੀ ਕਹਿੰਦੀ? ਇਹ ਤਾਂ ਅੱਗੇ ਵੀ ਕਈ ਵਾਰੀ ਕਈ ਕਾਮਿਆਂ ਨਾਲ ਹੋ ਜਾਂਦਾ ਸੀ, ਪਰ ਉਹਦੀ ਵਾਰੀ ਅੱਜ ਹੀ ਆਈ ਸੀ। ਉਹਨੇ ਰੁਣੀਏ ਨੂੰ ਘੁੱਟ ਕੇ ਮੋਢੇ ਨਾਲ ਲਾ ਲਿਆ। ਉਹਨੂੰ ਉਹਦਾ ਪਿੰਡਾ ਨਿੱਘਾ ਨਿੱਘਾ ਲੱਗਾ, ਉਹਦੀਆਂ ਨਾਸਾਂ 'ਚ ਪਾਣੀ ਵਗ ਰਿਹਾ ਸੀ। ਉਹਨੇ ਪੂੰਝ ਦਿੱਤਾ, ਰੁਣੀਆ ਰੋ ਪਿਆ। ਬਸੰਤੀ ਉਹਨੂੰ ਬੁਲਾਉਂਦਿਆਂ ਹੋਇਆਂ ਟੁਰ ਪਈ। ਜਾਂਦੀ ਹੋਈ ਦੇ ਮੁਨਸ਼ੀ ਦੀ ਆਵਾਜ਼ ਉਹਦੇ ਕੰਨੀ ਪਈ, ਫਿਕਰ ਮਤ ਕਰੀ ਬਸੰਤੀ, ਅਸੀਂ ਹਾਲੇ ਜਿੰਦੇ ਹਾਂ, ਮਰੀ ਨਹੀਂ ਗਏ। ਉਹ ਟੁਰਦੀ ਗਈ, ਇਹ ਆਵਾਜ਼ ਇੱਕ ਗੋਲੀ ਬਣ ਕੇ ਉਹਦੇ ਕੰਨਾਂ ਦੇ ਕੋਲੋਂ ਸਰਸਰਾਂਦੀ ਲੰਘ ਗਈ। ਬਸੰਤੀ ਦੀਆਂ ਅੱਖਾਂ ਭਾਵੇਂ ਲਿਸ਼ਕ ਰਹਿਤ ਸਨ, ਪਰ ਉਹਦਾ ਗੋਰਾ ਮੂੰਹ ਡੁੱਬਦੇ ਸੂਰਜ ਦੀ ਲਾਲੀ ਨਾਲ ਭਖ ਉੱਠਿਆ। ਉਹਦਾ ਚਿੱਟਾ ਦੁੱਧ ਰੰਗ ਉਹਦੀ ਜ਼ਿੰਦਗੀ 'ਚ ਕਈ ਚੰਨ ਚਾੜ ਚੁੱਕਾ, ਪਰ ਇਸ 'ਚ ਉਹਦਾ ਕੋਈ ਦੋਸ਼ ਨਹੀਂ। ਉਹਨੇ ਕਈ ਵਾਰੀ ਨਦੀ 'ਤੇ ਨਹਾਉਂਦਿਆਂ ਸਾਰੇ ਪਿੰਡੇ ਉੱਤੇ ਚੀਕਣੀ ਮਿੱਟੀ ਮਲੀ ਹੈ ਤਾਂ ਜੋ ਉਹਦੀ ਲਿਸ਼ਕ ਮੱਧਮ ਪੈ ਜਾਏ। ਉਹਨੇ ਮਿੱਟੀ ਨੂੰ ਕਈ ਕਈ ਦਿਨ ਤੱਕ ਉੱਤੇ ਲੱਗਿਆ ਰਹਿਣ ਦਿੱਤਾ, ਪਰ ਜਦ ਵੀ ਉਹ ਤੀਜੇ ਚੌਥੇ ਦਿਨ ਨਹਾਤੀ ਹੈ, ਇਹ ਹੋਰ ਵੀ ਨਿਖਰ ਆਇਆ। ਹਾਰ ਕੇ ਉਹਨੇ ਇੱਧਰ ਧਿਆਨ ਦੇਣਾ ਹੀ ਛੱਡ ਦਿੱਤਾ। ਰੁਣੀਏ ਨੂੰ ਵਰਚਾਉਂਦੀ ਬਸੰਤੀ ਟੁਰਦੀ ਜਾ ਰਹੀ ਹੈ। ਬਸੰਤੀ ਦੁਕਾਨਾਂ ਕੋਲ ਪਹੁੰਚ ਗਈ। 4-5 ਦੁਕਾਨਾਂ ਦੀ ਇੱਕ ਕਤਾਰ ਹੈ। ਉਹ ਭਾਤ ਲਈ ਚਾਵਲ ਤੇ ਲੂਣ ਰਿਖੀਏ ਕੋਲੋਂ ਲੈਂਦੀ ਹੈ। ਰਿਖੀਆ ਝੁੱਗੀ ਅੰਦਰ ਬੈਠਾ ਹੋਇਆ ਹੁੱਕੜੀ ਪੀ ਰਿਹਾ ਸੀ। ਬਸੰਤੀ ਝਕਦੀ ਝਕਦੀ ਅੰਦਰ ਪੈਰ ਰੱਖਦੀ ਹੈ। ਉਹਨੂੰ ਵੇਖ ਕੇ ਰਿਖੀਏ ਨੇ ਹੁੱਕੜੀ ਇੱਕ ਪਾਸੇ ਰੱਖਤੀ ਤੇ ਸੱਜੇ ਹੱਥ ਦੀ ਪਿੰਨ ਨਾਲ ਮੁੱਛਾਂ ਪੂੰਝਦਾ ਹੋਇਆ ਕਹਿੰਦਾ ਹੈ, ਦੱਸ ਵੋ ਬਸੰਤੀਏ, ਤੇ ਜੋ ਕਿੰਨੇ ਚੌਲ ਚਾਹੀਦੇ, ਪਾ ਜਾਂ ਡੇਢ, ਲੂਣ ਕਿਤਨਾ? ਤੁਸਾਂ ਦੀ ਮਰਜ਼ੀ, ਬਸੰਤੀ ਹੱਸਣ ਦੀ ਕੋਸ਼ਿਸ਼ ਕਰਦੀ ਜਵਾਬ ਦਿੰਦੀ ਹੈ। ਉਹਦੀ ਆਵਾਜ਼ 'ਚ ਉਦਾਸੀ, ਬੇਅਰਥਾਪਣ ਤੇ ਕੁੜੱਤਣ ਰਲੀ ਹੋਈ ਹੈ। ਇਹ ਸੁਣ ਕੇ ਰਿਖੀਆ ਚੌਂਕ ਪਿਆ। ਉਹ ਬਸੰਤੀ ਦੀ ਆਵਾਜ਼ ਦੇ ਇਸ ਸੁਰ ਤੋਂ ਵਾਕਫ ਨਹੀਂ ਸੀ, ਹੈਰਾਨ ਰਹਿ ਗਿਆ। ਕਿਆ ਗੱਲ ਹੈ ਬਸੰਤੀਏ, ਅੱਜ ਤਲਬ ਨਹੀਂ ਮਿਲੀ? ਬਸੰਤੀ ਦੀ ਉੱਤਰ ਵਿੱਚ
ਗਰਦਨ ਹੇਠਾਂ ਝੁਕ ਗਈ। ਅੱਜ ਨਹੀਂ ਮੈਂ ਉਧਾਰ ਦੇਣਾ। ਮੁੰਜੋ ਆਪ ਹੀ ਸਰਕਾਰੀ ਚੌਲ ਨਹੀਂ ਮਿਲੇ ਤੇ ਤੀਜੋ ਖੋ ਦੇ ਦੇਣੇ। ਮੈਂ ਤੁਸਾਂ ਤਾਈਂ ਕੁੱਲੂਏ ਤੋਂ ਬਲੈਕ ਚੌਲ ਲਿਆਂਦੇ ਤਾਂ ਜੋ ਤੁਸੀਂ ਲੋਕ ਭੁੱਖੇ ਨਾ ਰਹੋ। ਮੈਂ ਦੂਰੀ ਚਪਤਕੀਆਂ ਖਾਣੀ। ਆਖ ਕੇ ਰਿਖਿਆ ਮੁੜ ਹੁੱਕੜੀ ਪੀਣ ਲੱਗ ਪੈਂਦਾ ਤੇ ਉਹਦੇ ਹੱਥ ਮੁੜ ਚੌਲਾਂ ਦੀ ਬੋਰੀ ਨੂੰ ਵਲੇਟਣ ਲੱਗ ਪੈਂਦੇ। ਬਸੰਤੀ ਝੁੱਗੀ ਦੇ ਬੂਹੇ ਉੱਤੇ ਨਿਰਾਸ਼ਾ ਦੀ ਇੱਕ ਤਸਵੀਰ ਬਣੀ ਖੜੀ ਹੈ। ਚੁੱਪ, ਅੱਖਾਂ 'ਚ ਬੇਨਤੀ ਉਕਰੀ, ਮੂੰਹ ਤੇ ਇੱਕ ਯਾਚਨਾ ਦੇ ਅੱਖਰ ਉਭਰੇ ਹੋਏ। ਰੁਣੀਏ ਨੂੰ ਪਲੋਸਦੀ। ਰਿਖੀਏ ਨੇ ਵੇਖਿਆ ਬਸੰਤੀ ਹਾਲੇ ਵੀ ਦੁਕਾਨ ਅੰਦਰ ਖੜੀ ਹੈ। ਖਿੱਚ ਕੇ ਕਹਿੰਦਾ, ਚੱਲ ਪੋ ਬਸੰਤੀਏ, ਮੀਏ ਕਦੀ ਕਦੀ ਵਰਤ ਰੱਖੀ ਲਿਆ ਕਰ, ਹਾਜ਼ਮਾ ਖਰਾ ਰਹਿੰਦਾ। ਫਿਰ ਜਿਵੇਂ ਉਹ ਆਪਣੀ ਗੱਲ ਦੀ ਪ੍ਰਸ਼ੰਸਾ ਕਰਕੇ ਹੱਸ ਪਿਆ। ਬਸੰਤੀ ਨੇ ਰਿਖੀਏ ਦੀ ਗੱਲ 'ਚ ਘੁਲੇ ਹੋਏ ਵਿਅੰਗ ਦੇ ਕਸੈਲੇ ਸਵਾਦ ਨੂੰ ਜੀਭ ਉੱਪਰ ਲੈ ਕੇ ਤਾਲੂ ਨਾਲ ਲਾਇਆ ਤੇ ਫਿਰ ਇੱਕੋ ਸਾਹ ਨਾਲ ਉਹਨੂੰ ਸੰਘੋਂ ਹੇਠਾਂ ਲੰਘਾ ਗਈ। ਰੁਣੀਏ ਦਾ ਸਿਰ ਹੁਣ ਭਖਣ ਲੱਗ ਪਿਆ ਸੀ। ਉਹਨੂੰ ਪਲੋਸਦੀ ਹੋਈ ਬਸੰਤੀ ਝੁੱਗੀਓਂ ਬਾਹਰ ਨਿਕਲ ਆਉਂਦੀ ਹੈ ਤੇ ਪੈਰੋਂ ਪੈਰ ਆਪਣੀ ਝੁੱਗੀ ਵੱਲ ਚੱਲ ਪੈਂਦੀ ਹੈ। ਉਹਦੀ ਟੋਰ 'ਚ ਸਿਥਲਤਾ, ਉਹਦੇ ਪੈਰਾਂ 'ਚ ਸਿੱਕਾ ਤੇ ਉਹਦੀ ਸੋਚਣੀ ਉੱਪਰ ਬੇਅੰਤ ਬੋਝ ਹੈ। ਉਹਦੀਆਂ ਅੱਖਾਂ ਅੱਗੇ ਕਈ ਤਸਵੀਰਾਂ ਉੱਭਰ ਕੇ ਆ ਰਹੀਆਂ ਹਨ, ਕਈ ਰੰਗ ਨਿਖਰ ਰਹੇ ਹਨ। ਦ੍ਰਿਸ਼ ਪਹਿਲਾ। ਉਦੋਂ ਹਾਲੇ ਬਸੰਤੀ ਨੂੰ 18ਵਾਂ ਲੱਗਾ ਸੀ। ਉਹਨੇ ਕਦੇ ਆਪਣੇ ਪਿੰਡ ਰਿੜਕਲ ਤੋਂ ਬਾਹਰ ਪੈਰ ਨਹੀਂ ਸੀ ਧਰਿਆ। ਵੱਧ ਤੋਂ ਵੱਧ ਉਹ ਸ਼ਿਵਜੀ ਦੇ ਮੰਦਿਰ ਜਾਇਆ ਕਰਦੀ ਸੀ, ਜੋ ਪਿੰਡੋਂ ਬਾਹਰ ਇੱਕ ਪਹਾੜੀ ਦੀ ਢਲਾਨ ਤੇ ਸੀ। ਮੰਦਿਰ ਵੀ ਉਹ ਕਦੀ ਇਕੱਲੀ ਨਹੀਂ ਸੀ ਗਈ, ਕਦੇ ਮਾਂ ਨਾਲ ਤੇ ਕਦੇ ਸਹੇਲੀ ਨਾਲ। ਮਾਂ ਉਹਦਾ ਬੜਾ ਖਿਆਲ ਰੱਖਦੀ। ਕਈ ਵਾਰੀ ਉਹ ਇੰਨੀ ਰਖਵਾਲੀ ਉੱਤੇ ਹੈਰਾਨ ਰਹਿ ਜਾਂਦੀ। ਰਿੜਕਲ ਵਿੱਚ ਹੋਰ ਵੀ ਤਾਂ ਕਈ ਕੁੜੀਆਂ ਸਨ, ਟਪੂ ਟਪੂ ਕਰਦੀਆਂ ਰਹਿੰਦੀਆਂ, ਪਰ ਮਾਂ ਉਹਨੂੰ ਕਿਧਰੇ ਇਕੱਲਿਆਂ ਨਹੀਂ ਸੀ ਜਾਣ ਦਿੰਦੀ, ਜਿਵੇਂ ਉਹ ਕਿਸੇ ਖਜ਼ਾਨੇ ਦੀ ਰਾਖੀ ਕਰ ਰਹੀ ਹੋਵੇ। ਉਸ ਦਿਨ ਦੁਪਹਿਰੇ ਘਰ 'ਚ ਇੱਕ ਨਵੀਂ ਘੁਸਰ ਮੁਸਰ ਉਹਦੇ ਕੰਨੀ ਪਈ। ਉਹਨਾਂ ਦੇ ਘਰ ਕੋਈ ਪ੍ਰਾਹੁਣਾ ਆਇਆ ਸੀ। ਉਹਦਾ ਬਾਪੂ ਉਹਨੂੰ ਕਹਿ ਰਿਹਾ ਸੀ, ਮੈਂ ਰੁਪਈਏ 1500 ਲੈਣੇ, ਕਣੇ ਵਿਆਹ ਦਾ ਖਰਚ ਵੀ ਲੈਣਾ। ਦੇਖੋ ਮਾਰੀ ਮੁੰਨੀ ਜੀ ਆ ਮੱਖਣੇ ਦਾ ਪੇੜਾ ਏ, ਜਿਸ ਘਰੀ ਜਾਂਗੀ ਤਿੱਥੇ ਸੋਨੇ ਦਾ ਚਹਿਲ ਪਹਿਲ ਹੋਈ ਜਾਣਾ ਈ। ਇਹ ਆਖ ਕੇ ਉਹ ਬਸੰਤੀ ਦੀ ਮਾਂ ਵੱਲ ਤੱਕਣ ਲੱਗ ਪਿਆ, ਜਿਵੇਂ ਹੁੰਗਾਰਾ ਮੰਗਦਾ ਹੋਵੇ। ਬਸੰਤੀ ਦੀ ਮਾਂ ਨੇ ਵੀ ਇਹੋ ਮੰਗ ਦੁਹਰਾਈ। ਸੁਣ ਕੇ ਪ੍ਰਾਹੁਣਾ ਪਹਿਲਾਂ ਤਾਂ ਚੁੱਪ ਕਰ ਗਿਆ, ਮੁੜ ਜਿਵੇਂ ਦਿਮਾਗ 'ਚ ਕੁਝ ਹਾੜ ਰਿਹਾ ਹੋਵੇ ਕਹਿਣ ਲੱਗਾ, ਮਨਜ਼ੂਰ ਏ। ਅੱਜ ਮੇਰੀ ਗੱਲ ਪੱਕੀ ਏ। ਬਸੰਤੀ ਮਾਰੀ ਹੋਈ ਗਈ। 100 ਰੁਪਈਆ ਮੇਰਾ ਸਾਈ ਦਾ, ਇਹ ਲਓ, ਬਾਕੀ ਮੈਂ ਫਿਰ ਤੁਸਾਂ ਕੋ ਦਿਆਂਗਾ। ਇੰਨੀ ਦੇਰ 'ਚ ਬਸੰਤੀ ਦੀ ਮਾਂ ਨੇ ਉਸ ਅੱਗੇ ਚਾਹ ਦਾ ਗਲਾਸ ਲਿਆ ਰੱਖਿਆ। ਇੱਕ ਰਕੇਬੀ 'ਚ ਮੱਕੀ ਦਾ ਢੋਡਾ ਵੀ ਨਾਲ ਹੀ ਲੈ ਆਈ। ਪ੍ਰਾਹੁਣਾ ਗਰਾਈ ਭੰਦਾ ਹੋਇਆ ਕਹਿਣ ਲੱਗਾ, ਹੁਣ ਵਿਆਹ ਝਟਪਟ ਰੱਖੀ ਲਓ, ਮਨੂੰ ਇਹ ਅਗਲੇ ਮਹੀਨੇ ਆਉਣਾ। ਮਿਲਟਰੀ ਵਿੱਚ ਛੁੱਟੀ ਸਾਲੇ 'ਚ ਇੱਕ ਵਾਰੀ ਮਿਲਦੀ ਏ। ਬਸੰਤੀ ਨੇ ਸੁਣਿਆ ਤੇ ਉਤਰਿਆ ਗਈ ਤਾਂ ਫਿਰ ਅੱਗ, ਉਹਦਾ ਸੌਦਾ ਪੱਕਾ ਹੋ ਗਿਆ। ਉਹਦਾ ਲੂੰ ਕੰਬ ਗਿਆ। ਉਹ ਹੋਣੀਆਂ ਭਰੇ ਭਵਿੱਖ ਦੀ ਕਲਪਨਾ ਨਾਲ ਝੁੰਝਲਾ ਗਈ। ਉਹ ਅੰਦਰ ਕੋਠੇ 'ਚ ਜਾ ਡਿੱਗੀ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਰੋਂਦੀ ਰਹੀ। ਬੰਦ ਬੂਹੇ 'ਚ ਉਹਦੇ ਹੌਕਿਆਂ ਦੀ ਆਵਾਜ਼ ਕਿਸੇ ਕਿਸੇ ਵੇਲੇ ਬਾਹਰ ਵੀ ਸੁਣਾਈ ਦੇ ਜਾਂਦੀ। ਪਿਛਲੇ ਪੈਰੋਂ ਚੁੱਪ ਚੁਪੀਤੇ ਉੱਠੀ। ਆਕਾਸ਼ ਬੱਦਲਾਂ ਨਾਲ ਘਿਰਿਆ ਸੀ। ਕਿਸੇ ਕਿਸੇ ਵੇਲੇ ਬਿਜਲੀ ਦੀ ਲਿਸ਼ਕ ਜਾਂਦੀ ਸੀ। ਉਹਦਾ ਮਨ ਡਰਿਆ ਡਰਿਆ ਸੀ। ਉਹ ਮੰਦਰ ਵੱਲ ਚੱਲ ਪਈ, ਸ਼ਿਵਜੀ ਭਗਵਾਨ ਅੱਗੇ ਸੁੱਖ ਦੀ ਪ੍ਰਾਰਥਨਾ ਕਰਨ। ਅਜੇ ਉਹ ਢਲਾਣ ਉੱਤਰ ਹੀ ਰਹੀ ਸੀ ਕਿ ਅਸਮਾਨ ਫਟ ਗਿਆ। ਬੁੱਕੀ ਛੱਜੀ ਮੀਂਹ ਪੈਣ ਲੱਗਾ। ਸਾਰਾ ਆਲਾ ਦੁਆਲਾ ਪਲ ਪਲ ਬਿਜਲੀ ਦੀ ਲਿਸ਼ਕ ਨਾਲ ਚਮਕ ਜਾਂਦਾ ਸੀ। ਉਹ ਦੌੜ ਕੇ ਮੰਦਰ ਦੇ ਅੰਦਰ ਜਾ ਪਹੁੰਚੀ ਤੇ ਭਗਵਾਨ ਦੇ ਚਰਨਾਂ ਉੱਪਰ ਡਿੱਗ ਪਈ। ਉਹ ਕਿੰਨੀ ਦੇਰ ਤੱਕ ਉੱਥੇ ਪਈ ਰਹੀ। ਉਹਦੇ ਥਰਕਦੇ ਬੁੱਲਾਂ 'ਚੋਂ ਇੱਕ ਸ਼ਬਦ ਵੀ ਨਹੀਂ ਸੀ ਨਿਕਲਦਾ। ਮੂਕ ਸੀ ਉਹਦੀ ਪ੍ਰਾਰਥਨਾ। ਦੂਜੇ ਮਹੀਨੇ ਬਸੰਤੀ ਦਾ ਵਿਆਹ ਹੋ ਗਿਆ। ਉਹ ਸਹੁਰੇ ਚਲੀ ਗਈ। ਉਹਦਾ ਪਤੀ ਮਚਲੂ 2 ਮਹੀਨੇ ਦੀ ਛੁੱਟੀ ਤੇ ਆਇਆ ਹੋਇਆ ਸੀ। ਉਹਦੀ ਯੂਨਿਟ ਦੂਰ ਪੂਰਬ ਵੱਲ ਪਹਾੜਾਂ 'ਚ ਸੀ। ਬਸੰਤੀ ਨੂੰ ਨਾਲ ਲਿਜਾਣ ਦਾ ਸਵਾਲ ਹੀ ਨਹੀਂ ਸੀ ਉੱਠਦਾ। ਛੁੱਟੀ ਮੁੱਕਦੇ ਹੀ ਮਚਲੂ ਵਾਪਸ ਚਲਾ ਗਿਆ। ਬਸੰਤੀ ਪਿੱਛੇ ਇਕੱਲੀ ਰਹਿ ਗਈ। ਫਿਰ ਉਹਨੂੰ ਬਾਕੀ ਦਾ ਸਾਰਾ ਸਾਲ ਉਡੀਕਦੀ ਰਹੀ। ਸਹੁਰੇ ਘਰ ਉਹਦਾ ਦਿਲ ਨਾ ਲੱਗਦਾ। ਉਹ ਤਦ ਵੀ ਆਪਣੇ ਆਪ ਨੂੰ ਰੁੱਝਿਆ ਹੋਇਆ ਰੱਖਦੀ। ਸੱਸ ਦਾ ਕੰਮਕਾਰ 'ਚ ਹੱਥ ਵਟਾਉਂਦੀ, ਬਾਹਰ ਪੈਲੀ ਜਾਂਦੀ, ਸਹੁਰੇ ਨੂੰ ਖੇਤਾਂ 'ਚ ਰੋਟੀ ਅਪੜਾਉਂਦੀ, ਪਰ ਮਨ ਸੀ ਸਦਾ ਬੇਚੈਨ, ਮਚਲੂ ਲਈ ਸਦਾ ਤਾਂਘਦਾ ਰਹਿੰਦਾ। ਇੱਦਾਂ 3-4 ਸਾਲ ਬੀਤ ਗਏ। ਹੁਣ ਉਹਦੇ ਇੱਕ ਮੁੰਡਾ ਹੋਇਆ ਸੀ। ਮਚਲੂ ਸਾਲ ਦੇ ਸਾਲ ਇੱਕ ਵਾਰੀ ਛੁੱਟੀ ਆਉਂਦਾ ਸੀ। ਇਹ ਦਿਨ ਬਸੰਤੀ ਲਈ ਸਵਰਗੀ ਹੁੰਦੇ ਸਨ। ਉਹ ਉੱਡੀ ਉੱਡੀ ਰਹਿੰਦੀ, ਬੱਦਲਾਂ ਵਿੱਚ ਤਰਦੀ ਰਹਿੰਦੀ। ਐਤਕੀ ਜਦੋਂ ਆਇਆ ਤਾਂ ਉਹ ਝੱਟ ਹੀ ਬਿਮਾਰ ਪੈ ਗਿਆ। ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ, ਕਿਹੜੇ ਰੋਗ ਨੂੰ ਉਹ ਪਿੱਛੋਂ ਹੀ ਲੈ ਆਇਆ ਜਾਪਦਾ ਸੀ। ਮਚਲੂ ਦਿਨ ਦਿਨ ਨਿੱਘਰਦਾ ਗਿਆ। ਬਸੰਤੀ ਉਸ ਉੱਤੇ ਹਰ ਵੇਲੇ ਝੁਕੀ ਰਹਿੰਦੀ। ਓੜਕ ਇੱਕ ਦਿਨ ਕਾਲਾ ਚੜ੍ਹਿਆ। ਬਸੰਤੀ ਨੂੰ ਅਪਸ਼ਗਨਾਂ ਦਿਨ ਯਾਦ ਆ ਗਿਆ, ਜਦ ਉਹਦਾ ਸਹੁਰਾ ਉਹਨਾਂ ਦੇ ਘਰ ਆਇਆ ਸੀ ਤੇ ਉਹ ਸ਼ਾਮੀ ਮੰਦਰ ਗਈ ਸੀ। ਉਸ ਦਿਨ ਕਿੰਨਾ ਮੀਂਹ ਵਸਿਆ ਸੀ, ਕਿੰਨੀ ਬਿਜਲੀ ਚਮਕੀ ਸੀ,
ਕਿੰਨੇ ਗੜੇ ਪਏ ਸਨ। ਦਿਨ ਅੰਦਰ ਬਾਹਰ ਸੀ, ਮਚਲੂ ਬੇਸੁੱਧ ਪਿਆ ਸੀ। ਉਹਦੀ ਮਾਂ ਜ਼ਰਾ ਕੁ ਬਾਹਰ ਨਿਕਲੀ। ਬਸੰਤੀ ਉਹਦਾ ਸਿਰ ਪੋਲਾ ਪੋਲਾ ਦੱਬ ਰਹੀ ਸੀ। ਚਾਨਚੱਕ ਉਹਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਗਿਆ। ਫਿਰ ਉਹਨੇ ਬਸੰਤੀ ਵੱਲ ਮੂੰਹ ਮੋੜ ਕੇ ਕਿਹਾ, ਬਸੰਤੀਏ, ਤੂੰ ਇਸ ਮਨੂਏ ਅੱਛੀ ਤਰ੍ਹਾਂ ਪਾਲਿਆ ਤਾਂ ਤੀਜੋ ਸੁਖੀ ਹੋ ਗਈ। ਮੈਂ ਤਾਂ ਜਲਦੀ ਮਰੀ ਜਾਣਾ। ਇਹ ਆਖ ਕੇ ਮਚਲੂ ਨੇ ਅੱਖਾਂ ਨੂਠ ਲਗੀਆਂ, ਜਿਹੜੀਆਂ ਮੁੜ ਕਦੇ ਨਾ ਖੁੱਲੀਆਂ। ਹਾਲੇ ਕੁਝ ਹੀ ਦਿਨ ਹੋਏ ਸੀ ਕਿ ਬਸੰਤੀ ਦੀ ਸੱਸ ਉਹਨੂੰ ਕਹਿਣ ਲੱਗੀ, ਤੂੰ ਕਿਤੇ ਹੀ ਚੰਡਾਲੀ ਹੈ ਬਸੰਤੋ, ਤੈਂ ਮੇਰਾ ਮਨੂਆ ਖਾਈ ਲਿਆ। ਇਹ ਸੁਣ ਕੇ ਬਸੰਤੀ ਰੋਣ ਲੱਗ ਪਈ। ਸੱਸ ਕਹਿੰਦੀ ਗਈ, ਤੇਰੇ ਪਿੱਛੇ ਅਸਾਂ ਦਾ 1500 ਰੁਪਈਆ ਗਰਕ ਹੋਈ ਗਿਆ। ਅਸੀਂ ਤੈਨੂੰ ਵੇਚੀ ਕੇ ਖਰੇ ਕਰੇ ਲੈਣੇ। ਹੁਣ ਕਿਸ ਵਾਸਤੇ ਮੈਂ ਹਾਥੀ ਪਾਲਣਾ? ਬਸੰਤੀ ਨੇ ਕੋਈ ਉੱਤਰ ਨਾ ਦਿੱਤਾ। ਉਹਦੇ ਮਨ ਤੇ ਕਟਾਰੀਆਂ ਚੱਲਦੀਆਂ ਰਹੀਆਂ। ਉਹਦੀਆਂ ਅੱਖਾਂ ਦੇ ਔਲੂ ਭਰ ਭਰ ਕੇ ਵਟੀਂਦੇ ਰਹੇ। ਹੌਕਿਆਂ ਦੀ ਲੜੀ ਸਰਸਰਾਂਦੀ ਰਹੀ। ਰੁਣੀਆਂ ਉਹਦੀ ਝੋਲੀ 'ਚ ਪਿਆ ਸੌਂ ਗਿਆ। ਤੇ ਇੱਕ ਦਿਨ ਉਹ ਮਨ ਪੱਕਾ ਕਰਕੇ ਸਹੁਰੇ ਘਰੋਂ ਬਿਨਾਂ ਕਿਸੇ ਨੂੰ ਦੱਸਿਆਂ ਚੱਲ ਪਈ। ਰੁਣੀਏ ਨੂੰ ਉਹਨੇ ਪਿੱਠ ਪਿੱਛੇ ਬੰਨ੍ਹ ਲਿਆ। ਕੁੱਲੂ ਕੋਲ ਕੰਮ ਲੱਗਾ ਹੋਇਆ ਸੀ। ਨਦੀ ਦੇ ਬੰਦ ਬੰਨਿਆ ਜਾ ਰਿਹਾ ਸੀ। ਉਹਨੂੰ ਮਚਲੂ ਦੇ ਸ਼ਬਦ ਉਕਸਾ ਰਹੇ ਸਨ। ਉਹ ਬੰਦ ਉੱਤੇ ਮਜ਼ਦੂਰੀ ਕਰਨ ਲੱਗ ਪਈ ਤੇ ਇੰਜ ਰੁਣੀਏ ਨੂੰ ਪਾਲਣ ਦੇ ਆਰ 'ਚ ਜੁਟ ਗਈ। ਦ੍ਰਿਸ਼ ਦੂਜਾ। ਬਸੰਤੀ ਸੜਕ ਦੇ ਕੰਢੇ ਇੱਕ ਚੱਟਾਨ ਨਾਲ ਢੋਹ ਲਾ ਕੇ ਬੈਠੀ ਹੈ। ਉਹਦੀਆਂ ਅੱਖਾਂ ਕਿਸੇ ਯਾਦ 'ਚ ਭਾਰੀਆਂ ਹਨ। ਉਹ ਬਹੁਤ ਦੂਰ ਤੱਕ ਰਹੀ ਹੈ। ਉਹਦੀ ਠੋਡੀ ਉੱਠੀ ਹੋਈ ਹੈ। ਚਿਹਰੇ ਉੱਤੇ ਨਿਰਾਸ਼ਾ ਦੀ ਮੋਟੀ ਜਿਹੀ ਤਹਿ ਜੰਮੀ ਹੋਈ ਹੈ। ਧੋਤੀ ਪਾਟੀ ਹੋਈ ਹੈ। ਬੜੀ ਮੁਸ਼ਕਿਲ ਨਾਲ ਛਾਤੀ ਕੱਜੀ ਹੈ। ਇੱਕ ਪਾਸਿਓਂ ਢਿਲਕ ਢਿਲਕ ਪੈਂਦੀ ਹੈ। ਮੋਢਿਆਂ ਦੇ ਵਾਲ ਖਿਲਰੇ ਹੋਏ ਹਨ। ਹੱਥ 'ਚ ਇੱਕ ਮੋਟਾ ਕੱਚ ਦਾ ਗਜਰਾ ਹੈ। ਬਸੰਤੀ ਦੇ ਕੋਲ ਰੁਣੀਆਂ ਬੈਠਾ। ਉਹਦੇ ਹੱਥ 'ਚ ਕੋਈ ਜੰਗਲੀ ਫੁੱਲ ਹੈ, ਜਿਹੜਾ ਉਹਨੇ ਬਹਿਣ ਲੱਗਿਆਂ ਕਿਸੇ ਬੂਟੇ ਨਾਲੋਂ ਤੋੜਿਆ। ਉਹਦੇ ਕੰਨਾਂ ਕੋਲ ਬੜੀ ਸੋਜ ਹੈ। ਸ਼ਾਇਦ ਉਹਨੂੰ ਕੰਨ ਪੇੜ ਹੋ ਗਏ। ਉਹਦਾ ਪੇਟ ਫੁੱਲਿਆ ਹੋਇਆ, ਨਾਸਾਂ 'ਚੋਂ ਪਾਣੀ ਵਗ ਰਿਹਾ। ਉਹਦੀਆਂ ਅੱਖਾਂ ਬੁਖਾਰ ਦੇ ਸੇਕ ਨਾਲ ਨੁੱਟੀ ਜਾਂਦੀਆਂ ਹਨ। ਕਿਸੇ ਵੇਲੇ ਰੋ ਰੋ ਪੈਂਦਾ, ਮੁੜ ਚੁੱਪ ਕਰ ਜਾਂਦਾ, ਕਦੇ ਮਾਂ ਵੱਲ ਤੇ ਕਦੇ ਫੁੱਲ ਵੱਲ ਤੱਕੀ ਜਾਂਦਾ। ਸਾਹਮਣੇ ਇੱਕ ਵੱਡੀ ਸਾਰੀ ਚੱਟਾਨ ਹੈ, ਗੋਲ ਮੋਲ, ਜਿਵੇਂ ਸਦੀਆਂ ਨੇ ਉਹਨੂੰ ਪਹਾੜ ਦੀ ਚੋਟੀ ਤੋਂ ਹੇਠਾਂ ਪਿਆਰ ਨਾਲ ਰੋੜ ਕੇ ਲਿਆਂਦਾ ਤੇ ਇੰਜ ਉਹਨੂੰ ਘਸਾ ਘਸਾ ਕੇ ਗੁਲਾਈ ਦਿੱਤੀ ਹੋਵੇ। ਚੱਟਾਨ ਦੇ ਕੋਲ ਜੰਗਲੀ ਅੱਕ ਉੱਪਰ ਵੱਡੇ ਵੱਡੇ ਨੀਲੇ ਫੁੱਲ ਖਿੜੇ ਹੋਏ ਹਨ। ਉਹਨਾਂ ਦੇ ਸਿਰੇ ਉਦਾਸੀ 'ਚ ਝੁਕੇ ਹਨ। ਅੱਕ ਦੇ ਪੱਤੇ ਮੁਰਝਾਏ ਹੋਏ ਹਨ। ਜ਼ਰਾ ਕੁ ਪਰੇ ਝਰਨੇ ਦਾ ਪਾਣੀ ਇਕੱਠਾ ਹੋਇਆ। ਉਹਦੇ ਲਾਗੇ ਇੱਕ ਟੇਢਾ ਕਰਕੇ ਖੜਾ ਖੱਜੀ ਦਾ ਪੇੜ ਹੈ। ਪੇੜ ਦੇ ਪੱਤੇ ਢਿਲਕੇ ਹੋਏ ਹਨ। ਇੰਜ ਲੱਗਦਾ ਹੈ ਕਿ ਇਹ ਪੇੜ ਹੁਣੇ ਡਿੱਗਾ ਕਿ ਡਿੱਗਾ, ਪਰ ਉਹਨੂੰ ਕਿਸੇ ਤਰ੍ਹਾਂ ਖੜੋਤਿਆਂ ਕਈ ਵਰ੍ਹੇ ਹੋ ਗਏ ਹੈ ਤੇ ਹੋਰ ਪਤਾ ਨਹੀਂ ਕਿੰਨੇ ਲੰਘਣਗੇ। ਸਾਰੇ ਮਾਹੌਲ ਉੱਤੇ ਇੱਕ ਉਦਾਸੀਨਤਾ ਦਾ ਭਾਵ ਪਸਰਿਆ ਹੋਇਆ ਹੈ। ਝਰਨੇ ਕੋਲ ਇੱਕ ਔਰਤ ਸਿਰ ਉੱਤੇ ਟੋਕਰੀ ਚੁੱਕੀ ਖੜੀ ਹੈ। ਹੋਰ ਕੁਝ ਮਜ਼ਦੂਰਨਾਂ ਹੱਥ ਮੂੰਹ ਧੋ ਰਹੀਆਂ ਹਨ। ਕੁਝ ਆਦਮੀ ਪਾਣੀ ਪੀ ਰਹੇ ਹਨ। ਸੂਰਜ ਡੁੱਬਾ ਨਹੀਂ। ਸ਼ਾਮ ਦੇ ਧੁੰਦਲਕੇ 'ਚ ਇਹਨਾਂ ਦੀਆਂ ਨੁਹਾਰਾਂ ਸਿਆਣੀਆਂ ਨਹੀਂ ਜਾ ਸਕਦੀਆਂ। ਆਕਾਸ਼ ਦੀ ਕੁੱਖ ਵਿੱਚ ਸੂਰਜ ਅਸਤ ਹੋਣ ਲੱਗਾ ਹੈ। ਉਹਦੀ ਇੱਕ ਲਾਲ ਕਿਰਨ ਬਸੰਤੀ ਦੇ ਮੂੰਹ 'ਤੇ ਪੈਂਦੀ ਹੈ, ਜਿਸ ਨਾਲ ਉਹਦੀਆਂ ਉਦਾਸ ਰੇਖਾਵਾਂ ਹੋਰ ਚਮਕ ਪੈਂਦੀਆਂ ਹਨ। ਅਤੀਤ ਦੀ ਕਿਸੇ ਯਾਦ 'ਚੋਂ ਗੁਆਚੀ ਹੋਈ ਹੈ। ਅੰਕ ਦੂਜਾ, ਦ੍ਰਿਸ਼ ਪਹਿਲਾ। ਜਦ ਬਸੰਤੀ ਆਪਣੀ ਝੁੱਗੀ ਚੱਪੜੀ, ਉਹਦਾ ਮੂੰਹ ਅਸਲੋਂ ਲੱਥਾ ਹੋਇਆ ਸੀ। ਇੱਕ ਤਾਂ ਉਹਨੂੰ ਮਚਲੂ ਦੀ ਯਾਦ ਆ ਰਹੀ ਸੀ ਤੇ ਉਹ ਸੜਕ ਕੰਢੇ ਬੈਠੀ ਸੋਚਦੀ ਰਹੀ ਸੀ, ਕਾਸ਼ ਉਹ ਜਿਉਂਦਾ ਹੁੰਦਾ, ਮੈਨੂੰ ਮਜ਼ਦੂਰੀ ਨਾ ਕਰਨੀ ਪੈਂਦੀ। ਅੱਜ ਮੇਰਾ ਰੁਣੀਆਂ ਬਿਮਾਰ ਏ ਤੇ ਉਹਨੂੰ ਖਵਾਉਣ ਲਈ ਮੇਰੇ ਪਾਸ ਭਾਤ ਹੀ ਨਹੀਂ, ਦਾਰੂ ਜੋਗਾ ਪੈਸਾ ਨਹੀਂ। ਕਾਸ਼ ਮਚਲੂ ਜਿਉਂਦਾ ਹੁੰਦਾ ਤੇ ਰਿਖੀਏ ਦੀ ਇਹ ਜੁਰਤ ਨਾ ਪੈਂਦੀ। ਕਾਸ਼ ਕਾਸ਼ ਕਾਸ਼। ਤੇ ਇਹ ਠੰਡਾ ਠਾਰ ਹੌਕਾ ਉਹਦੇ ਅੰਦਰੋਂ ਨਿਕਲਿਆ, ਜਿਸ ਨਾਲ ਉਹਦੇ ਹੋਠਾਂ ਉੱਤੇ ਜੰਮੀ ਪੇਪੜੀ ਹੋਰ ਸੁਕਾਠੀ ਹੋ ਗਈ। ਉਹ ਨਿਤਾਨ ਫੁੜੀ ਤੇ ਲੇਟ ਗਈ। ਰੁਣੀਏ ਨੂੰ ਠੱਪਣ ਲੱਗੀ। ਉਹਦਾ ਸਾਰਾ ਪਿੰਡਾ ਅੱਗ ਵਾਂਗ ਤਪਣ ਲੱਗ ਪਿਆ ਸੀ। ਉਹਨੇ ਉਹਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ। ਸਾਰਾ ਦਿਨ ਕੰਮ ਕਰਕੇ ਉਹ ਚੂਰ ਚੂਰ ਹੋਈ ਪਈ ਸੀ। ਉਹਦਾ ਅੰਗ ਅੰਗ ਦੁਖ ਰਿਹਾ ਸੀ। ਭੁੱਖ ਨਾਲ ਉਹਦੀਆਂ ਆਂਦਰਾਂ ਵਿਲਕ ਰਹੀਆਂ ਸੀ। ਝੁੱਗੀ 'ਚ ਚੌਲਾਂ ਦਾ ਇੱਕ ਦਾਣਾ ਤੱਕ ਨਹੀਂ ਸੀ। ਆਕਾਸ਼ ਬਦਲਾਇਆ ਹੋਇਆ ਹੋਣ ਕਰਕੇ ਬਾਹਰ ਘੁੱਪ ਹਨੇਰਾ ਸੀ। ਝੁੱਗੀ ਦੇ ਕੋਨੇ 'ਚ ਇੱਕ ਦੀਵਾ ਮੱਧਮ ਜਿਹਾ ਬਲ ਰਿਹਾ ਸੀ, ਜਿਵੇਂ ਉਹ ਸਾਰੀ ਉਦਾਸੀ, ਨਿਰਾਸ਼ਾ ਤੇ ਦੁੱਖ ਦੇ ਵਾਤਾਵਰਨ ਨੂੰ ਹਨੇਰੇ ਦੀ ਮੋਟੀ ਤਹਿ 'ਚ ਵਲੇਟੇ ਜਾਣ ਤੋਂ ਬਚਾਉਣ ਦਾ ਤਰਲਾ ਕਰ ਰਿਹਾ ਹੋਵੇ। ਰਾਤ ਦਾ ਪਹਿਲਾ ਪਹਿਰ ਜਾ ਰਿਹਾ ਸੀ। ਹਰ ਪਾਸੇ ਚੁੱਪ ਚਾਂ ਸੀ, ਪਰ ਬਸੰਤੀ ਦੇ ਅੰਦਰੋਂ, ਉਹਦੇ ਮਨ 'ਚੋਂ, ਉਹਦੇ ਪੇਟ ਵਿੱਚੋਂ, ਰੁਣੀਏ ਦੀਆਂ ਅੱਖਾਂ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਕੇਵਲ ਉਹੀ ਸੁਣ ਸਕਦੀ ਸੀ। ਉਹ ਅਧੀਰ ਲੇਟੀ ਪਾਸੇ ਪਰਤ ਰਹੀ ਸੀ। ਦ੍ਰਿਸ਼ ਦੂਜਾ। ਚਾਨਚੱਕ ਝੁੱਗੀ ਦਾ ਟਾਟ ਇੱਕ ਪਾਸੇ ਹਟਦਾ ਹੈ।
ਹਟਵਾਣੀਆਂ ਰਿਖੀਆ ਅੰਦਰ ਵੜਦਾ ਹੈ। ਬਸੰਤੀ ਅੱਬੜਵਾਈ ਉੱਠ ਖੜੀ ਹੁੰਦੀ ਹੈ। ਇੱਕ ਖਚਰੀ ਮੁਸਕਰਾਹਟ ਰਿਖੀਆ ਦੇ ਚਿਹਰੇ ਤੇ ਖੇਡ ਰਹੀ ਹੈ। ਉਹਦੇ ਹੱਥ 'ਚ ਇੱਕ ਪੋਟਲੀ ਏ, ਦੀਵੇ ਦੀ ਲੋਚ 'ਚ ਰਿਖੀਆ ਬਸੰਤੀ ਨੂੰ ਅੱਬੜਵਾਏ ਉੱਠਦਿਆਂ ਦੇਖ ਕੇ ਕਹਿੰਦਾ, ਕਿਉਂ ਬਸੰਤੀਏ, ਕਿਉਂ ਸੋਈ ਗਈ ਏ? ਭੁੱਖੀ ਪਾਣੀ? ਭੁੱਖੇ ਸੌਣ ਤੇਰੇ ਦੁਸ਼ਮਣ। ਇਹ ਲੈ ਤੇ ਜੋ ਚੌਲ ਮੁਨਸ਼ੀਏ ਦਿੱਤੇ ਆ, ਇਹ ਲੈ ਭਾਤ ਖਾ ਤੇ ਮਨੂਏ ਜੂ ਨੂੰ ਖਵਾ। ਬਸੰਤੀ ਉਸ ਵੱਲ ਅੱਖਾਂ ਫੜ ਫੜ ਕੇ ਤੱਕਦੀ ਰਹਿੰਦੀ ਹੈ। ਉਹਦਾ ਚਿਹਰਾ ਪ੍ਰਭਾਵ ਰਹਿਤ ਹੋ ਜਾਂਦਾ ਤੇ ਇੱਕ ਚੇਤਾਉਣੀ ਉਹਦੀਆਂ ਅੱਖਾਂ 'ਚ ਉੱਭਰ ਆਉਂਦੀ ਹੈ। ਉਸਦੇ ਮੂੰਹ 'ਚੋਂ ਇੱਕ ਸ਼ਬਦ ਵੀ ਨਹੀਂ ਨਿਕਲਦਾ, ਜਿਵੇਂ ਸਾਰੇ ਸ਼ਬਦ ਉਹਦੀ ਜੀਭ ਉੱਪਰ ਆ ਕੇ ਜੰਮ ਗਏ ਹੋਣ। ਅੱਛਾ ਉਹ ਬਸੰਤੀ, ਮੈਂ ਚੱਲਿਆ। ਹੋਰ ਤੇ ਜੋ ਕੁਝ ਚਾਹੀਦਾ ਹੋਵੇ ਤਾਂ ਦੱਸੀ, ਆ ਕੇ ਰਿਖਿਆ ਹੋਠਾਂ 'ਚ ਮੁਸਕਰਾਉਂਦਾ ਝੁੱਗੀਓਂ ਬਾਹਰ ਨਿਕਲ ਜਾਂਦਾ ਹੈ। ਉਹਦੀ ਮੁਸਕਰਾਹਟ ਦੇ ਕਣ ਇਸ ਤਰ੍ਹਾਂ ਜ਼ਮੀਨ ਤੇ ਡਿੱਗਦੇ ਹਨ ਜਿਵੇਂ ਘਿਰਨਾਂ ਤੇ ਜ਼ਹਿਰ ਦੇ ਟੇਪੇ ਉਹਦੀ ਜੀਭ ਤੋਂ ਹੇਠਾਂ ਡਿੱਗ ਰਹੇ। ਬਸੰਤੀ ਉੱਠ ਕੇ ਟਾਟ ਨੂੰ ਮੁੜ ਬੂਹੇ ਅੱਗੇ ਕਰ ਦਿੰਦੀ ਹੈ ਤੇ ਫੂੜੀ ਤੇ ਆ ਬੈਠਦੀ ਹੈ। ਰੁਣੀਏ ਦੀ ਛਾਤੀ ਘਰਕ ਰਹੀ ਹੈ। ਉਹਦੀਆਂ ਨਾਸਾਂ 'ਚੋਂ ਪਾਣੀ ਵਗ ਵਗ ਕੇ ਹੇਠਾਂ ਫੂੜੀ ਉੱਤੇ ਟਿਪ ਟਿਪ ਡਿੱਗ ਰਿਹਾ। ਉਹਦਾ ਪਿੰਡਾ ਭਖਦਾ ਪਿਆ। ਭੁੱਖ ਨਾਲ ਬਸੰਤੀ ਦਾ ਬੁਰਾ ਹਾਲ ਹੈ। ਉਹਦਾ ਆਪਣਾ ਸਰੀਰ ਟੁੱਟਾ ਹੋਇਆ, ਜਿਵੇਂ ਉਹਨੂੰ ਅਚਾਨਕ ਸਮਝ ਆ ਗਈ ਹੋਵੇ ਕਿ ਕੀ ਹੋਇਆ। ਉਹਨੇ ਪੋਟਲੀ ਚੁੱਕੀ, ਬਾਹਰ ਬੂਹੇ ਵੱਲ ਹੋ ਟੁਰੀ। ਘਿਰਨਾਂ ਨਾਲ ਉਹਦਾ ਚਿਹਰਾ ਭਖ ਉੱਠਿਆ ਤੇ ਲੱਤਾਂ ਕੰਬਣ ਲੱਗੀਆਂ। ਦੀਵੇ ਦੀ ਲੋਚ ਉਹਦੇ ਚਿਹਰੇ ਦੇ ਕੜਵੱਲ ਦਿਸਣ ਲੱਗ ਪਏ। ਟਾਟ ਨੂੰ ਇੱਕ ਪਾਸੇ ਹਟਾ ਕੇ ਉਹਨੇ ਪੋਟਲੀ ਬਾਹਰ ਵਗਾ ਮਾਰੀ ਤੇ ਮੂੰਹ 'ਚ ਮੁਸ ਮੁਸ ਕਰਨ ਲੱਗੀ। ਕਮੀਨਿਆ ਕੁੱਤਿਆ, ਤੈਂ ਮੈਨੂੰ ਕਿਆ ਸਮਝਿਆ? ਇਹ ਲੈ ਤੇਰੇ ਚੌਲ। ਕਿਆ ਮੈਂ ਇੱਕ ਰਾਤ ਭੁੱਖੀ ਨਹੀਂ ਰਹਿ ਸਕਦੀ? ਇਹਨਾਂ ਬਾਹਾਂ ਨਾਲ ਕੱਲ ਫੇਰ ਦਿਹਾੜੀ ਕਮਾਂਗੀ ਤੇ ਫੇਰ ਹੀ ਖਾਂਗੀ। ਵਾਪਸ ਫੂੜੀ ਉੱਤੇ ਆ ਕੇ ਉਹਨੇ ਰੁਣੀਆਂ ਨੂੰ ਹਿੱਕ ਨਾਲ ਲਾ ਲਿਆ। ਉਹਦਾ ਪਿੰਡਾ ਸੇਕ ਨਾਲ ਬਲਦਾ ਪਿਆ ਸੀ। ਦਿਲ 'ਚ ਕਹਿਣ ਲੱਗੀ, ਹੇ ਸ਼ਿਵਜੀ ਭਗਵਾਨ, ਮੇਰੇ ਮਨੂਏ ਪਰ ਦਇਆ ਰੱਖਣੀ। ਕੁਝ ਪਲ ਬੀਤੇ ਹੋਣਗੇ। ਭੁੱਖ ਨੇ ਉਹਨੂੰ ਬੇਹਾਲ ਕਰ ਲਿਆ। ਥਕੇਵੇਂ ਨੇ ਉਹਨੂੰ ਬਿਲਕੁਲ ਮੰਦਿਆਂ ਕਰਤਾ ਸੀ। ਰੁਣੀਆਂ ਫੇਰ ਰੋਣ ਲੱਗ ਪਿਆ ਸੀ। ਵਿਚਾਰਾ ਜਾਤਕ, ਇੱਕ ਬਿਮਾਰ, ਦੂਜਾ ਭੁੱਖਾ। ਬਸੰਤੀ ਨੂੰ ਤਰਸ ਆ ਗਿਆ। ਉੱਠ ਖੜੀ ਹੋਈ, ਹੌਲੀ ਹੌਲੀ ਬਾਹਰ ਵੱਲ ਤੁਰਨ ਲੱਗੀ। ਉਹਦਾ ਚਿਹਰਾ ਹੋਰ ਉਤਰਿਆ ਸੀ। ਉਸ ਬਾਹਰੋਂ ਹਨੇਰੇ 'ਚ ਪੋਟਲੀ ਚੁੱਕ ਲਿਆਂਦੀ ਜੋ ਦੀਵੇ ਦੀ ਲੋਚ ਉਹਨੂੰ ਵਿਖਾਈ ਦੇ ਗਈ ਸੀ। ਅੱਗ ਬਾਲੀ ਤੇ ਭਾਤ ਬਣਾਇਆ, ਆਪ ਖਾਧਾ ਤੇ ਕੁਝ ਰੁਣੀਏ ਨੂੰ ਖਵਾਇਆ। ਭਾਤ ਖਾ ਕੇ ਜਿਵੇਂ ਰੁਣੀਏ ਨੂੰ ਸੁੱਖ ਆ ਗਿਆ, ਉਂਝੇ ਹੀ ਸੌਂ ਗਿਆ। ਬਸੰਤੀ ਦੇ ਅੰਗਾਂ 'ਚ ਜ਼ਰਾ ਸ਼ਕਤੀ ਆ ਗਈ, ਪਰ ਉਹ ਸੌਂ ਨਹੀਂ ਸਕੀ। ਉਹ ਕੁਝ ਚਿਰ ਹਿੱਲ ਪਈ ਰਹੀ। ਇੱਕ ਟੁੱਟ ਚੁੱਕੀ ਪਰ ਚੁਸਤ ਆਤਮਾ ਵਾਂਗ ਆਪਣੀ ਝੁੱਗੀ ਦੇ ਘੁੱਪ ਹਨੇਰੇ 'ਚ ਉਹਨੂੰ ਆਪਣੇ ਸਰੀਰ ਦੀ ਹੋਂਦ ਦਾ ਗਿਆਨ, ਆਪਣੇ ਦਿਲ ਦੀ ਧੜਕਣ ਤੇ ਫੇਫੜਿਆਂ ਦੀ ਮੱਧਮ ਹੌਂਕਣੀ ਕਰਕੇ ਸੀ। ਫਿਰ ਪਤਾ ਨਹੀਂ ਉਹਨੂੰ ਕਿਸ ਵੇਲੇ ਉਂਘਲਾਣ ਆਉਣ ਲੱਗੀ। ਉਹਨੇ ਦੀਵਾ ਝੱਟ ਕੋ ਪਹਿਲਾਂ ਹੀ ਬੁਝਾ ਦਿੱਤਾ ਸੀ। ਬਾਹਰ ਕਾਲੇ ਸ਼ਾਹ ਬੱਦਲ ਗੱਜ ਰਹੇ ਸਨ ਤੇ ਕਿਸੇ ਕਿਸੇ ਵੇਲੇ ਮੀਂਹ ਪੈਣ ਦੀ ਆਵਾਜ਼ ਆ ਜਾਂਦੀ ਸੀ। ਰਾਤ ਦਾ ਦੂਜਾ ਪਹਿਰ ਵੀ ਬੀਤਦਾ ਲੱਗਦਾ ਸੀ। ਦ੍ਰਿਸ਼ ਤੀਜਾ, ਚੌਥਾ ਤੇ ਹੋਰ ਕਈ ਦ੍ਰਿਸ਼ਾਂ ਦਾ ਰਲਗੱਡ। ਸੁੱਤਿਆਂ ਸੁੱਤਿਆਂ ਬਸੰਤੀ ਨੂੰ ਬੜਾ ਭਿਆਨਕ ਸੁਪਨਾ ਆਇਆ, ਜਿਵੇਂ ਦਾ ਸਹੁਰਾ ਉਸਨੂੰ ਵਾਲਾਂ ਤੋਂ ਘਸੀਟ ਕੇ ਆਪਣੇ ਘਰ ਰਿੜਕਲ ਲਿਜਾ ਰਿਹਾ ਸੀ। ਉਹ ਕਹਿੰਦਾ ਪਿਆ ਸੀ, ਮੈਂ ਆਪਣੇ 1500 ਖਰੇ ਕਰੀ ਲੈਣੇ ਚੰਡਾਲੀਏ, ਤੇ ਮੇਰਾ ਮਨੂਆ ਖਾਈ ਲਿਆ, ਮੇਰਾ ਮਚਲੂ ਖਾਈ ਲਿਆ, ਨਾ ਭਲਾ ਹੋਵੇ ਤੇਰਾ। ਬਸੰਤੀ ਅੱਬੜਵਾਏ ਉੱਠੀ। ਉਹਨੇ ਚਾਰੇ ਪਾਸੇ ਵੇਖਿਆ। ਝੁੱਗੀ 'ਚ ਸਾਰੇ ਚੁੱਪ ਚਾਨ ਸੀ। ਉਹ ਰਾਮ ਰਾਮ ਕਰਦੀ ਫੇਰ ਲੇਟ ਗਈ। ਰੁਣੀਏ ਦੇ ਪਿੰਡੇ ਦਾ ਸੇਕ ਹੁਣ ਕੁਝ ਘਟ ਗਿਆ ਸੀ ਤੇ ਘੂਕ ਸੁੱਤਾ ਪਿਆ ਸੀ। ਬਸੰਤੀ ਨੂੰ ਨੀਂਦਰ ਦੇ ਝੂਟੇ ਆਉਣ ਲੱਗੇ। ਅਚਾਨਕ ਉਹਨੂੰ ਇੱਕ ਡਰਾਉਣੀ ਜਿਹੀ ਆਵਾਜ਼ ਸੁਣਾਈ ਦਿੱਤੀ। ਝੁੱਗੀ ਦਾ ਟਾਟ ਇੱਕ ਪਾਸੇ ਹਟਿਆ ਤੇ ਉਹਨੂੰ ਕੋਈ ਬੰਦਾ ਅੰਦਰ ਆਉਂਦਾ ਦਿਸਿਆ। ਨਾਲ ਹੀ ਮੀਂਹ ਦੀ ਇੱਕ ਵਾਛੜ ਅੰਦਰ ਆ ਪਈ। ਬਿਜਲੀ ਦੀ ਲਿਸ਼ਕਾਰ 'ਚ ਉਹਨੇ ਤੱਕਿਆ। ਇਹ ਠੇਕੇਦਾਰ ਦਾ ਮੁਨਸ਼ੀ ਮਾਧੋ ਹੈ। ਉਹ ਸੁੰਗੜ ਗਈ, ਪਰ ਚੁੱਪ ਕਰਕੇ ਲੇਟੀ ਰਹੀ, ਜਿਵੇਂ ਉਹਨੂੰ ਉਹਦੇ ਆਏ ਦਾ ਪਤਾ ਹੀ ਨਾ ਲੱਗਾ ਹੋਵੇ। ਮੁਨਸ਼ੀ ਬਾਹਰ ਮੀਂਹ 'ਚ ਭਿੱਜਦਾ ਆਇਆ ਸੀ। ਉਹਨੇ ਸ਼ਰਾਬ ਪੀਤੀ ਹੋਈ ਸੀ, ਪਰ ਮੀਂਹ 'ਚ ਭਿੱਜਣ ਕਰਕੇ ਉਹਦਾ ਨਸ਼ਾ ਟੁੱਟਾ ਟੁੱਟਾ ਲੱਗਦਾ ਸੀ। ਅੰਦਰ ਆ ਕੇ ਉਸ ਗਿੱਲੇ ਕੱਪੜੇ ਲਾਹਤੇ ਤੇ ਧੋਤੀ ਨੂੰ ਨਿਚੋੜ ਕੇ ਉਸ ਸਾਰਾ ਪਿੰਡਾ ਪੂੰਝ ਕੇ ਸੁਕਾਇਆ। ਮੁੜ ਨਾਲ ਲਿਆਂਦੀ ਬੋਤਲ ਨੂੰ ਮੂੰਹ ਲਾ ਦਿੱਤਾ ਤੇ ਗਟ ਗਟ ਪੀ ਗਿਆ। ਬਸੰਤੀ ਨੇ ਅੱਧ ਮਿੱਟੀਆਂ ਅੱਖਾਂ ਨਾਲ ਹਨੇਰੇ 'ਚ ਤੱਕਿਆ। ਮੁਨਸ਼ੀ ਉਸ ਵੱਲ ਨੰਗ ਧੜੰਗ ਵੱਧ ਰਿਹਾ। ਉਹਦੀਆਂ ਅੱਖਾਂ 'ਚ ਕਾਮ ਦੇ ਡੋਰੇ ਹਨ। ਹਵਸ ਨਾਲ ਉਹਦਾ ਸਰੀਰ ਤਣਿਆ ਹੋਇਆ। ਬਸੰਤੀ ਫੇਰ ਵੀ ਚੁੱਪ ਕਰਕੇ ਲੇਟੀ ਰਹੀ। ਉਹਦੇ ਮਨ 'ਚ ਕਈ ਤੂਫਾਨ ਆਉਣ ਲੱਗੇ। ਕੱਲੀ ਕਾਰੀ ਉਹ ਕੀ ਕਰ ਸਕਦੀ ਸੀ? ਡਰ ਨਾਲ ਉਹਦਾ ਸਾਹ ਸੱਤ ਖਿਚੀਂਦਾ ਚਲਾ ਗਿਆ। ਮਾਧੋ ਉਹਦੀ ਫੂੜੀ ਵੱਲ ਟੁਰਦਾ ਆਇਆ। ਝੁੱਗੀ ਦੀ ਹਨੇਰੇ 'ਚ ਉਹਦੇ ਚਿਹਰੇ ਦਾ ਚਿੱਟਾ ਰੰਗ ਪਰਤਦਿਆਂ ਨਾ ਤੱਕ ਸਕਿਆ। ਫਿਰ ਉਹਦੇ ਕੋਲ ਆ ਕੇ ਬਹਿ ਗਿਆ। ਉਹਦੀ ਪਾਟੀ ਹੋਈ ਧੋਤੀ ਨੂੰ ਉਹਨੇ ਇੱਕ ਪਾਸੇ ਹਟਾ ਦਿੱਤਾ। ਹੁਣ ਬਸੰਤੀ ਬਿਲਕੁਲ ਨੰਗੀ ਸੀ। ਮੁਨਸ਼ੀ ਨੇ ਉਹਦੇ ਮੁੰਡੇ ਨੂੰ ਚੁੱਕ ਕੇ ਪਰੇ ਕਰ ਦਿੱਤਾ। ਬਸੰਤੀ ਲਈ ਹੋਰ ਲੇਟਿਆਂ ਰਹਿਣਾ ਸੰਭਵ ਹੋ ਗਿਆ।
ਮਾਧੂ ਦੇ ਹੱਥ ਸ਼ੈਤਾਨੀ ਢੰਗ ਨਾਲ ਉਹਦੇ ਸਰੀਰ ਤੇ ਫਿਰਨ ਲੱਗੇ। ਉਹਦਾ ਮੂੰਹ ਬਸੰਤੀ ਦੇ ਮੂੰਹ ਉੱਪਰ ਝੁਕ ਗਿਆ। ਬਸੰਤੀ ਇੱਕਦਮ ਉੱਠੀ, ਉਹਦੀ ਧੋਤੀ ਹੇਠਾਂ ਡਿੱਗ ਪਈ। ਉਹ ਕਹਿਣ ਲੱਗੀ, ਰਤਾ ਠਹਿਰੀ ਜਾ ਮੁੰਸ਼ੀ ਜੀ, ਮਨੂੰ ਇਹ ਕੀ ਤਾਂ ਪਰੇ ਕਰੀ ਦਿਆਂ। ਇੱਕ ਮੁਰਮੁਰੀ ਕੜਿੱਤਣ ਉਹਦੀ ਆਵਾਜ਼ 'ਚ ਰਲ ਗਈ। ਮਾਧੂ ਉੱਠ ਕੇ ਬਹਿ ਗਿਆ। ਆਵੋ ਬਸੰਤੀਏ ਮੇਰੀ ਜਾਨ, ਮੁੜ ਮੁੜ ਕਹਿੰਦਾ ਗਿਆ ਤੇ ਉਹਦੀ ਆਵਾਜ਼ ਝੁੱਗੀ ਦੀ ਹਨੇਰੀ ਚੁੱਪ 'ਚ ਭੇਤ ਭਰੀ ਗੂੰਜ ਪੈਦਾ ਕਰਦੀ ਰਹੀ। ਬਸੰਤੀ ਖੜੀ ਹੋ ਗਈ। ਉਹਦੇ ਕੋਲ ਝੁੱਗੀ ਦੀ ਕੰਧ ਨਾਲ ਟੰਗੀ ਕਟਾਰ ਸੀ। ਉਹਨੇ ਖਿੱਚ ਕੇ ਬਾਹਰ ਕੱਢ ਲਈ। ਪਹਿਲਾਂ ਤਾਂ ਮੁੰਸ਼ੀ ਨੇ ਉਸ ਵੱਲ ਧਿਆਨ ਨਾ ਕੀਤਾ। ਕਾਮ ਤੇ ਸ਼ਰਾਬ ਨੇ ਉਹਨੂੰ ਅੰਨਾ ਕੀਤਾ ਹੋਇਆ ਸੀ। ਪਰ ਜਦ ਪਲ ਕੁ ਲੰਘ ਗਿਆ ਤੇ ਬਸੰਤੀ ਫੂੜੀ ਉੱਤੇ ਨਾ ਲੇਟੀ, ਉਹਨੇ ਉਸ ਵੱਲ ਤੱਕਿਆ। ਡਰ ਨਾਲ ਉਹ ਦਹਿਲ ਗਿਆ ਤੇ ਉਹਦਾ ਸਰੀਰ ਥਰ ਥਰ ਕੰਬਣ ਲੱਗਾ। ਫਿਰ ਉਹਨੇ ਆਪਣਾ ਸਿਰ ਗੋਡਿਆਂ 'ਚ ਦੇ ਲਿਆ ਤੇ ਜਿਵੇਂ ਉਹ ਕੁਝ ਨਾ ਵੇਖ ਰਿਹਾ ਹੋਵੇ, ਕੁਝ ਨਾ ਵੇਖਣਾ ਚਾਹੁੰਦਾ ਹੋਵੇ। ਬਸੰਤੀ ਦੀਆਂ ਅੱਖਾਂ 'ਚ ਗੁੱਸੇ ਦੀ ਜਵਾਲਾ ਭੜਕ ਰਹੀ ਸੀ। ਉਹਦਾ ਸਰੀਰ ਤਣਿਆ ਹੋਇਆ ਸੀ। ਵਾਲ ਖਿੰਡੇ ਹੋਏ ਹਵਾ 'ਚ ਉੱਡ ਰਹੇ ਸਨ। ਇੱਕ ਹੱਥ 'ਚ ਕਟਾਰ ਸੀ, ਦੂਜੇ ਦੀਆਂ ਉਂਗਲਾਂ ਭਾਵਾਂ ਦੀ ਤੀਖਣਤਾ ਕਾਰਨ ਖੁੱਲੀਆਂ ਸਨ। ਬਿਜਲੀ ਦੇ ਲਿਸ਼ਕਾਰ 'ਚ ਉਹਦਾ ਨੰਗਾ ਸਰੀਰ ਚਮਕ ਉੱਠਿਆ। ਉਹਦੇ ਚਿਹਰੇ ਦੀ ਉਦਾਸੀ, ਉਹਦੀਆਂ ਅੱਖਾਂ 'ਚ ਕ੍ਰੋਧ, ਉਹਦੇ ਸਰੀਰ ਦੀ ਨਿਰਬਲਤਾ, ਸਭ ਨੇ ਮਿਲ ਕੇ ਉਸ ਉੱਪਰ ਦ੍ਰਿੜਤਾ ਦਾ ਪ੍ਰਭਾਵ ਲਿਆਂਦਾ। ਫਿਰ ਬਸੰਤੀ ਨੇ ਇੱਕੋ ਵਾਰ ਕਟਾਰ ਉਗਰੀ ਤੇ ਆਪਣੀਆਂ ਛਾਤੀਆਂ ਕੱਟ ਦਿੱਤੀਆਂ। ਵਿੱਚੋਂ ਲਹੂ ਟੱਪ ਟੱਪ ਕਰਦਾ ਮੁੰਸ਼ੀ ਦੇ ਸਿਰ ਤੇ, ਉਹਦੇ ਮੋਢਿਆਂ ਤੇ, ਉਹਦੇ ਮਨ ਤੇ ਡਿੱਗਣ ਲੱਗਾ। ਅੰਕ ਤੀਜਾ, ਦ੍ਰਿਸ਼ ਪਹਿਲਾ। ਕੁੱਲੂ ਦੇ ਨੇੜੇ ਇੱਕ ਸਥਾਨ ਨਗਰ ਕਲਾਕਾਰ ਦਾ ਸਟੂਡੀਓ। ਹਰ ਪਾਸੇ ਕੰਧਾਂ ਨਾਲ ਚਿੱਤਰ ਲਟਕੇ ਹੋਏ। ਕਈ ਹਾਲੇ ਜ਼ਮੀਨ ਤੇ ਦੀਵਾਰਾਂ ਦੀ ਟੇਕ ਨਾਲ ਖੜੇ ਕੀਤੇ ਹੋਏ ਹਨ। ਇਹਨਾਂ ਵਿੱਚ ਪਹਾੜਾਂ ਦੀਆਂ ਚੋਟੀਆਂ ਉੱਤੇ ਡੁੱਬਦਾ ਸੂਰਜ, ਬਰਫ਼ ਦੇ ਤੇਜ਼ ਤੂਫਾਨ, ਅੱਖਾਂ ਨੂੰ ਚੰਧਿਆਉਣ ਵਾਲੀਆਂ ਚਿੱਟੀਆਂ ਦੁੱਧ ਬਰਫਾਨੀ ਘਾਟੀਆਂ, ਘੋਰ ਬੱਦਲਾਂ ਨਾਲ ਅਟਕਿਆ ਆਕਾਸ਼ ਜਿਹਦੇ ਕਿਸੇ ਕੋਨੇ 'ਚ ਸੋਨੇ ਦੀਆਂ ਪਹਾੜੀਆਂ ਆਪਣੇ ਵੱਲ ਧੂ ਪਾਉਂਦੀਆਂ ਹਨ। ਕੁਦਰਤ ਦੇ ਅਨੇਕ ਦ੍ਰਿਸ਼ ਇਹਨਾਂ ਦੇ ਵਿਸ਼ੇ ਹਨ। ਕਿਧਰੇ ਕਿਧਰੇ ਪਹਾੜੀ ਵਸਨੀਕਾਂ ਦੇ ਚਿੱਤਰ ਹਨ, ਉਹਨਾਂ ਦੀ ਦ੍ਰਿਦਰ ਧਰੀ ਜ਼ਿੰਦਗੀ ਦੇ ਯਥਾਰਥਕ ਰੂਪ। ਇੰਜ ਪਤਾ ਲੱਗਦਾ ਹੈ ਕਿ ਕਲਾਕਾਰ ਪਹਾੜਾਂ ਦਾ ਚਿਤੇਰਾ ਹੈ। ਪਹਾੜਾਂ ਦਾ ਦਰਵਾਜ਼ਾ ਖੁੱਲ੍ਹਿਆ, ਚਿੱਤਰਕਾਰ ਅੰਦਰ ਆਇਆ। ਉਹਦੀ ਠੋਡੀ ਤੇ ਛੋਟੀ ਜਿਹੀ ਫ੍ਰੈਂਚ ਕੱਟ ਭੂਰੀ ਦਾੜੀ ਸੀ। ਆ ਕੇ ਉਹ ਕੈਨਵਸ ਅੱਗੇ ਬਹਿ ਗਿਆ। ਉਹਦਾ ਚਿਹਰਾ ਘੋਰ ਉਦਾਸੀ ਦੀ ਇੱਕ ਤਸਵੀਰ ਸੀ। ਇੰਜ ਲੱਗਦਾ ਸੀ ਜਿਵੇਂ ਉਹ ਕਈ ਰਾਤਾਂ ਨਹੀਂ ਸੁੱਤਾ ਤੇ ਕਿਸੇ ਨਿਰਾਸ਼ਾ ਨੇ ਉਹਨੂੰ ਡੰਗ ਲਿਆ ਹੋਇਆ ਹੈ। ਉਹ ਕਾਲੀ ਕਾਲੀ ਬੁਰਸ਼ ਫੇਰਨ ਲੱਗਾ। ਤਸਵੀਰ ਉਗੜਨ ਲੱਗੀ। ਬੁਰਸ਼ ਛੇਤੀ ਛੇਤੀ ਨੱਚਦਾ, ਕੈਨਵਸ ਉੱਤੇ ਲਕੀਰਾਂ ਵਾਹੁੰਦਾ ਜਾਂਦਾ। ਨਿਰਾਸ਼ਾ ਤੇ ਉਦਾਸੀ ਉਹਦੀਆਂ ਆਪਣੀਆਂ ਅੱਖਾਂ 'ਚੋਂ ਨਿਕਲ ਕੇ ਚਿੱਤਰ ਉੱਤੇ ਉਤਰਦੀ ਮਜ਼ਦੂਰ ਔਰਤ ਤੇ ਉਹਦੇ ਸਾਰੇ ਮਾਹੌਲ ਤੇ ਫੈਲਦੀ ਗਈ, ਜੋ ਸੜਕ ਦੇ ਕੰਢੇ ਝਰਨੇ ਦੇ ਕੋਲ ਬੈਠੀ ਸੀ। ਵਿਚਾਰੇਪਨ ਤੇ ਗਰੀਬੀ ਦਾ ਪ੍ਰਭਾਵ ਉਹਦੇ ਬੱਚੇ ਦੇ ਅੰਗਾਂ 'ਚ ਛਾ ਗਿਆ, ਜੋ ਆਪਣੀ ਮਾਂ ਕੋਲ ਸਭ ਕਾਸੇ ਤੋਂ ਬੇਖਬਰ ਇੱਕ ਇੱਕ ਜੰਗਲੀ ਫੁੱਲ ਹੱਥ 'ਚ ਲੈ ਕੇ ਬੈਠਾ ਸੀ। 2-3 ਘੰਟੇ ਲਾ ਕੇ ਚਿੱਤਰਕਾਰ ਨੇ ਤਸਵੀਰ ਪੂਰੀ ਕੀਤੀ ਤੇ ਉੱਠ ਖੜਾ ਆਇਆ। ਉਹ ਚਿੱਤਰ ਵੱਲ ਵੇਖੀ ਜਾ ਰਿਹਾ ਸੀ। ਕਦੇ ਕਦੇ ਆਪਣੀਆਂ ਉਂਗਲਾਂ ਨੂੰ ਦਬਾਉਂਦਾ ਤੇ ਵਿੱਚੋਂ ਕੜਵੱਲ ਕੱਢਦਾ। ਕਿਸੇ ਕਿਸੇ ਵੇਲੇ ਮੋਢਿਆਂ ਨੂੰ ਘੁੱਟਦਾ। ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਦੇ ਸਰੀਰ ਉੱਤੋਂ ਸਾਰਾ ਭਾਰ ਉਤਰ ਗਿਆ। ਫਿਰ ਉਹ ਹੌਲਾ ਫੁੱਲ ਹੋ ਗਿਆ। ਉਹਨੇ ਪਾਈਪ ਫਿਰ ਸੁਲਗਾਈ ਤੇ ਚਿੱਤਰ ਵੱਲ ਮੂੰਹ ਭਰੀਆਂ ਅੱਖਾਂ ਨਾਲ ਤੱਕਣ ਲੱਗਾ। ਇੰਨੇ 'ਚ ਉਹਦਾ ਨੌਕਰ ਉਸ ਲਈ ਕਾਫੀ ਦਾ ਤੀਜਾ ਪਿਆਲਾ ਲੈ ਆਇਆ। ਉਹ ਸਿਪ ਕਰਨ ਲਈ ਬਹਿ ਗਿਆ। ਉਹਦੀਆਂ ਨਜ਼ਰਾਂ 'ਚ ਕਿਸੇ ਅਸੀਮ ਦੂਰੀ ਦਾ ਪ੍ਰਭਾਵ ਪਸਰ ਗਿਆ। ਦ੍ਰਿਸ਼ ਦੂਜਾ ਤੇ ਕਲੋਜ਼-ਅਪ। ਉਸੇ ਚਿੱਤਰਕਾਰ ਦਾ ਸਟੂਡੀਓ। ਕੁਝ ਦਿਨਾਂ ਬਾਅਦ ਅੱਜ ਚਿੱਤਰਕਾਰ ਸਟੂਡੀਓ 'ਚ ਦਾਖਲ ਹੋਇਆ ਤਾਂ ਉਹ ਹੌਂਕਦਾ ਪਿਆ ਸੀ। ਉਹਦੇ ਚਿਹਰੇ ਉੱਤੇ ਬੜੇ ਕਰੂਰ ਭਾਵ ਸਨ। ਉਹਦੀਆਂ ਅੱਖਾਂ 'ਚ ਕਿਰਨਾਂ ਸੀ, ਪਰ ਨਾਲ ਹੀ ਪ੍ਰਸ਼ੰਸਾ ਦੇ ਭਾਵ ਵੀ ਸਨ। ਉਹਦੇ ਸਰੀਰ ਦੇ ਸਾਰੇ ਲੂੰ ਕੰਡੇ ਖੜੇ ਸਨ। ਉਹ ਸਟੂਡੀਓ 'ਚ ਕਾਹਲੀ ਕਾਹਲੀ ਫਿਰਨ ਲੱਗਾ। ਜਦ ਫੇਰ ਵੀ ਉਹਦੇ ਅੰਦਰ ਹੋ ਰਹੇ ਘੋਲ ਵਿੱਚ ਕੁਝ ਠਰਮਾ ਨਾ ਆਇਆ ਤਾਂ ਉਹਨੇ ਪਾਈਪ ਨਵੇਂ ਸਿਰਿਓਂ ਸੁਲਗਾ ਲਈ। ਫਿਰ ਉਹ ਅੱਧ ਬਣੇ ਕੈਨਵਸ ਅੱਗੇ ਬਹਿ ਗਿਆ। ਉਹਦੀਆਂ ਉਂਗਲਾਂ 'ਚ ਬੁਰਸ਼ ਨੱਚਣ ਲੱਗੇ। ਘੜੀ ਮੁੜੀ ਪੈਲੇਟ ਤੇ ਜਾਂਦੇ, ਰੰਗ ਭਰਦੇ, ਚਿੱਤਰ ਉੱਤੇ ਉਲੀਕ ਦਿੰਦੇ। ਤਦ ਹੀ ਕੈਨਵਸ ਉੱਤੇ ਇੱਕ ਨੰਗੀ ਇਸਤਰੀ ਉਭਰੀ। ਉਹਦੇ ਹੱਥ 'ਚ ਕਟਾਰ ਸੀ। ਸਾਹਮਣੇ ਗੋਡਿਆਂ 'ਚ ਮੂੰਹ ਦੇ ਕੇ ਇੱਕ ਨੰਗਾ ਮਰਦ ਬੈਠਾ ਸੀ। ਚਿੱਤਰਕਾਰ ਨੇ ਆਖਰੀ ਬੁਰਸ਼ ਛੋਹ ਲਾਈ। ਇਸਤਰੀ ਦੀ ਛਾਤੀ ਵਿੱਚੋਂ ਲਹੂ ਦੇ ਟੇਪੇ ਮਰਦ ਉੱਪਰ ਡਿੱਗਣ ਲੱਗੇ। ਚਿੱਤਰਕਾਰ ਉੱਠ ਬੈਠਾ ਤੇ ਇਸਤਰੀ ਦੇ ਪੀੜ ਪਰੁੱਚੇ ਚਿਹਰੇ ਵੱਲ ਤੱਕਣ ਲੱਗ ਪਿਆ। ਫਿਰ ਬਹਿ ਗਿਆ ਤੇ ਚਿੱਤਰ ਦੇ ਹੇਠਾਂ ਲਿਖ ਦਿੱਤਾ, ਜਿੱਤ। ਉਹਨੇ ਆਪਣੇ ਛੋਟੇ ਛੋਟੇ ਵਾਲਾਂ 'ਚ ਸੱਜੇ ਹੱਥ ਦੀਆਂ ਉਂਗਲੀਆਂ ਫੇਰੀਆਂ। ਹੁਣ ਜਿਵੇਂ ਉਹਨੂੰ ਸੁੱਖ ਦਾ ਸਾਹ ਆ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਮਰਦਾ ਹੋਇਆ ਦਿਲ।
ਕਹਾਣੀਕਾਰ ਡਾਕਟਰ ਮਹੀਪ ਸਿੰਘ। ਉਹ ਜਦੋਂ ਘਰੋਂ ਤੁਰਨ ਲੱਗਾ ਤਾਂ ਉਹਦੀ ਵਹੁਟੀ ਨੇ ਉਹਨੂੰ ਰੋਕਿਆ। ਵੱਡੀ ਕੁੜੀ ਆਪਣੀ ਨੌਕਰੀ 'ਤੇ ਨਹੀਂ ਗਈ ਸੀ। ਉਹਨੂੰ ਪਤਾ ਸੀ ਕਿ ਅੱਜ ਉਹਦੀ ਗੈਰ ਹਾਜ਼ਰੀ ਤੋਂ ਉਹਦਾ ਅਫਸਰ ਬੜਾ ਖਿਜੇਗਾ। ਉਂਝ ਹੀ ਉਹਨੂੰ ਸੁਣਾ ਸੁਣਾ ਕੇ ਸਿੱਖਾਂ ਬਾਰੇ ਲਤੀਫੇ ਸਾਰੇ ਸੈਕਸ਼ਨ 'ਚ ਬਖਾਨਦਾ ਰਹਿੰਦਾ ਹੈ, ਜਿਹਨੂੰ ਉਹ ਸਿਰ ਨੀਵਾਂ ਕਰਕੇ ਲਹੂ ਦੇ ਘੁੱਟ ਵਾਂਗ ਪੀਂਦੀ ਰਹਿੰਦੀ ਹੈ। ਪਰ ਕੱਲ੍ਹ ਸ਼ਾਮ ਤੋਂ ਹੀ ਦਿੱਲੀ 'ਚ ਕੁਝ ਗੜਬੜ ਸ਼ੁਰੂ ਹੋ ਗਈ ਸੀ। ਮੈਡੀਕਲ ਇੰਸਟੀਚਿਊਟ 'ਚੋਂ ਨਿਕਲੀ ਹੋਈ ਭੀੜ ਨੇ ਕਿੰਨੀਆਂ ਹੀ ਟੈਕਸੀਆਂ ਨੂੰ ਅੱਗ ਲਗਾ ਦਿੱਤੀ ਸੀ। ਸਕੂਟਰ 'ਤੇ ਜਾਂਦੇ ਹੋਏ ਕੁਝ ਸਿੱਖਾਂ ਨੂੰ ਧਰੂ ਕੇ ਲਾਹ ਲਿਆ ਗਿਆ ਸੀ। ਉਹਨਾਂ ਨੂੰ ਮਾਰਿਆ ਗਿਆ ਸੀ ਅਤੇ ਉਹਨਾਂ ਦੇ ਸਕੂਟਰਾਂ ਨੂੰ ਅੱਗ ਲਾ ਦਿੱਤੀ ਗਈ ਸੀ। ਜਦੋਂ ਉਹਦੀ ਮਾਂ ਨੇ ਉਹਨੂੰ ਅੱਜ ਦਫ਼ਤਰ ਜਾਣ ਤੋਂ ਵਰਜਿਆ ਤਾਂ ਉਹ ਸਹਿਜੇ ਹੀ ਮੰਨ ਗਈ ਸੀ। ਕਾਲਜ ਬੰਦ ਹੋਣ ਕਰਕੇ ਨਿੱਕੀਆਂ ਦੋਵੇਂ ਭੈਣਾਂ ਘਰੇ ਹੀ ਸਨ, ਪਰ ਉਹ ਪਗੜੀ ਬੰਨ੍ਹ ਕੇ ਤਿਆਰ ਹੋ ਗਿਆ ਸੀ। ਜਸਜੀਤ ਬੋਲੀ, ਦਾਰ ਜੀ ਅੱਜ ਕਿਤੇ ਨਾ ਜਾਓ, ਬਾਜ਼ਾਰ ਤਾਂ ਉਂਝ ਹੀ ਬੰਦ ਹੋ ਗਿਆ। ਦਿਨ ਠੀਕ ਲੰਘ ਗਿਆ ਤਾਂ ਸ਼ਾਮੀ ਸਾਰੇ ਇਕੱਠੇ ਗੁਰਦੁਆਰੇ ਚੱਲਾਂਗੇ। ਤੂੰ ਝੱਲੀ ਏ, ਹਰਨਾਮ ਸਿੰਘ ਨੇ ਜੁੱਤੀ ਪਾਉਂਦੇ ਹੋਏ ਕਿਹਾ। ਅਜਿਹੇ ਮਾਮਲਿਆਂ 'ਚ ਲੋਕਾਂ ਦਾ ਗੁੱਸਾ ਫੌਰੀ ਕਿਸਮ ਦਾ ਹੁੰਦਾ ਹੈ। ਫਿਰ ਭਲਾ ਲੋਕਾਂ ਮੈਨੂੰ ਕੀ ਕਹਿਣਾ, ਜਿਹਦਾ ਕਿਸੇ ਚੀਜ਼ ਨਾਲ ਕਦੇ ਕੋਈ ਵਾਸਤਾ ਨਹੀਂ ਰਿਹਾ। ਮੈਂ ਕਿਤੇ ਹੋਰ ਨਹੀਂ ਜਾਣ ਲੱਗਾ, ਬਸ ਸੀਸਗੰਜ ਸਾਹਿਬ ਮੱਥਾ ਟੇਕ ਕੇ ਮੁੜ ਆਵਾਂਗਾ। ਜਸਜੀਤ ਚੁੱਪ ਹੋ ਗਈ। ਹਰ ਗੱਲ 'ਚ ਮੀਨ ਮੇਕ ਕੱਢਣ ਵਾਲੀ ਉਹਦੀ ਮਾਂ ਵੀ ਕੁਝ ਨਹੀਂ ਬੋਲੀ। ਉਹਨੂੰ ਆਪਣੇ ਪਤੀ ਦੀ ਆਦਤ ਦਾ ਪਤਾ ਹੈ। ਦਿੱਲੀ 'ਚ ਰਹਿੰਦੇ 102 ਡਿਗਰੀ ਬੁਖਾਰ ਵੀ ਉਹਨੂੰ ਸੀਸਗੰਜ ਗੁਰਦੁਆਰੇ ਜਾਣ ਤੋਂ ਨਹੀਂ ਬਚ ਸਕਦਾ। ਹਰਨਾਮ ਸਿੰਘ ਕੰਮ ਕਾਜ ਵਾਲੇ ਦਿਨਾਂ 'ਚ ਦਾੜੀ ਬੰਨ੍ਹ ਕੇ ਰੱਖਦਾ ਸੀ, ਪਰ ਛੁੱਟੀ ਵਾਲੇ ਦਿਨ ਉਹ ਖੁੱਲ੍ਹੀ ਛੱਡ ਦਿੰਦਾ ਸੀ। ਉਹਦੀ ਉਮਰ ਤਾਂ 51-52 ਸਾਲ ਹੀ ਸੀ, ਪਰ ਵਾਲ ਖਾਸੇ ਚਿੱਟੇ ਹੋ ਗਏ ਸੀ। ਹੁਣ ਉਹਨੇ ਖਿਜ਼ਾਬ ਲਗਾਉਣਾ ਵੀ ਬੰਦ ਕਰਤਾ ਸੀ, ਇਸ ਲਈ ਖੁੱਲ੍ਹੀ ਦਾੜੀ 'ਚ ਉਹਦੀ ਉਮਰ 60 ਤੋਂ ਉੱਤੇ ਲੱਗਦੀ ਸੀ। ਸਵੇਰ ਦੇ 7 ਵਜੇ ਸਨ। ਹਵਾ 'ਚ ਹੌਲੀ ਹੌਲੀ ਠੰਡ ਮਹਿਸੂਸ ਹੋਣ ਲੱਗ ਪਈ ਸੀ। ਉਹ ਘਰੋਂ ਬਾਹਰ ਆਇਆ ਤਾਂ ਉਹਨੇ ਵੇਖਿਆ ਸਾਹਮਣੇ ਮਲਹੋਤਰਾ ਜੀ ਨਾਲ 2-3 ਬੰਦੇ ਖੜੇ ਗੱਲਾਂ ਕਰ ਰਹੇ ਸੀ। ਅੱਜ ਦਾ ਅਖਬਾਰ ਉਹਨਾਂ ਦੇ ਹੱਥ 'ਚ ਸੀ, ਜਿਸ 'ਚ ਛਪੀ ਇੰਦਰਾ ਗਾਂਧੀ ਦੀ ਤਸਵੀਰ ਦਾ ਇੱਕ ਹਿੱਸਾ ਉਹਨੂੰ ਨਜ਼ਰ ਆਇਆ। ਉਹਨੇ ਮਲਹੋਤਰਾ ਜੀ ਨੂੰ ਨਮਸਤੇ ਕੀਤੀ। ਇਸ ਗਲੀ ਦੇ ਸਾਰੇ ਲੋਕੀ ਇੱਕ ਦੂਜੇ ਦੇ ਸਾਹਮਣੇ ਆ ਜਾਣ 'ਤੇ ਨਮਸਤੇ ਜਾਂ ਸਤਿ ਸ਼੍ਰੀ ਅਕਾਲ ਕਹਿੰਦੇ ਸੀ, ਪਰ ਅੱਜ ਮਲਹੋਤਰਾ ਜੀ ਨੇ ਬੜੇ ਬੇਰੁੱਖੇ ਢੰਗ ਨਾਲ ਆਪਣਾ ਸਿਰ ਹਿਲਾ ਦਿੱਤਾ। ਉਹਨਾਂ ਨਾਲ ਖਲੋਤੇ ਬੰਦੇ ਉਹਨੂੰ ਬੜਾ ਘੂਰ ਕੇ ਵੇਖਣ ਲੱਗ ਗਏ। 19ਵੀਂ ਪਾਈ ਅੱਗੇ ਵੱਧ ਗਿਆ। ਉਹਨੂੰ ਜਾਪ ਰਿਹਾ ਸੀ ਕਿ ਮਲਹੋਤਰਾ ਜੀ ਤੇ ਉਹਨਾਂ ਨਾਲ ਖੜੇ ਲੋਕਾਂ ਦੀਆਂ ਘੂਰਦੀਆਂ ਅੱਖਾਂ ਉਹਦੇ ਪਿੱਛੇ ਪਿੱਛੇ ਆ ਰਹੀਆਂ ਹਨ। ਉਹਨੇ ਮੁੜ ਕੇ ਵੇਖਿਆ, ਉਹ ਬੰਦੇ ਉੱਥੇ ਹੀ ਖੜੇ ਸਨ। ਫਿਰ ਉਹਨੂੰ ਜਾਪਿਆ ਹਰ ਘਰ ਦੇ ਬਾਹਰ 2-2, 4-4 ਲੋਕੀ ਖੜੇ ਖੜੇ ਗੱਲਾਂ ਕਰ ਰਹੇ ਸਨ। ਉਹਨੂੰ ਇਹ ਵੀ ਜਾਪਿਆ ਕਿ ਸਾਰੇ ਬੰਦੇ ਉਹਨੂੰ ਵੇਖ ਰਹੇ ਸਨ ਤੇ ਉਸੇ ਬਾਰੇ ਗੱਲਾਂ ਕਰ ਰਹੇ ਸਨ। ਬੱਸ ਸਟਾਪ 'ਤੇ ਪੁੱਜਦੇ ਪੁੱਜਦੇ ਉਹਨੂੰ ਜਾਪਿਆ ਜਿਵੇਂ ਘੂਰਦੀਆਂ ਅੱਖਾਂ ਦਾ ਇੱਕ ਵੱਡਾ ਹਜੂਮ ਉਹਦੇ ਪਿੱਛੇ ਪਿੱਛੇ ਤੁਰੀ ਆ ਰਿਹਾ ਹੈ। ਉਹਨੇ ਕਈ ਵਾਰ ਪਿੱਛੇ ਮੁੜ ਕੇ ਵੇਖਿਆ। ਉਹਨੇ ਇੱਕੇ ਦੁੱਕੇ ਬੰਦੇ ਹੀ ਨਜ਼ਰ ਆਏ, ਪਰ ਉਹਨੂੰ ਜਾਪ ਰਿਹਾ ਸੀ ਜਿਵੇਂ ਇੱਕ ਭੀੜ ਲਗਾਤਾਰ ਉਹਦਾ ਪਿੱਛਾ ਕਰ ਰਹੀ ਹੈ। ਉਹਨੂੰ ਕੁਝ ਡਰ ਮਹਿਸੂਸ ਹੋਇਆ, ਜਿਵੇਂ ਕੋਈ ਚੀਜ਼ ਹਿੱਕ ਤੋਂ ਉਤਰਦੀ ਹੋਈ ਪੈਰਾਂ ਦੇ ਗਿੱਟਿਆਂ ਤੱਕ ਪੁੱਜ ਗਈ ਹੈ। ਉਹ ਹੌਲੀ ਹੌਲੀ ਬੁਦਬੁਦਾਉਣ ਲੱਗਾ, ਵਾਹਿਗੁਰੂ ਵਾਹਿਗੁਰੂ। ਬੱਸ ਸਟਾਪ 'ਤੇ ਕੋਈ ਖਾਸ ਭੀੜ ਨਹੀਂ ਸੀ। ਸਬਜ਼ੀਆਂ ਵੇਚਣ ਵਾਲੇ 3-4 ਲੋਕੀ ਆਪਣੇ ਭਰੇ ਹੋਏ ਟੋਕਰੇ ਲਈ ਉੱਥੇ ਖੜੇ ਸਨ। ਸਾਹਮਣੇ ਮਿਲਕ ਬੂਥ ਸੀ, ਉੱਥੋਂ ਦੁੱਧ ਲੈਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਉਸ ਭੀੜ 'ਚ ਉਹਨੂੰ ਕੁਝ ਸਿੱਖ ਵੀ ਨਜ਼ਰ ਆਏ। ਉਹ ਲਾਲ ਕਿਲ੍ਹੇ ਜਾਣ ਵਾਲੀ ਬੱਸ 'ਤੇ ਚੜ੍ਹ ਗਿਆ। ਸਬਜ਼ੀ ਵਾਲਿਆਂ ਨੇ ਆਪਣੇ ਟੋਕਰੇ ਵੀ ਉਸੇ ਤਰ੍ਹਾਂ ਚੜ੍ਹਾ ਲਏ। ਉਹਦੀ ਇੱਕ ਨਜ਼ਰ ਬੱਸ ਦੀਆਂ ਸਵਾਰੀਆਂ 'ਤੇ ਪਈ। ਉਹਨਾਂ 'ਚ ਉਹਨੂੰ ਇੱਕ ਪਗੜੀ ਵੀ ਨਜ਼ਰ ਨਹੀਂ ਆਈ। ਸਲਵਾਰ ਕਮੀਜ਼ ਪਾਈ 2-3 ਔਰਤਾਂ ਬੈਠੀਆਂ ਸਨ। ਇਸ ਬੱਸ 'ਚ ਉਹਨੇ ਕਿੰਨੀ ਵਾਰ ਸਫ਼ਰ ਕੀਤਾ ਸੀ। ਅੱਜ ਉਹਨੂੰ ਮਹਿਸੂਸ ਹੋਇਆ ਕਿ ਕਾਫੀ ਸਿੱਖ ਇਸ ਤੋਂ ਸਫ਼ਰ ਕਰਦੇ ਸਨ। ਅੱਜ ਉਹਨੂੰ ਆਪਣੇ ਸਿਵਾ ਸਿਰਫ ਇੱਕ ਹੋਰ ਸਿੱਖ ਬੱਸ 'ਚ ਨਜ਼ਰ ਆ ਰਿਹਾ ਸੀ। ਉਹ ਮਸਾਂ 15-16 ਵਰ੍ਹਿਆਂ ਦਾ ਮੁੰਡਾ ਸੀ। ਪਗੜੀ ਦੀ ਥਾਂ ਉਹਨੇ ਪਟਕਾ ਬੰਨ੍ਹਿਆ ਸੀ। ਹਰਨਾਮ ਸਿੰਘ ਸੋਚਣ ਲੱਗਾ, ਪਤਾ ਨਹੀਂ ਇਹ ਮੁੰਡਾ ਅੱਜ ਘਰੋਂ ਬਾਹਰ ਕਿਉਂ ਆਇਆ, ਇਹਦੇ ਮਾਂ ਪਿਓ ਨੇ ਉਹਨੂੰ ਰੋਕਿਆ ਕਿਉਂ ਨਹੀਂ। ਮਾਲ ਰੋਡ ਦਾ ਚੱਕਰ ਕੱਢਦੀ ਹੋਈ ਬੱਸ ਕਸ਼ਮੀਰੀ ਗੇਟ 'ਚ ਆ ਗਈ। ਉਹ ਬੱਸ ਸਟਾਪ 'ਤੇ ਉਹਨੂੰ ਵਧੇਰੀ ਭੀੜ ਨਜ਼ਰ ਆਈ। ਉਹਨੂੰ ਜਾਪਿਆ ਉੱਥੇ ਬੱਸ 'ਚ ਚੜ੍ਹਨ ਵਾਲੀਆਂ ਸਵਾਰੀਆਂ ਘੱਟ ਸਨ, ਪਰ ਗੁੱਟਾਂ 'ਚ ਖੜੇ ਲੋਕ ਅਖਬਾਰ ਪੜ੍ਹਦੇ ਹੋਏ ਆਪਸ ਵਿੱਚ ਉੱਚੀਆਂ ਉੱਚੀਆਂ ਗੱਲਾਂ ਕਰ ਰਹੇ ਸਨ। ਉਹਨੂੰ ਇਹ ਵੀ ਭਾਸਿਆ ਕਿ ਕੁਝ ਲੋਕੀ ਉਸ ਵੱਲ ਇਸ਼ਾਰਾ ਕਰ ਰਹੇ ਹਨ। ਉਹਨੇ ਸੋਚਿਆ ਛੇਤੀ ਮੱਥਾ ਟੇਕ ਕੇ ਉਹ ਘਰ ਵਾਪਸ ਮੁੜ ਆਏਗਾ। ਆਪਣੀ ਵਹੁਟੀ ਤੇ 3 ਕੁੜੀਆਂ ਦੇ ਚਿਹਰੇ ਉਸ ਅੱਗੇ ਫਿਰਨ ਲੱਗ ਪਏ। ਲਾਲ ਕਿਲ੍ਹੇ ਦੇ ਬੱਸ ਸਟਾਪ 'ਤੇ ਉਤਰਦੇ ਹੋਏ ਉਸ ਵੇਖਿਆ ਕਿ ਉਹ ਸਿੱਖ ਮੁੰਡਾ ਉਸੇ ਤਰ੍ਹਾਂ ਬੈਠਿਆ ਇੱਧਰ ਉੱਧਰ ਵੇਖ ਰਿਹਾ ਸੀ। ਉਹਦੇ ਮਨ 'ਚ ਆਇਆ ਕਿ ਉਸ ਮੁੰਡੇ ਤੋਂ ਪੁੱਛੇ ਕਿ ਤੂੰ ਕਿੱਥੇ ਜਾ ਰਿਹਾ ਹੈ, ਜਾ ਘਰ ਵਾਪਸ ਮੁੜ ਜਾ, ਅੱਜ ਦਾ ਦਿਨ ਚੰਗਾ ਨਹੀਂ। ਪਰ ਇਹ ਸੋਚਦੇ ਸੋਚਦੇ ਉਹ ਬੱਸ ਤੋਂ ਉਤਰ ਚੁੱਕਿਆ ਸੀ ਤੇ ਬੱਸ ਅੱਗੇ ਵੱਧ ਗਈ ਸੀ।
ਚਾਂਦਨੀ ਚੌਕ ਜਾਣ ਲਈ ਸੜਕ ਪਾਰ ਕਰਦੇ ਹੋਏ ਉਹਨੇ ਵੇਖਿਆ ਕਿ ਨਿੱਕੇ ਨਿੱਕੇ ਗੁੱਟਾਂ 'ਚ ਵੰਡੇ ਹੋਏ ਲੋਕੀ ਆਪਸ 'ਚ ਗੱਲਾਂ ਕਰ ਰਹੇ ਹਨ। ਉਹਨਾਂ ਗੁੱਟਾਂ 'ਚ ਇੱਕੇ ਦੁੱਕੇ ਸਿੱਖ ਵੀ ਨਜ਼ਰ ਆ ਰਹੇ ਹਨ। ਉਹਦਾ ਹੌਸਲਾ ਵਧਿਆ। ਉਹਨੇ ਸੋਚਿਆ ਵਾਤਾਵਰਨ 'ਚ ਕੁਝ ਤਣਾਅ ਤੇ ਹਲਚਲ ਤਾਂ ਹੈ, ਪਰ ਅਜਿਹੀ ਕੋਈ ਖਾਸ ਗੱਲ ਨਹੀਂ। ਕੁਝ ਗੜਬੜੀ ਹੋਈ ਤਾਂ ਕਰਫਿਊ ਲੱਗ ਜਾਏਗਾ, ਪੁਲਿਸ ਸਭ ਸੰਭਾਲ ਲਏਗੀ। ਪੁਲਿਸ ਦਾ ਖਿਆਲ ਆਉਂਦੀ ਉਹਦੇ ਧਿਆਨ 'ਚ ਇੱਕ ਗੱਲ ਆਈ, ਪੁਲਿਸ ਕਿੱਥੇ ਹੈ? ਉਹਨੇ ਇੱਧਰ ਉੱਧਰ ਵੇਖਿਆ, ਉਹਨੂੰ ਪੁਲਿਸ ਦਾ ਕੋਈ ਸਿਪਾਹੀ ਨਜ਼ਰ ਨਾ ਪਿਆ। ਫਿਰ ਉਹਨੂੰ ਖਿਆਲ ਆਇਆ, ਜਦੋਂ ਦਾ ਘਰੋਂ ਤੁਰਿਆ ਸੀ ਉਹਨੇ ਕਿਤੇ ਕੋਈ ਸਿਪਾਹੀ ਨਹੀਂ ਵੇਖਿਆ। ਕਿੱਥੇ ਗਏ ਸਾਰੇ ਪੁਲਿਸ ਵਾਲੇ? ਉਹਦੀ ਸਮਝ 'ਚ ਕੁਝ ਨਾ ਆਇਆ। ਉਹਦੀ ਤੋਰ ਤੇਜ਼ ਹੋ ਗਈ। ਗੁਰਦੁਆਰੇ ਪੁੱਜ ਕੇ ਪਹਿਲਾਂ ਉਹਨੇ ਬਾਹਰੋਂ ਹੱਥ ਜੋੜ ਕੇ ਸਿਰ ਝੁਕਾਇਆ, ਫਿਰ ਹੱਥ ਪੈਰ ਧੋ ਕੇ ਉਹ ਹਰ ਹਰ ਪੌੜੀ ਤੇ ਆਪਣਾ ਸੱਜਾ ਹੱਥ ਰੱਖ ਕੇ ਉਹਨੂੰ ਮੱਥੇ ਨਾਲ ਲਾਉਂਦਾ ਹੋਇਆ ਵੈਗਰੂ ਵੈਗਰੂ ਬੋਲਦਾ ਹੋਇਆ ਉੱਤੇ ਆਇਆ। ਜੇਬ 'ਚੋਂ 1 ਰੁਪਏ ਦਾ ਸਿੱਕਾ ਕੱਢ ਕੇ ਉਹਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਭਾਈ ਜੀ ਤੋਂ ਪ੍ਰਸ਼ਾਦ ਲਿਆ ਤੇ ਚੱਕਰ ਲਾ ਕੇ ਸਾਹਮਣੇ ਆ ਗਿਆ। ਰਾਗੀ ਜਥਾ ਕੀਰਤਨ ਕਰ ਰਿਹਾ ਸੀ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਉਹ ਬੈਠ ਗਿਆ। ਕੁਝ ਜਾਣੇ ਪਛਾਣੇ ਚਿਹਰੇ ਉਹਨੂੰ ਨਜ਼ਰ ਆਏ। ਉਹਨੂੰ ਜਾਪਿਆ ਅੱਜ ਸੰਗਤ ਬੜੀ ਘੱਟ ਹੈ। ਉਹ ਕੀਰਤਨ ਸੁਣਨ ਲੱਗ ਪਿਆ। ਰਾਗੀ ਜਥਾ ਗਾ ਰਿਹਾ ਸੀ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭੌ ਕਿਛ ਨਾਹੀਂ, ਜਮ ਨਹੀਂ ਆਵੈ ਨੇੜੇ। ਉਹ ਰਾਗੀਆਂ ਨਾਲ ਹਰ ਤੁਕ ਨੂੰ ਆਪਣੇ ਅੰਦਰ ਬੋਲ ਰਿਹਾ ਸੀ, ਤੇਰੇ ਸੇਵਕ ਕੋ ਭੌ ਕਿਛ ਨਾਹੀਂ, ਜਮ ਨਹੀਂ ਆਵੈ ਨੇੜੇ। ਪਰ ਅੱਜ ਉਹਦਾ ਮਨ ਕੀਰਤਨ ਸੁਣਨ 'ਚ ਨਹੀਂ ਲੱਗ ਰਿਹਾ ਸੀ। ਬਾਰ-ਬਾਰ ਉਹਨੂੰ ਆਪਣੀ ਘਰ ਦੀ ਗਲੀ, ਉੱਥੇ ਖੜੋਤੇ ਲੋਕ, ਉਹਨਾਂ ਦੀਆਂ ਨਜ਼ਰਾਂ, ਉਹਨਾਂ ਦੀਆਂ ਗੱਲਾਂ, ਫਿਰ ਆਪਣੀ ਪਤਨੀ ਗੁਰਬੰਸ ਕੌਰ ਤੇ ਧੀਆਂ ਜਸਜੀਤ, ਮਨਜੀਤ, ਗੁਰਪ੍ਰੀਤ ਦੇ ਘਬਰਾਏ ਤੇ ਸਹਿਮੇ ਚਿਹਰੇ ਯਾਦ ਆ ਰਹੇ ਸਨ। ਉਹਨੇ ਆਪਣਾ ਮਨ ਟਿਕਾਉਣ ਦਾ ਯਤਨ ਕੀਤਾ। ਰਾਗੀਆਂ ਦੇ ਸੁਰ ਨਾਲ ਆਪਣੇ ਆਪ ਨੂੰ ਬੰਨ੍ਹਿਆ, ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ। ਉਹਨੂੰ ਜਾਪਿਆ ਉਸ 'ਤੇ ਕੋਈ ਰੰਗ ਨਹੀਂ ਚੜ੍ਹ ਰਿਹਾ। ਉਹਨੇ ਮੱਥਾ ਟੇਕਿਆ ਤੇ ਬਾਹਰ ਆ ਗਿਆ। ਉਹਨੇ ਘੜੀ ਵੇਖੀ, 8 ਵੱਜ ਗਏ ਸਨ। ਘਰ ਵਾਪਸ ਮੁੜਨ ਲਈ ਉਹਦਾ ਮਨ ਕੁਰਬਲਾਉਣ ਲੱਗਾ। ਨੇੜੇ ਤੇੜੇ ਉਹਨੂੰ ਕੋਈ ਸਕੂਟਰ ਵਾਲਾ ਨਹੀਂ ਦਿਸਿਆ। ਬੱਸ ਸਟਾਪ 'ਤੇ ਉਹਨੂੰ ਬੜੀਆਂ ਅਜੀਬ ਜਿਹੀਆਂ ਸ਼ਕਲਾਂ ਨਜ਼ਰ ਆਈਆਂ। ਇੱਕ ਨੇਤਾ ਕਿਸਮ ਦਾ ਬੰਦਾ ਫੁੱਟਪਾਥ 'ਤੇ ਖਲੋਤਾ ਜ਼ੋਰ-ਜ਼ੋਰ ਨਾਲ ਬੋਲ ਰਿਹਾ ਸੀ, ਜਿਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਉਹਨਾਂ ਤੋਂ ਅਸੀਂ ਜ਼ਰੂਰ ਬਦਲਾ ਲਵਾਂਗੇ। ਇਹ ਦੇਸ਼ ਧਰੋਹੀ ਹਨ, ਇਹ ਗੱਦਾਰ ਹਨ। ਉਹਨੇ ਵੇਖਿਆ ਉਸ ਬੰਦੇ ਦੇ ਚੌਂ ਪਾਸੇ ਭੀੜ ਵੱਧ ਰਹੀ ਸੀ। ਬੱਸ ਸਟਾਪ ਤੋਂ ਕੁਝ ਪਰਾਂ ਖਲੋ ਕੇ ਉਹ ਦਰਿਆਗੰਜ ਵੱਲੋਂ ਆਉਣ ਵਾਲੀ ਬੱਸ ਨੂੰ ਵੇਖਣ ਲੱਗ ਪਿਆ। ਉਸੇ ਵੇਲੇ ਕਿਸੇ ਨੇ ਉਹਦੀ ਪਿੱਠ 'ਤੇ ਹੱਥ ਰੱਖਿਆ। ਉਹਨੇ ਤਰਬਕ ਕੇ ਵੇਖਿਆ। ਕੁੜਤਾ ਪਜਾਮਾ ਪਾਈ ਇੱਕ ਪੱਕੀ ਉਮਰ ਦਾ ਬੰਦਾ ਕਹਿ ਰਿਹਾ ਸੀ, ਸਰਦਾਰ ਜੀ ਛੇਤੀ ਘਰ ਤੁਰ ਜਾਓ, ਮਾਹੌਲ ਚੰਗਾ ਨਹੀਂ, ਇੱਧਰ ਉੱਧਰ ਨਾ ਫਿਰੋ। ਉਹਨੇ ਉਸ ਬੰਦੇ ਨੂੰ ਬੜੀ ਸ਼ੁਕਰਾਨੀ ਭਰੀ ਨਜ਼ਰ ਨਾਲ ਵੇਖਿਆ। ਫਿਰ ਉਹਨੇ ਵੇਖਿਆ ਕਿ ਉਸ ਨੇਤਾ ਦੇ ਚੌਂ ਪਾਸੇ ਭੀੜ ਪਹਿਲਾਂ ਤੋਂ ਵੱਧ ਗਈ ਸੀ ਤੇ ਉਹਦੀ ਆਵਾਜ਼ ਵੀ ਬੜੀ ਉੱਚੀ ਹੋ ਗਈ ਸੀ। ਉਹ ਪੈਦਲ ਹੀ ਕਸ਼ਮੀਰੀ ਗੇਟ ਵੱਲ ਤੁਰ ਪਿਆ। ਅਜੇ ਉਹਨੇ ਵੱਡਾ ਚੁਰਾਹਾ ਪਾਰ ਹੀ ਕੀਤਾ ਸੀ ਕਿ ਉਹਨੂੰ ਸਾਹਮਣਿਓਂ ਬੜਾ ਸ਼ੋਰ ਸੁਣਾਈ ਦਿੱਤਾ। ਉਹ ਹੌਲੀ-ਹੌਲੀ ਪੁਲ ਦੇ ਹੇਠਾਂ ਆ ਗਿਆ। ਸਾਹਮਣੇ ਵੱਡੇ ਡਾਕਖਾਨੇ ਦੀ ਇਮਾਰਤ ਨਜ਼ਰ ਆ ਰਹੀ ਸੀ। ਉਹਨੇ ਦੂਰੋਂ ਵੇਖਿਆ ਇੱਕ ਟੈਕਸੀ ਧੂ-ਧੂ ਕਰਕੇ ਸੜ ਰਹੀ ਸੀ ਤੇ ਉੱਥੇ ਬੇਹਿਸਾਬ ਰੌਲਾ ਪਿਆ ਹੋਇਆ ਸੀ। ਉਹ ਵਾਪਸ ਮੁੜ ਪਿਆ। ਉਹਨੇ ਸੋਚਿਆ ਰਿੰਗ ਰੋਡ 'ਤੇ ਸ਼ੋਰ ਸ਼ਰਾਬਾ ਨਹੀਂ ਹੋਣ ਲੱਗਾ, ਉੱਥੇ ਸ਼ਾਇਦ ਉਹਨੂੰ ਬੱਸ ਵੀ ਮਿਲ ਜਾਏ। ਕਿਸੇ ਤਰ੍ਹਾਂ ਲੁਕਦਾ ਹੋਇਆ ਉਹ ਰਿੰਗ ਰੋਡ 'ਤੇ ਆ ਗਿਆ। ਜੇਬ 'ਚੋਂ ਰੁਮਾਲ ਕੱਢ ਕੇ ਉਹਨੇ ਮੂੰਹ ਛੁਪਾਉਣ ਦਾ ਯਤਨ ਕੀਤਾ, ਪਰ ਉਹਦੀ ਲੰਮੀ ਦਾੜੀ ਨਹੀਂ ਛਿਪ ਰਹੀ ਸੀ। ਉਹ ਪਗੜੀ ਨੂੰ ਢੱਕਣ ਦਾ ਯਤਨ ਕਰਦਾ ਤਾਂ ਦਾੜੀ ਨਜ਼ਰ ਆਉਂਦੀ, ਤੇ ਜੇ ਦਾੜੀ ਢੱਕਣ ਦਾ ਯਤਨ ਕਰਦਾ ਤਾਂ ਪੂਰੀ ਪਗੜੀ ਉੱਗੜ ਜਾਂਦੀ। ਉਹਨੇ ਤੁਰਦੇ ਤੁਰਦੇ ਲੰਮੀ ਦਾੜੀ ਨੂੰ ਵਲੇਟ ਕੇ ਗੰਢ ਮਾਰ ਲਈ। ਰਿੰਗ ਰੋਡ 'ਤੇ ਕੋਈ ਸ਼ੋਰ ਸ਼ਰਾਬਾ ਨਹੀਂ ਸੀ। ਉਹਨੂੰ ਕੁਝ ਰਾਹਤ ਮਹਿਸੂਸ ਹੋਈ। ਉਹਨੇ ਸੋਚਿਆ ਬੱਸ ਅੱਡੇ ਤੋਂ ਉਹਨੂੰ ਕੋਈ ਸਵਾਰੀ ਜ਼ਰੂਰ ਮਿਲ ਜਾਏਗੀ। ਉਹਨੂੰ ਫਿਰ ਗੁਰਬੰਸ ਤੇ ਕੁੜੀਆਂ ਦਾ ਖਿਆਲ ਆਉਣ ਲੱਗ ਪਿਆ। ਫਿਰ ਉਹਨੇ ਸੋਚਿਆ ਘਰ ਬੈਠਿਆਂ ਉਹਨਾਂ ਨੂੰ ਕੀ ਪਤਾ ਲੱਗੇਗਾ ਕਿ ਬਾਹਰ ਕੀ ਹੋ ਰਿਹਾ। ਜਿਵੇਂ ਜਿਵੇਂ ਧੁੱਪ ਵੱਧ ਰਹੀ ਸੀ, ਚੌਂ ਪਾਸੇ ਰੌਸ਼ਨੀ ਦਾ ਖਿਲਾਰ ਵੀ ਵੱਧਦਾ ਜਾ ਰਿਹਾ ਸੀ। ਇੰਨੀ ਰੌਸ਼ਨੀ 'ਚ ਆਪਣੇ ਆਪ ਨੂੰ ਲੁਕਾਉਣਾ ਬੜਾ ਔਖਾ ਜਾਪ ਰਿਹਾ ਸੀ। ਤਾਂ ਹੀ ਉਹਨੂੰ ਸਾਹਮਣੇ ਆਉਂਦਾ ਇੱਕ ਟਰੱਕ ਦਿਸਿਆ। ਟਰੱਕ 'ਤੇ ਚੜ੍ਹੇ ਲੋਕੀ ਜ਼ੋਰ-ਜ਼ੋਰ ਨਾਲ ਇੰਦਰਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਉਹ ਇੱਕ ਪਾਸੇ ਲੁਕ ਗਿਆ। ਉਹ ਪੈਦਲ ਹੀ ਤੁਰਦਾ ਜਾ ਰਿਹਾ ਸੀ। ਸੜਕ 'ਤੇ ਕੋਈ ਸਕੂਟਰ ਜਾਂ ਟੈਕਸੀ ਨਹੀਂ ਦਿਖਾਈ ਦੇ ਰਹੇ ਸੀ। ਬੱਸਾਂ ਜ਼ਰੂਰ ਨਿਕਲ ਰਹੀਆਂ ਸੀ, ਪਰ ਕੋਈ ਬੱਸ ਉਹਦੇ ਇਸ਼ਾਰੇ 'ਤੇ ਰੁਕ ਨਹੀਂ ਰਹੀ ਸੀ। ਉਸ ਮੋੜ 'ਤੇ ਆ ਗਿਆ ਜਿੱਥੋਂ ਇੱਕ ਪਤਲੀ ਸੜਕ ਖੱਬੇ ਪਾਸੇ ਜਾਂਦੀ ਹੋਈ ਅਲੀਪੁਰ ਰੋਡ ਨਾਲ ਮਿਲ ਜਾਂਦੀ ਹੈ। ਉਹਨੂੰ ਹਮੇਸ਼ਾ ਇਹ ਸੜਕ ਬੇਰੌਣਕੀ ਨਜ਼ਰ ਆਉਂਦੀ ਸੀ। ਜਦੋਂ ਉੱਥੋਂ ਲੰਘਣ ਲੱਗਾ ਤਾਂ ਉਹਨੇ ਵੇਖਿਆ ਉਸੇ ਸੜਕ ਤੋਂ 5-6 ਬੰਦੇ ਰਿੰਗ ਰੋਡ ਵੱਲ ਆ ਰਹੇ ਸਨ। ਉਹ ਅੱਗੇ ਵਧ ਰਿਹਾ ਹੈ।
ਉਹਨੂੰ ਸੁਣਾਈ ਦਿੱਤਾ, ਸਰਦਾਰ ਸਰਦਾਰ ਮਾਰੋ ਮਾਰੋ। ਉਹਨੂੰ ਜਾਪਿਆ ਜਿਵੇਂ ਇੱਕ ਸ਼ੋਰ ਉਸ ਵੱਲ ਦੌੜਦਾ ਹੋਇਆ ਆ ਰਿਹਾ। ਉਹ ਘਬਰਾ ਗਿਆ। ਉਹਦੀ ਸਮਝ 'ਚ ਨਾ ਆਇਆ ਕਿ ਉਹ ਕੀ ਕਰੇ। ਨੇੜੇ ਤੇੜੇ ਕੋਈ ਮਕਾਨ ਵੀ ਨਹੀਂ ਸੀ ਜਿਸ 'ਚ ਵੜ ਕੇ ਉਹ ਪਨਾਹ ਲੈ ਲੈਂਦਾ। ਉਹਦੇ ਮਨ 'ਚ ਆਇਆ ਕਿ ਉਹ ਦੌੜ ਪਵੇ, ਪਰ ਉਸ ਕੋਲੋਂ ਦੌੜਿਆ ਨਾ ਗਿਆ। ਉਹ ਛੇਤੀ ਛੇਤੀ ਤੁਰਨ ਲੱਗ ਪਿਆ, ਪਰ ਸ਼ੋਰ ਤਾਂ ਬਿਲਕੁਲ ਉਹਦੇ ਨੇੜੇ ਆ ਗਿਆ ਸੀ। ਸਰਦਾਰ ਸਰਦਾਰ ਮਾਰੋ ਮਾਰੋ ਦੀਆਂ ਆਵਾਜ਼ਾਂ ਉਹਦੇ ਪਿੱਛੇ ਆ ਗਈਆਂ ਸੀ। ਉਹਨੇ ਸੋਚਿਆ, ਭਲਾ ਇਹ ਬੰਦੇ ਉਹਨੂੰ ਕਿਉਂ ਮਾਰਨਗੇ? ਉਹਨੇ ਇਹਨਾਂ ਦਾ ਕੀ ਵਿਗਾੜਿਆ? ਫਿਰ ਉਹਨੂੰ ਜਾਪਿਆ, ਜੇ ਇਹ ਬੰਦੇ ਉਸ 'ਤੇ ਹਮਲਾ ਕਰਨਗੇ ਤਾਂ ਉਹ ਇਹਨਾਂ ਦਾ ਮੁਕਾਬਲਾ ਕਰੇਗਾ। ਇੰਨੇ 'ਚ ਸੜਕ ਤੋਂ ਲੰਘਦੀਆਂ ਹੋਈਆਂ ਬੱਸਾਂ ਕਾਰਾਂ ਰੁਕ ਜਾਣਗੀਆਂ। ਉਹਨਾਂ 'ਚ ਬੈਠੇ ਲੋਕੀ ਉਤਰ ਕੇ ਇਹਨਾਂ ਨੂੰ ਭਜਾ ਦੇਣਗੇ। ਉਹ ਘਿਰ ਗਿਆ। ਉਹਨੂੰ ਘੇਰਨ ਵਾਲੇ ਬੰਦੇ ਬੜੇ ਲਫੰਗੇ ਲੱਗ ਰਹੇ ਸਨ। ਉਹਨਾਂ ਦੇ ਹੱਥ 'ਚ ਡੰਡੇ ਸਨ। ਇੱਕ ਹੱਥ 'ਚ ਲੋਹੇ ਦੀ ਛੜ ਵੀ ਸੀ। ਕਿਉਂ ਬੇ ਸਰਦਾਰ, ਤੂਨੇ ਇੰਦਰਾ ਗਾਂਧੀ को मारा? मैं? ਉਹਦੇ ਮੂੰਹ ਨਿਕਲਿਆ, ਮੇਰਾ इससे क्या वास्ता? ਤੂਨੇ ਨਹੀਂ ਤਾਂ ਤੇਰੀ ਜਾਤ ਵਾਲੋਂ ਨੇ ਮਾਰਾ। ਉਹਦੇ ਨਾਲ ਹੀ ਇੱਕ ਹਥੌੜੇ ਵਰਗੀ ਚਪੇੜ ਉਹਦੇ ਮੂੰਹ ਤੇ ਪਈ। ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਫਿਰ ਉਸ ਤੇ ਡੰਡੇ ਵਰਨ ਲੱਗ ਪਏ। ਲੱਤਾਂ ਮੁੱਕਿਆਂ ਦੀ ਉੱਤੇ ਬਾਰਿਸ਼ ਹੋ ਰਹੀ ਸੀ। ਕੁਝ ਚਿਰ ਉਹ ਆਪਣੀਆਂ ਬਾਹਾਂ ਨਾਲ ਆਪਣਾ ਮੂੰਹ ਸਿਰ ਬਚਾਉਂਦਾ ਰਿਹਾ। ਉਹਨੂੰ ਜਾਪ ਰਿਹਾ ਸੀ ਚੌਂ ਪਾਸਿਆਂ ਉੱਤੇ ਪੱਥਰ ਹੀ ਪੱਥਰ ਡਿੱਗ ਰਹੇ ਸਨ। ਲੋਕਾਂ ਦੀਆਂ ਆਵਾਜ਼ਾਂ ਉਹਦੇ ਕੰਨੀ ਪੈ ਰਹੀਆਂ ਸਨ। ਉਹਨੂੰ ਜਾਪ ਰਿਹਾ ਸੀ ਜਿੰਨੇ ਬੰਦੇ ਉਹਨੂੰ ਮਾਰ ਰਹੇ ਹਨ, ਉਹ ਤੋਂ ਕਿਤੇ ਵੱਧ ਬੰਦੇ ਸੜਕ ਨੂੰ ਘੇਰ ਕੇ ਖੜੇ ਸ਼ੋਰ ਕਰ ਰਹੇ ਹਨ। ਬੱਸਾਂ ਕਾਰਾਂ ਨੇ ਦੇ ਹਾਰਨ ਦੀ ਤੇਜ਼ ਆਵਾਜ਼ ਵੀ ਉਹਨੂੰ ਸੁਣਾਈ ਦੇ ਰਹੀ ਸੀ। ਉਦੋਂ ਹੀ ਉਹਨੂੰ ਜਾਪਿਆ ਕਿਸੇ ਨੇ ਉਹਦੀ ਪੱਗ ਲਾ ਦਿੱਤੀ ਹੈ। ਕੁਝ ਹੱਥ ਉਹਨੂੰ ਕੇਸਾਂ ਤੋਂ ਫੜ ਕੇ ਘਸੀਟ ਰਹੇ ਹਨ। ਫਿਰ ਉਹਨੂੰ ਜਾਪਿਆ ਉਹਨਾਂ ਦੇ ਸਿਰ 'ਤੇ ਕੋਈ ਭਾਰੀ ਚੀਜ਼ ਡਿੱਗੀ ਹੈ। ਉਹਦੀ ਇੱਕ ਤੇਜ਼ ਚੀਕ ਨਿਕਲੀ ਸੀ। ਫਿਰ ਸਭ ਕੁਝ ਧੁੰਦਲਾ ਧੁੰਦਲਾ ਹੋ ਗਿਆ ਸੀ। ਅੱਖਾਂ ਖੋਲ੍ਹਣ 'ਤੇ ਉਹਨੂੰ ਮਹਿਸੂਸ ਹੋਇਆ ਕਿ ਉਹ ਡੂੰਘੀ ਨੀਂਦ 'ਚ ਸੁੱਤਾ ਹੋਇਆ ਸੀ। ਉਹਨੂੰ ਜਾਪਿਆ ਜਿਵੇਂ ਉਹਦਾ ਸਿਰ ਚਿੱਕੜ 'ਚ ਧਸਿਆ ਹੋਇਆ ਸੀ। ਉਹਨੂੰ ਕੁਝ ਚੇਤੇ ਆਉਣ ਲੱਗਾ, ਜਿਵੇਂ ਕੋਈ ਡੂੰਬਾ ਨਸ਼ਾ ਹੌਲੀ ਹੌਲੀ ਟੁੱਟ ਰਿਹਾ ਹੋਵੇ। ਉਹਨੇ ਸਿਰ 'ਤੇ ਹੱਥ ਰੱਖਿਆ। ਉਹਦੇ ਕੇਸ ਖੁੱਲ੍ਹੇ ਸਨ, ਚਿੱਕੜ 'ਚ ਲਿਬੜੇ ਹੋਏ ਸਨ। ਉਹਨੇ ਆਪਣੀਆਂ ਉਂਗਲਾਂ ਵੱਲ ਵੇਖਿਆ, ਉਹ ਖੂਨ ਨਾਲ ਲਿਬੜੀਆਂ ਸਨ। ਫਿਰ ਉਹਨੂੰ ਜਾਪਿਆ ਜਿਵੇਂ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਉਹ ਬੇਹੋਸ਼ੀ 'ਚ ਡੁੱਬਦਾ ਜਾ ਰਿਹਾ। ਉਹਨੇ ਜ਼ੋਰ ਲਾ ਕੇ ਆਪਣੀਆਂ ਅੱਖਾਂ ਖੋਲ੍ਹੀਆਂ। ਸਿਰ 'ਚ ਬੜੀ ਪੀੜ ਹੋ ਰਹੀ ਸੀ। ਉਹ ਆਪਣੀ ਥਾਂ ਤੋਂ ਰਤਾ ਪਰਾਂ ਹੋਇਆ। ਸਾਹਮਣੇ ਖੂਨ ਦੇ ਧੱਬੇ ਨਜ਼ਰ ਆਏ। ਉਹਨੇ ਉੱਠਣ ਦਾ ਯਤਨ ਕੀਤਾ। ਉਹਨੂੰ ਆਪਣਾ ਹਰ ਜੋੜ ਟੁੱਟਿਆ ਲੱਗ ਰਿਹਾ ਸੀ। ਕਿਸੇ ਤਰ੍ਹਾਂ ਉਹਨੇ ਆਪਣੇ ਆਪ ਨੂੰ ਧਰੂ ਕੇ ਕੰਧ ਨਾਲ ਲਾਇਆ। ਜੂੜਾ ਬੰਨ੍ਹਣ ਲਈ ਉਹਨੇ ਦੋਵੇਂ ਹੱਥ ਚੁੱਕੇ। ਉਹਨੂੰ ਜਾਪਿਆ ਜਿਵੇਂ ਉਹਦੀ ਚੀਕ ਨਿਕਲ ਜਾਏਗੀ। ਕਿਸੇ ਤਰ੍ਹਾਂ ਉਹਨੇ ਜੂੜਾ ਬੰਨ੍ਹਿਆ। ਉਹਦੀ ਗੰਢ ਲੱਗੀ ਦਾੜ੍ਹੀ ਖੁੱਲ੍ਹ ਗਈ ਸੀ। ਉਹਨੇ ਹੌਲੇ ਜਿਹੇ ਉੱਤੇ ਹੱਥ ਫੇਰਿਆ। ਉਹਨੂੰ ਜਾਪਿਆ ਠੋਡੀ ਦੇ ਕੋਲੋਂ ਉਹਦੀ ਦਾੜ੍ਹੀ ਦੋਨੋਂ ਪਾਸਿਓਂ ਪੁੱਟੀ ਹੋਈ ਹੈ। ਉਹਨੇ ਆਪਣੀ ਪੱਗ ਲੱਭਣ ਲਈ ਇੱਧਰ ਉੱਧਰ ਵੇਖਿਆ। ਉਹ ਕਿਤੇ ਨਜ਼ਰ ਨਾ ਆਈ। ਵਕਤ ਵੇਖਣ ਲਈ ਉਹਨੇ ਘੜੀ ਵੇਖਣੀ ਚਾਹੀ, ਪਰ ਹੱਥ 'ਚ ਘੜੀ ਵੀ ਨਹੀਂ ਸੀ। ਧੁੱਪ ਢਲ ਰਹੀ ਸੀ। ਗੁਰਬੰਸ ਤੇ ਕੁੜੀਆਂ ਦੇ ਚਿਹਰੇ ਉਹਨੂੰ ਯਾਦ ਆਉਣ ਲੱਗੇ। ਉਹਨੂੰ ਜਾਪਿਆ ਜਿਵੇਂ ਉਹ ਸਾਰੇ ਚਿਹਰੇ ਕਿਸੇ ਡੂੰਘੇ ਹਨੇਰੇ 'ਚ ਡੁੱਬੇ ਹੋਏ ਹਨ। ਫਿਰ ਉਹਨੂੰ ਲੱਗਿਆ ਕਿ ਅਜੇ ਬੜੀ ਰੌਸ਼ਨੀ ਹੈ ਤੇ ਉਹਦਾ ਘਰ ਵੀ ਉੱਥੋਂ ਕਾਫੀ ਦੂਰ ਹੈ। ਉਹਦੀ ਕਲਪਨਾ 'ਚ ਲੋਹੇ ਦੀ ਛੜਾਂ ਤੇ ਲਾਠੀਆਂ ਡੰਡਿਆਂ ਨਾਲ ਲੈਸ ਭੀੜ ਉੱਭਰ ਆਈ। ਉੱਥੇ ਨੁਕਰੇ ਹੋ ਕੇ ਲੇਟ ਗਿਆ ਤੇ ਵਾਹਿਗੁਰੂ ਵਾਹਿਗੁਰੂ ਬੁਦਬੁਦਾਉਣ ਲੱਗ ਪਿਆ। ਫਿਰ ਉਹਨੂੰ ਬੜੀ ਤ੍ਰੇਹ ਲੱਗੀ। ਤ੍ਰੇਹ ਦੇ ਅਹਿਸਾਸ ਨੂੰ ਭੁਲਾਉਣ ਲਈ ਉਹ ਕੁਝ ਸੋਚਣ ਲੱਗ ਪਿਆ। ਉਹ ਸੋਚਣ ਲੱਗ ਪਿਆ ਕਿ ਬਚ ਕਿਵੇਂ ਗਿਆ। ਉਹ ਬੰਦੇ ਤਾਂ ਉਹਨੂੰ ਮੋਇਆ ਹੋਇਆ ਸਮਝ ਕੇ ਹੀ ਛੱਡ ਗਏ ਹੋਣਗੇ। ਫਿਰ ਉਹਨੂੰ ਖਿਆਲ ਆਇਆ, ਦੰਗਾਈਆਂ ਨੇ ਉਹਦੇ ਘਰ 'ਤੇ ਵੀ ਹਮਲਾ ਕੀਤਾ ਹੋਵੇਗਾ। ਉਸ ਵੇਲੇ ਗੁਰਬੰਸ ਤੇ ਕੁੜੀਆਂ ਨੇ ਕੀ ਕੀਤਾ ਹੋਵੇਗਾ। ਫਿਰ ਉਹਨੇ ਸੋਚਿਆ, ਨਹੀਂ, ਘਰ 'ਤੇ ਹਮਲਾ ਨਹੀਂ ਹੋਇਆ ਹੋਣਾ। ਆਪਣੀ ਗਲੀ 'ਚ ਉਹਦਾ ਇਕੱਲਾ ਸਿੱਖ ਪਰਿਵਾਰ ਹੈ, ਪਰ ਉਸ ਨਾਲ ਕੀ? ਗਲੀ 'ਚ ਸਾਰਿਆਂ ਨਾਲ ਉਹਦੇ ਬੜੇ ਚੰਗੇ ਸਬੰਧ ਹਨ। ਸਾਰਿਆਂ ਦੇ ਦੁੱਖ ਸੁੱਖ 'ਚੋਂ ਸ਼ਾਮਲ ਹੁੰਦਾ ਹੈ। ਸਾਰਿਆਂ ਨਾਲ ਉਹਦੀ ਚੰਗੀ ਮਿਲਵਰਤਨ ਹੈ। ਜੇ ਕੋਈ ਉਹਦੇ ਘਰ 'ਤੇ ਹਮਲਾ ਕਰਨ ਆਏਗਾ ਤਾਂ ਕਿ ਗਲੀ ਦੇ ਲੋਕੀ ਇੰਝ ਹੀ ਵੇਖਦੇ ਰਹਿਣਗੇ। ਫਿਰ ਉਹਨੂੰ ਮਲਹੋਤਰਾ ਜੀ ਦਾ ਸਵੇਰੇ ਵੇਖਿਆ ਚਿਹਰਾ ਚੇਤੇ ਆਇਆ। ਚਿੰਤਾ ਤੇ ਬੇਚੈਨੀ ਦੀ ਇੱਕ ਲਹਿਰ ਉਸ ਵਿੱਚ ਲਹਿੰਦੀ ਚਲੀ ਗਈ। ਫਿਰ ਉਹਨੂੰ ਬੜੀ ਤ੍ਰੇਹ ਮਹਿਸੂਸ ਹੋਈ, ਜਿਵੇਂ ਉਹ ਕੁਝ ਸੋਚਦਾ ਸ਼ੁਰੂ ਕਰਦਾ। ਉਹਦੀ ਬੇਚੈਨੀ ਵਧੀ ਜਾਂਦੀ। ਬੇਚੈਨੀ ਵੱਧਦੀ ਤਾਂ ਉਹਦੇ ਪਿੰਡੇ ਦੇ ਸਿਰ ਦਾ ਦਰਦ ਵੀ ਵੱਧ ਜਾਂਦਾ। ਧੁੱਪ ਕੁਝ ਹੋਰ ਢਲ ਗਈ ਸੀ, ਪਰ ਉਹ ਪੂਰਾ ਹਨੇਰਾ ਹੋਣ ਦੀ ਰਾਹ ਨਹੀਂ ਵੇਖ ਸਕਦਾ ਸੀ। ਉਹਨੂੰ ਲੱਗ ਰਿਹਾ ਸੀ ਜੇ ਉਹ ਕੁਝ ਚਿਰ ਹੋਰ ਇੰਝ ਹੀ ਬੈਠਾ ਰਹੇਗਾ ਤਾਂ ਉਹ ਜ਼ਰੂਰ ਮਰ ਜਾਏਗਾ, ਤ੍ਰੇਹ ਨਾਲ, ਬੇਚੈਨੀ ਨਾਲ, ਦਰਦ ਨਾਲ। ਫਿਰ ਉਹਨੂੰ ਲੱਗਿਆ ਪਾਣੀ ਪੀਣਾ ਚਾਹੀਦਾ, ਭਾਵੇਂ ਕੁਝ ਵੀ ਹੋਵੇ, ਪਾਣੀ ਪੀਣਾ ਚਾਹੀਦਾ। ਉਹ ਲੜਖੜਾਉਂਦਾ ਹੋਇਆ ਤੁਰ ਪਿਆ। ਬੜੀ ਹੌਲੀ ਹੌਲੀ ਤੁਰ ਰਿਹਾ ਸੀ, ਪਰ ਉਹਦੀਆਂ ਨਜ਼ਰਾਂ ਬੜੀਆਂ ਤੇਜ਼ ਤੇਜ਼ ਦੌੜ ਰਹੀਆਂ ਸਨ। ਪਰ ਦੂਰ ਦੂਰ ਤੱਕ ਪਾਣੀ ਦਾ ਕੋਈ ਅਸਾਰ ਨਹੀਂ ਨਜ਼ਰ ਆ ਰਿਹਾ ਸੀ। ਉਹਨੂੰ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਪਾਸੇ ਵੱਲ ਜਾ ਰਿਹਾ।
ਉਹਨੂੰ ਜਾਪ ਰਿਹਾ ਸੀ ਹੁਣ ਜ਼ਿੰਦਗੀ ਤੇ ਮੌਤ ਦੀ ਇੱਕੋ ਸੇਧ ਹੈ, ਪਾਣੀ। ਉਹਨੂੰ ਖੱਬੇ ਪਾਸੇ ਮੁੜਦੀ ਸੜਕ ਤੇ ਸੱਜੇ ਪਾਸੇ ਇੱਕ ਟਿੱਲਾ ਨਜ਼ਰ ਆਇਆ। ਉੱਥੇ ਕੁਝ ਕੱਚੇ ਪੱਕੇ ਘਰ ਬਣੇ ਸਨ। ਉਸ ਪਾਸੇ ਤੁਰ ਪਿਆ। ਟਿੱਲੇ ਦੀ ਚੌੜਾਈ ਵਿੱਚ ਉਹ ਬੇਹਿਸਾਬ ਥੱਕ ਗਿਆ। ਕੁਝ ਉੱਤੇ ਚੜ੍ਹ ਕੇ ਉਹਨੂੰ ਪਿੱਪਲ ਦੇ ਥੱਲੇ 3-4 ਬੰਦੇ ਬੈਠੇ ਦਿਸੇ। ਉਹ ਸਹਿਮ ਗਿਆ। ਉਹਨਾਂ ਬੰਦਿਆਂ ਦੀਆਂ ਸ਼ਕਲਾਂ ਉਹਨਾਂ ਨਾਲ ਮਿਲਦੀਆਂ ਸਨ ਜਿਹੜੇ ਉਹਨੂੰ ਸਵੇਰੇ ਮਿਲੇ ਸਨ, ਪਰ ਇਹ ਬੰਦੇ ਕੁਝ ਵੱਧ ਉਮਰ ਦੇ ਲੱਗਦੇ ਸਨ। ਉਹਨਾਂ ਕੋਲ ਚਲਾ ਗਿਆ। ਉਹਨੇ ਵੇਖਿਆ ਪਿੱਪਲ ਦੇ ਥੜੇ ਤੇ ਮੰਦਰ ਵਰਗਾ ਕੁਝ ਬਣਿਆ, ਅੰਦਰ ਕਿਸੇ ਦੇਵਤਾ ਦੀ ਮੂਰਤ ਰੱਖੀ ਹੈ। ਉਹਨੂੰ ਖੱਬੇ ਪਾਸੇ ਮੁੜਦੀ ਸੜਕ ਦੇ ਸੱਜੇ ਪਾਸੇ ਇੱਕ ਟਿੱਲਾ ਨਜ਼ਰ ਆਇਆ। ਉੱਥੇ ਕੁਝ ਕੱਚੇ ਪੱਕੇ ਘਰ ਬਣੇ ਸਨ। ਉਸੇ ਪਾਸੇ ਤੁਰ ਪਿਆ। ਉਹਨਾਂ ਕੋਲ ਚਲਾ ਗਿਆ। ਉਹਨੇ ਵੇਖਿਆ ਪਿੱਪਲ ਦੇ ਥੜੇ ਦੇ ਮੰਦਰ ਵਰਗਾ ਕੁਝ ਬਣਿਆ। ਵਚਨ ਚੇਤੀ ਉਹਨਾਂ ਦੇ ਨੇੜੇ ਪੁੱਜ ਗਿਆ। ਉਹ ਸਾਰੇ ਤਰਬਕ ਪਏ। ਕੌਣ ਹੈ ਤੂੰ? ਸਾਰਿਆਂ ਦੇ ਮੂੰਹ ਇਕੱਠਿਆਂ ਹੀ ਨਿਕਲਿਆ, ਮੈਨੂੰ ਥੋੜ੍ਹਾ ਪਾਣੀ ਦਿਓ, ਮੈਨੂੰ ਡਾਢੀ ਤ੍ਰੇਹ ਲੱਗੀ ਹੈ। ਸਾਰਿਆਂ ਨੇ ਉਹਨੂੰ ਘੂਰ ਕੇ ਵੇਖਿਆ। ਉਹਦੇ ਜੂੜੇ 'ਚੋਂ ਖਿਲਰੇ ਵਾਲ, ਉਹਦੀ ਪੁੱਟੀ ਹੋਈ ਦਾੜੀ, ਉਹਦੇ ਹੱਥ ਦਾ ਕੜਾ। ਤੂੰ ਸਰਦਾਰ ਹੈ? ਇੱਕ ਨੇ ਕੜ ਕੇ ਪੁੱਛਿਆ। ਮੈਨੂੰ ਥੋੜ੍ਹਾ ਪਾਣੀ ਦਿਓ। ਮੈਂ ਪੁੱਛਦਾ ਕਿ ਤੂੰ ਸਰਦਾਰ ਹੈ? ਦੂਜੇ ਨੇ ਬੜੇ ਜ਼ੋਰ ਦੇ ਕੇ ਪੁੱਛਿਆ। ਹਾਂ, ਪਰ ਮੈਨੂੰ ਪਾਣੀ ਤਾਂ ਪਿਆਓ ਭਰਾਓ। ਉਹਦੀ ਆਵਾਜ਼ ਵਿੱਚ ਬੇਹਿਸਾਬ ਤਰਲਾ ਉੱਭਰ ਆਇਆ ਸੀ। ਤੂੰ ਆਪਣੀ ਜਾਨ ਦੀ ਖੈਰ ਮੰਗ ਤੇ ਭੱਜ ਆ ਇੱਥੋਂ। ਨਹੀਂ ਇੱਥੇ ਕੋਈ ਪਾਣੀ ਸ਼ਾਣੀ, ਇੱਕ ਨੇ ਕਿਹਾ। ਤੁਸੀਂ ਮੈਨੂੰ ਪਾਣੀ ਪਿਆ ਦਿਓ, ਫਿਰ ਭਾਵੇਂ ਮੇਰੀ ਜਾਨ ਲੈ ਲਓ। ਇਸ ਤਰ੍ਹਾਂ ਤਾਂ ਮੈਂ ਉਂਝ ਹੀ ਮਰ ਜਾਵਾਂਗਾ। ਤੂੰ ਇੱਥੇ ਜਾਂਦਾ ਕਿ ਨਹੀਂ? ਜਾਂ ਇੱਥੇ ਹੀ ਅਸੀਂ ਤੇਰੀ ਕਬਰ ਪੁੱਟੀਏ? ਕਹਿੰਦਾ ਹੋਇਆ ਇੱਕ ਬੰਦਾ ਉਹਦੇ ਕੋਲ ਆ ਗਿਆ। ਉਹਨੇ ਉਹਨਾਂ ਵੱਲ ਤੱਕਿਆ, ਪਿੱਪਲ ਦੇ ਥੜੇ ਤੇ ਬੈਠੇ ਦੇਵਤੇ ਨੂੰ ਵੇਖਿਆ, ਫਿਰ ਮੁੜ ਕੇ ਪੈਰਾਂ ਨੂੰ ਘਸੀਟਣ ਲੱਗ ਪਿਆ। ਉਹ ਸੜਕ ਤੇ ਆਇਆ। ਉਹਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਇੰਝ ਲੱਗ ਰਿਹਾ ਸੀ ਜਿਵੇਂ ਸਭ ਕੁਝ ਠਠੰਬਰ ਗਿਆ ਹੋਵੇ। ਇੱਕਾ ਦੁੱਕਾ ਬੰਦੇ ਆ ਜਾ ਰਹੇ ਸਨ, ਪਰ ਕਿਸੇ ਦਾ ਖਿਆਲ ਉਸ ਵੱਲ ਨਹੀਂ ਸੀ। ਸਾਹਮਣੇ ਰਿੰਗ ਰੋਡ ਤੇ ਪੁਲਿਸ ਦੀ ਗੱਡੀ ਆਉਂਦੀ ਜਾਂਦੀ ਦਿਸ ਜਾਂਦੀ ਸੀ। ਸੜਕ ਦੇ ਦੂਜੇ ਪਾਸੇ ਮੈਦਾਨ 'ਚ ਦੂਰ ਜਾ ਕੇ ਅੱਧ ਬਣੇ ਮਕਾਨਾਂ ਦੀ ਕਤਾਰ ਖੜੀ ਸੀ ਤੇ ਉਸੇ ਦੇ ਨਾਲ ਮਕਾਨ ਬਣਾਉਣ ਵਾਲੇ ਮਜ਼ਦੂਰਾਂ ਦੀਆਂ ਝੁੱਗੀਆਂ ਬਣੀਆਂ ਸਨ। ਉਸੇ ਪਾਸੇ ਤੁਰ ਪਿਆ। ਸੜਕ ਤੋਂ ਉੱਤੇ ਤੀਕ ਬੜੀ ਉੱਚੀ ਨੀਵੀਂ ਪਗਡੰਡੀ ਬਣੀ ਸੀ। ਹੌਲੀ ਹੌਲੀ ਹਨੇਰਾ ਉਤਰ ਰਿਹਾ ਸੀ। ਝੁੱਗੀਆਂ ਤੋਂ ਮੱਧਮ ਰੌਸ਼ਨੀ ਝਾਤੀ ਮਾਰ ਰਹੀ ਸੀ। ਉਹਨੇ ਪਗਡੰਡੀ ਤੋਂ 2 ਬੰਦਿਆਂ ਨੂੰ ਆਪਣੇ ਵੱਲ ਆਉਂਦਾ ਵੇਖਿਆ। ਉੱਥੇ ਰੁਕ ਕੇ ਉਹਨਾਂ ਦੇ ਰਾਹ ਵੇਖਣ ਲੱਗ ਪਿਆ। ਨੇੜੇ ਆਉਣ ਤੇ ਉਹਨਾਂ ਦੀਆਂ ਸ਼ਕਲਾਂ ਉਹਨੂੰ ਨਜ਼ਰੀ ਆਈਆਂ। ਕੁੰਗਰਾਲੇ ਕੱਟੇ ਵਾਲ, ਚਮਕਦਾ ਹੋਇਆ ਡੂੰਘਾ ਕਾਲਾ ਰੰਗ, ਲੰਮੇ ਮੋਟੇ ਬੁੱਲ। ਤੁਸੀਂ ਚਾਹੋ ਤਾਂ ਮੈਨੂੰ ਮਾਰ ਦਿਓ, ਪਰ ਮੈਨੂੰ ਥੋੜ੍ਹਾ ਪਾਣੀ ਦਿਓ, ਉਹ ਬੋਲਿਆ। ਦੋਨਾਂ ਨੇ ਉਹਨੂੰ ਬੜਾ ਘੂਰ ਕੇ ਵੇਖਿਆ। ਉਹਨਾਂ 'ਚੋਂ ਇਹ ਕਿਆ ਬੋਲਤਾ ਹੈ? ਹਮ ਤੁਮਕੋ ਕਿਉਂ ਮਾਰੇਗਾ? ਤੂੰ ਸਰਦਾਰ ਹੈ? ਦੂਜੇ ਪੁੱਛਿਆ। ਹਾਂ, ਉਹ ਬੋਲਿਆ, ਜਿਵੇਂ ਕਹਿ ਰਿਹਾ ਹੋਵੇ ਹੁਣ ਜੋ ਕਰਨਾ ਜੇ ਕਰ ਲਓ, ਹਮਾਰੇ ਸਾਥ ਚੱਲੋ। ਦੋਨਾਂ ਨੇ ਉਹਨੂੰ ਸੱਜਿਓਂ ਖੱਬਿਓਂ ਫੜ ਲਿਆ ਤੇ ਮੁੜ ਕੇ ਤੁਰਨ ਲੱਗ ਪਏ। ਉਹਨੂੰ ਇੱਕ ਪਲ ਲਈ ਜਾਪਿਆ ਜਿਵੇਂ ਉਹਨੂੰ ਕਤਲਗਾਹ ਵੱਲ ਲਿਜਾ ਰਹੇ ਹੋਣ। ਝੁੱਗੀ ਕੋਲ ਪੁੱਜ ਕੇ ਇੱਕ ਨੇ ਮੰਜੀ ਡਾਹ ਕੇ ਉਹਨੂੰ ਬਿਠਾ ਦਿੱਤਾ। ਦੂਜੇ ਨੇ ਬਾਹਰ ਖੜੋਤੀ ਓਨੀ ਕਾਲੀ ਜਨਾਨੀ ਨੂੰ ਕੁਝ ਕਿਹਾ। ਉਹ ਜਨਾਨੀ ਝੁੱਗੀ 'ਚੋਂ ਨਿੱਕੀ ਮਟਕੀ ਤੇ ਇੱਕ ਗਲਾਸ ਹੱਥ ਕੱਢ ਲਿਆਈ। ਲੋ, ਹੱਥ ਮੂੰਹ ਧੋਵੋ। ਹਰਨਾਮ ਸਿੰਘ ਉਹਨੂੰ ਘੂਰ ਕੇ ਵੇਖਣ ਲੱਗ ਪਿਆ। ਅਭੀ ਖਾਲੀ ਪੇਟ ਪਾਣੀ ਨਹੀਂ ਪੀਣਾ, ਕੁਝ ਖਾ ਕੇ ਪੀਣਾ, ਉਹ ਕਾਲਾ ਬੰਦਾ ਬੋਲਿਆ। ਕਾਲੀ ਜਨਾਨੀ ਝੁੱਗੀ 'ਚੋਂ ਰਕਾਬੀ ਵਿੱਚ ਰੱਖ ਕੇ ਗੁੜ ਲੈ ਆਈ। ਧੰਨਵਾਦ। ਅਗਲੀ ਕਹਾਣੀ ਹੈ OPD ਦੇ ਬਾਹਰ। ਕਹਾਣੀਕਾਰ ਹਰਬਖਸ਼ ਸਿੰਘ ਹੰਸਪਾਲ। ਪੰਤ ਹਸਪਤਾਲ ਦੇ ਕਾਰਡੀਓਲੋਜੀ ਤੇ OPD ਦੇ ਕਮਰੇ ਬਾਹਰ ਬੈਂਚ 'ਤੇ ਬੈਠਾ ਮੈਂ ਆਪਣੀ ਵਾਰੀ ਉਡੀਕ ਰਿਹਾ ਸੀ। ਨੰਬਰ ਮੇਰਾ ਤਕਰੀਬਨ ਅਖੀਰ ਜਿਹੇ 'ਚ ਸੀ ਤੇ ਹਾਲੇ ਵੀ ਲੱਗਦਾ ਸੀ ਕਿ ਵਾਰੀ ਆਉਂਦਿਆਂ ਸ਼ਾਇਦ ਘੰਟਾ ਕੁ ਹੋਰ ਲੱਗ ਜਾਏ। ਭੀੜ ਕਾਫੀ ਸੀ। ਅੰਦਰੋਂ ਬੜੀ ਦੇਰ ਬਾਅਦ ਅਗਲੇ ਨੰਬਰ ਵਾਲੇ ਨੂੰ ਆਵਾਜ਼ ਪੈਂਦੀ ਤੇ ਬਾਕੀ ਸਭ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ। ਪਰ ਕਈ ਲੋਕ ਉਂਝ ਹੀ ਕਮਰੇ 'ਚ ਆਉਂਦੇ ਜਾਂਦੇ ਵਿਖਾਈ ਦਿੰਦੇ, ਹੱਥ 'ਚ ਪਰਚੀਆਂ ਫੜੀ ਜਾਂ ਫਾਈਲਾਂ ਚੁੱਕੀ, ਤੇ ਉਡੀਕ ਰਹੇ ਲੋਕੀ ਘੁਸਰ ਮੁਸਰ ਕਰਦੇ। ਜੀ, ਸਭ ਥਾਂ ਸਿਫਾਰਿਸ਼ ਚੱਲਦੀ ਏ। ਜਿਨ੍ਹਾਂ ਦੀ ਜਾਣ ਪਛਾਣ ਹੈ ਉਹਨਾਂ ਨੂੰ ਪਹਿਲੋਂ ਦੇਖਦੇ ਨੇ। ਬਗੈਰ ਜਾਣ ਪਛਾਣ ਤੋਂ ਤਾਂ ਖੁਆਰ ਹੋਣ ਵਾਲੀ ਗੱਲ ਹੈ। ਤੇ ਵਾਕਿਆ ਹੀ ਕੋਈ ਮਰੀਜ਼ ਕਿਸੇ ਕਰਮਚਾਰੀ ਨਾਲ ਅੰਦਰ ਜਾ ਰਿਹਾ ਹੁੰਦਾ, ਕੋਈ ਕਿਸੇ ਨਰਸ ਨਾਲ, ਤੇ ਕਿਸੇ ਮਰੀਜ਼ ਨੂੰ ਕੋਈ ਹੋਰ ਡਾਕਟਰ ਖੁਦ ਅੰਦਰ ਛੱਡ ਆਉਂਦਾ ਨਜ਼ਰ ਆਉਂਦਾ। ਬਾਹਰ ਬੈਠੋ ਉਡੀਕ ਰਹੇ, ਬਾਹਰ ਹੀ ਉਡੀਕਦੇ ਰਹਿੰਦੇ ਤੇ ਬੁੜ ਕਰਦੇ। ਮੈਂ ਇਸ ਤਜਰਬੇ ਤੋਂ ਕਾਫੀ ਵਾਕਫ ਹੋ ਚੁੱਕਾ ਸਾਂ। ਸਾਲ ਹੋ ਚੱਲਿਆ ਸੀ। ਹਰ ਮਹੀਨੇ ਇੱਥੇ OPD 'ਚ ਦਿਖਾਉਣ ਆਉਂਦਿਆਂ ਮੈਂ ਇਸ ਨਤੀਜੇ 'ਤੇ ਪਹੁੰਚਿਆ ਸੀ ਕਿ ਪਹਿਲੋਂ ਆਓ
ਤਾਂ ਵੀ ਓਨਾ ਹੀ ਵਕਤ ਲੱਗਦਾ, ਪਿੱਛੋਂ ਆਓ ਤਾਂ ਵੀ ਓਨਾ ਹੀ। ਸਗੋਂ ਪਹਿਲਾਂ ਆਉਣ ਦਾ ਨੁਕਸਾਨ ਇਹ ਸੀ ਕਿ ਸਿਫਾਰਸ਼ੀ ਢਿੰਗੋ ਜੋਰੀ ਅੰਦਰ ਜਾਂਦੇ ਸੀ, ਕਮਲ ਪਿਆ ਰਹਿੰਦਾ ਸੀ। ਡਾਕਟਰਾਂ ਨੂੰ ਵੀ ਉਹ ਵੀ ਸਿਫਾਰਸ਼ੀਆਂ ਨੂੰ ਨਾ ਨਹੀਂ ਸੀ ਕਰ ਸਕਦੇ ਤੇ ਸੜੇ ਹੋਏ ਬੇਦਿਲੀ ਨਾਲ ਮਰੀਜ਼ਾਂ ਨੂੰ ਦੇਖਦੇ ਸੀ। ਪਰ ਅਖੀਰ 'ਚ ਥੋੜ੍ਹੇ ਮਰੀਜ਼ ਰਹਿ ਜਾਣ ਕਰਕੇ ਕੋਈ ਧੱਕਾ ਵੀ ਨਹੀਂ ਸੀ, ਕੋਈ ਕਮਲ ਵੀ ਨਹੀਂ ਪਿਆ ਰਹਿੰਦਾ। ਤੇ ਡਾਕਟਰ ਭਾਵੇਂ ਥੱਕੇ ਹੁੰਦੇ ਸਨ, ਫਿਰ ਵੀ ਬੜੇ ਆਰਾਮ ਨਾਲ, ਬੜੀ ਤਸੱਲੀ ਨਾਲ ਮਰੀਜ਼ ਨੂੰ ਦੇਖਦੇ। ਸੋ ਮੈਂ ਇੱਕ ਵਾਰੀ ਦੀ ਲੰਮੀ ਉਡੀਕ ਤੋਂ ਬਾਅਦ ਇਹੀ ਕਰਨਾ ਠੀਕ ਸਮਝਿਆ ਕਿ ਪਿਛਲੇ ਸਮੇਂ 'ਚ ਆਰਾਮ ਨਾਲ ਆ ਕੇ ਆਪਣਾ ਨੰਬਰ ਲਗਾਉਣਾ, ਫਿਰ ਆਰਾਮ ਨਾਲ ਕਿਤੇ ਬਾਹਰ ਲਾਨ 'ਚ ਅਖਬਾਰ ਮੈਗਜ਼ੀਨ ਵਗੈਰਾ ਪੜ੍ਹਦੇ ਰਹਿਣਾ, ਤੇ ਫਿਰ ਭੀੜ ਘੱਟ ਹੋਣ 'ਤੇ ਕਮਰੇ ਵਿੱਚ ਆ ਕੇ ਉਡੀਕਣਾ। ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਇਸ ਗੱਲ ਦੀ ਸਮਝ ਹੀ ਨਹੀਂ ਸੀ ਆਉਂਦੀ। ਸਿਫਾਰਿਸ਼ ਤਾਂ ਹਰ ਜਗ੍ਹਾ ਚੱਲਦੀ ਹੈ। ਡਾਕਟਰ ਆਪਣੇ ਜਾਣੂਆਂ ਨੂੰ, ਆਪਣੇ ਸਟਾਫ ਨੂੰ ਕਿਵੇਂ ਨਾ ਕਰਦੇ? ਜਿਹਦੀ ਵਾਕਫੀਅਤ ਹੋਏਗੀ ਉਹ ਜ਼ਰੂਰ ਕੋਸ਼ਿਸ਼ ਕਰੇਗਾ ਆਪਣਾ ਕੰਮ ਪਹਿਲਾਂ ਕਰਵਾਉਣ ਦਾ, ਅਤੇ ਜੇ ਵਾਕਫੀਅਤ ਨਹੀਂ, ਸਿਫਾਰਿਸ਼ ਨਹੀਂ, ਕਿਉਂ ਨਾ ਚੁੱਪ ਕਰਕੇ ਬੈਠਿਆ ਜਾਏ, ਆਪੇ ਵਾਰੀ ਆ ਜਾਓ। ਪਰ ਨਹੀਂ, ਇਸ ਤਰ੍ਹਾਂ ਦਾ ਵਤੀਰਾ ਬਣਾਉਣਾ ਸ਼ਾਇਦ ਹਰ ਇੱਕ ਲਈ ਸੰਭਵ ਨਹੀਂ। ਕੁਝ ਨਾ ਕੁਝ ਗੱਲਾਂ ਤਾਂ ਲੋਕ ਕਰਦੇ ਹੀ ਰਹਿੰਦੇ। ਜਿਹਨੂੰ ਆਵਾਜ਼ ਪੈਣੀ, ਉਹਦੇ ਮੱਥੇ ਦੀਆਂ ਤਿਉੜੀਆਂ ਖਿੰਡ ਜਾਂਦੀਆਂ ਤੇ ਉਹ ਦਰਵਾਜ਼ੇ ਵੱਲ ਵੱਧ ਜਾਣਾ, ਤੇ ਜੋ ਪਿੱਛੇ ਬੈਠੇ ਹੁੰਦੇ ਉਹ ਇੱਕ ਦੂਜੇ ਵੱਲ ਵੇਖਦੇ ਤੇ ਕਦੀ ਕੋਈ ਮਾੜੀ ਮੋਟੀ ਗੱਲ ਚਲਾਉਣ ਦੀ ਕੋਸ਼ਿਸ਼ ਕਰਦੇ। ਤੁਹਾਨੂੰ ਕਦੋਂ ਤਕਲੀਫ ਹੋਈ ਸੀ? ਕਿਹੜੇ ਵਾਰਡ 'ਚ ਦਾਖਲ ਸੋ? ਕਿੰਨੇ ਦਿਨ ਹਸਪਤਾਲ ਰਹੇ? ਹੁਣ ਕੈਸੀ ਤਬੀਅਤ ਹੈ? ਅੱਜ ਕੱਲ੍ਹ ਦੇਖੋ ਇਹ ਹਾਰਟ ਟਰਬਲ ਕਿੰਨੀ ਕਾਮਨ ਹੋ ਗਈ ਹੈ। ਪਹਿਲਾਂ ਸੁਣੀਂਦਾ ਸੀ ਫਲਾਣੇ ਨੂੰ ਮਲੇਰੀਆ ਹੋ ਗਿਆ, ਫਲਾਣੇ ਨੂੰ ਇਨਫਲੂਐਂਜ਼ਾ ਹੋ ਗਿਆ, ਪਰ ਹੁਣ ਤਾਂ ਹਰ ਕਿਸੇ ਨੂੰ ਦਿਲ ਦੀ ਤਕਲੀਫ ਹੀ ਸੁਣੀਂਦੀ ਹੈ। ਕਿਸੇ ਨੂੰ ਬਲੱਡ ਪ੍ਰੈਸ਼ਰ, ਚੰਗਿਆਂ ਭਲਿਆਂ ਨੂੰ ਹਾਰਟ ਅਟੈਕ। ਨਾ ਗੱਲ ਨਾ ਬਾਤ। ਪਹਿਲੇ ਵਕਤਾਂ 'ਚ ਕਹਿੰਦੇ ਸੀ ਦੇਸੀ ਘਿਓ ਖਾਓ, ਬਨਸਪਤੀ ਘਿਓ ਵਗੈਰਾ ਨਹੀਂ ਖਾਣੇ ਚਾਹੀਦੇ। ਬਾਅਦ 'ਚ ਅੱਧੀ ਉਮਰੇ ਜਾ ਕੇ ਕੋਈ ਕਮਜ਼ੋਰੀ, ਕੋਈ ਤਕਲੀਫ ਵਗੈਰਾ ਹੋ ਸਕਦੀ ਹੈ। ਵੇਖ ਲਓ ਹੁਣ ਹਾਲ ਲੋਕਾਂ ਦਾ, ਜਣੇ ਖਣੇ ਨੂੰ ਇਹ ਤਕਲੀਫ। ਪਰ ਜੀ ਉਹ ਤਾਂ ਮੱਖਣ ਘਿਓ ਖਾਣਾ ਬਿਲਕੁਲ ਬੰਦ ਕਰਨ ਨੂੰ ਕਹਿੰਦੇ ਨੇ। ਅੱਗੇ ਤਾਂ ਕਿਸੇ ਦਾ ਹਾਰਟ ਫੇਲ ਹੁੰਦਾ ਸੀ ਕਿਸੇ ਸ਼ੌਕ ਤੋਂ, ਦੁੱਖ ਤੋਂ, ਜਾਂ ਬੇਹੱਦ ਕੋਈ ਖੁਸ਼ੀ ਤੋਂ, ਜਿਵੇਂ ਲੋਟਰੀ ਵਗੈਰਾ ਨਿਕਲ ਆਏ। ਹੁਣ ਤਾਂ ਬਸ ਚੰਗੇ ਭਲਿਆਂ ਨੂੰ। ਇਹ ਜੀ ਅੱਜ ਕੱਲ੍ਹ ਦੀ ਫਾਸਟ ਲਾਈਫ, ਤੇਜ਼ ਰਫ਼ਤਾਰ ਜ਼ਿੰਦਗੀ, ਮਨ ਦੀਆਂ ਪਰੇਸ਼ਾਨੀਆਂ, ਕਈ ਕਿਸਮ ਦੀਆਂ ਟੈਨਸ਼ਨ ਤਣਾਓ ਕਰਕੇ ਹੈ। ਅੱਜ ਕੱਲ੍ਹ ਜੀਣਾ ਬੜਾ ਮੁਸ਼ਕਿਲ ਹੈ। ਬਹੁਤ ਹੀ ਫਿਕਰ, ਚਿੰਤਾਵਾਂ ਲੱਗੀਆਂ ਰਹਿੰਦੀਆਂ। ਤਦੇ ਤਾਂ ਲੋਕੀ ਗੋਲੀਆਂ ਖਾਂਦੇ ਰਹਿੰਦੇ ਆ। ਡਾਕਟਰ ਦੀ ਗੱਲ ਤੇ ਕੰਪੋਜ਼ ਖਾਣ ਨੂੰ ਕਹਿੰਦੇ ਆ ਬਸ ਫਿਕਰ ਘਟਾਓ, ਚਿੰਤਾ ਨਾ ਕਰੋ, ਦਿਮਾਗ ਤੇ ਬੋਝ ਨਾ ਪੈਣ ਦਿਓ। ਬਸ ਇਸੇ ਤਰ੍ਹਾਂ ਦੀਆਂ ਹੀ ਗੱਲਾਂ ਮਰੀਜ਼ ਤੇ ਉਹਨਾਂ ਨਾਲ ਆਏ ਸਾਥੀ ਆਪਸ 'ਚ ਕਰਦੇ। ਫਿਕਰ, ਚਿੰਤਾਵਾਂ, ਤਣਾਓ ਵਾਕਈ ਬਹੁਤ ਹੈ। ਨੀਂਦ ਮੈਨੂੰ ਵੀ ਘੱਟ ਆਉਂਦੀ ਹੈ ਤੇ ਡਾਕਟਰ ਕੰਪੋਜ਼ ਖਾਣ ਲਈ ਕਿਹਾ ਹੋਇਆ ਹੈ। ਚਿੰਤਾ ਨਾ ਕਰੋ, ਰਿਲੈਕਸ, ਇਹੀ ਡਾਕਟਰ ਕਹਿੰਦੇ ਆ। ਪਰ ਚਿੰਤਾ ਕਿਵੇਂ ਨਾ ਲੱਗੇ? ਆਦਮੀ ਸੋਚਣੋਂ ਤਾਂ ਹੀ ਹਟ ਸਕਦਾ ਜੇ ਕਿਸੇ ਕੰਮ 'ਚ ਆਪਣੇ ਆਪ ਨੂੰ ਮਗਨ ਕਰ ਲਏ, ਖਾਸ ਕਰਕੇ ਜਿਸਮਾਨੀ ਮਿਹਨਤ ਵਾਲੇ ਕੰਮ 'ਚ, ਜਿਸ 'ਚ ਸਰੀਰ ਦੇ ਅੰਗਾਂ ਦੀ ਹਿਲਜੁਲ ਵੀ ਹੁੰਦੀ ਰਹੇ, ਥਕਾਵਟ ਹੋਵੇ ਤੇ ਫਿਰ ਨੀਂਦ ਨਾ ਆ ਸਕੇ। ਪਰ ਬਹੁਤ ਕੰਮ ਕਰਨ ਦੀ ਬਹੁਤੀ ਹਿਲਜੁਲ ਤੇ ਹਾਲੇ ਪਾਬੰਦੀ ਹੈ, ਨਾ ਹੀ ਸਮਰੱਥਾ ਰਹੀ ਹੈ। ਇਸ ਤਕਲੀਫ ਕਰਕੇ ਵਿਹਲਿਆਂ ਦਿਮਾਗ ਨੇ ਸੋਚਣਾ ਹੀ ਹੈ। ਦਿਮਾਗ ਸੋਚੇਗਾ ਤਾਂ ਦੁਖੀ ਹੋਏਗਾ। ਜ਼ਿੰਦਗੀ 'ਚ ਕਾਫੀ ਮਾਯੂਸੀਆਂ ਹੁੰਦੀਆਂ ਹਨ। ਹਰ ਗੱਲ ਦਾ, ਹਰ ਘਟਨਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਜੇ ਹੀ ਸੋਚਿਆ ਜਾਏ ਤਾਂ ਕਿ ਇਹ ਤਕਲੀਫ ਕਿਵੇਂ ਹੋਈ, ਤਾਂ ਆਪਣੀ ਪਿਛਲੀ ਜ਼ਿੰਦਗੀ ਵਿੱਚੋਂ ਪੁਰਾਣੇ ਨਵੇਂ ਕਾਰਨ ਲੱਭ ਸਕਦੇ ਹਨ। ਬਾਹਰ ਜ਼ਿੰਦਗੀ ਤੋਂ ਜੂਝਣ ਤੋਂ ਇਲਾਵਾ, ਕੰਮ ਦੀਆਂ ਪਰੇਸ਼ਾਨੀਆਂ ਤੋਂ ਇਲਾਵਾ, ਘਰੇਲੂ ਜ਼ਿੰਦਗੀ ਆਪਣੇ ਆਪ 'ਚ ਤਣਾਅ ਹੈ। ਘਰ 'ਚ ਬਸ ਛੋਟੀਆਂ ਛੋਟੀਆਂ ਗੱਲਾਂ ਤੇ ਬਹਿਸ ਝਗੜਾ, ਖਰਚੇ ਬਹੁਤ ਹਨ, ਮਹਿੰਗਾਈ ਬਹੁਤ ਹੈ, ਕਮਾਈ ਕਾਫੀ ਨਹੀਂ। ਬੱਚਿਆਂ ਨੂੰ ਸਭ ਕੁਝ ਚਾਹੀਦਾ, ਉਹਨਾਂ ਨੂੰ ਕੀ ਪਤਾ ਪਿਓ ਕੀ ਕਮਾਉਂਦਾ ਹੈ, ਕਿਹਨਾਂ ਹਾਲਤਾਂ 'ਚ ਕਮਾਉਂਦਾ ਹੈ। ਬੱਚਿਆਂ ਦਾ ਰੌਲਾ ਗੋਲਾ, ਉਹਨਾਂ ਦਾ ਲੜਾਈ ਝਗੜਾ, ਬੀਬੀ ਨਾਲ ਖਿਝ ਖਿਝਾਟ, ਤੇ ਫਿਰ ਬਲੱਡ ਪ੍ਰੈਸ਼ਰ, ਪੀਣਾ, ਇਹੀ ਸੋਚਣਾ ਕਿ ਸਭ ਛੱਡ ਛਡਾ ਕੇ ਬਸ ਘਰੋਂ ਨਿਕਲ ਜਾਓ। ਫਿਰ ਇਹਨਾਂ ਨੂੰ ਪਤਾ ਲੱਗੇ ਕਿ ਕੀ ਭਾਵ ਵਿਕਦੀ ਹੈ। ਬੀਬੀ ਜੋ ਹਰ ਗੱਲ ਤੇ ਸੜੂ ਬੜੂ ਕਰਦੀ ਰਹਿੰਦੀ ਹੈ, ਕੀ ਫਾਇਦਾ ਉਹਦੀ ਸੇਵਾ ਦਾ, ਚੰਗੀ ਰੋਟੀ ਪਕਾ ਕੇ ਖਵਾਉਣ ਦਾ, ਜੇ ਉਹਦੀ ਜ਼ੁਬਾਨ ਹੀ ਚੱਲਦੀ ਰਹਿਣੀ ਹੈ। ਪਰ ਉਹ ਥੋੜ੍ਹੀ ਦੇਰ ਦਾ ਗੁੱਸਾ ਹੁੰਦਾ, ਲੱਥ ਜਾਂਦਾ ਹੈ। ਬੱਚਿਆਂ ਵਿਚਾਰਿਆਂ ਦਾ ਕੀ ਕਸੂਰ? ਉਹ ਬੇਦੋਸ਼ੇ ਮਾਸੂਮ, ਉਹਨਾਂ ਨੂੰ ਹਾਲੇ ਜ਼ਿੰਦਗੀ ਦੇ ਸੰਘਰਸ਼ ਦਾ ਕੀ ਪਤਾ। ਉਂਝ ਕਿੰਨੇ ਪਿਆਰੇ ਹਨ ਮੂੰਹ ਉਹਨਾਂ ਦੇ। ਬੀਬੀ ਜਦੋਂ ਚੰਗੇ ਮੂਡ 'ਚ ਹੁੰਦੀ ਹੈ ਤਾਂ ਕਿੰਨੀ ਸੋਹਣੀ ਲੱਗਦੀ ਹੈ। ਜਦੋਂ ਅਟੈਕ ਹੋਇਆ ਸੀ 2 ਹਫ਼ਤੇ ਹਸਪਤਾਲ ਰਹਿਣਾ ਪਿਆ ਸੀ। ਕਿਵੇਂ ਮੁਰਝਾ ਗਏ ਸਨ ਉਹਨਾਂ ਦੇ ਚਿਹਰੇ। ਜੇ ਵੇਲੇ ਸਿਰ ਡਾਕਟਰੀ ਮਦਦ ਨਾ ਮਿਲਦੀ ਤਾਂ ਪਤਾ ਨਹੀਂ ਕੀ ਹੋ ਜਾਂਦਾ। ਵਿਚਾਰੇ ਅਨਾਥ ਹੋ ਜਾਣੇ ਸਨ, ਜ਼ਿੰਦਗੀ ਰੁਲ ਜਾਣੀ ਸੀ ਉਹਨਾਂ ਦੀ, ਆਪਣੇ ਮਾਮੇ ਦੇ ਪਰਿਵਾਰ ਵਾਂਗ। ਵਿਚਾਰਾ ਛੋਟੇ ਛੋਟੇ ਬੱਚਿਆਂ ਨੂੰ ਛੱਡ
ਚੱਲ ਵਸਿਆ ਸੀ ਤੇ ਜੋ ਪੈਸੇ ਕਾਰਖਾਨੇ 'ਚੋਂ ਮਿਲੇ ਸਾਲ ਨਾ ਲੱਗਾ ਖਤਮ ਹੋਣ ਨੂੰ, ਤੇ ਬਾਅਦ 'ਚ ਕਿਸੇ ਨੇ ਬਾਤ ਤੱਕ ਨਹੀਂ ਪੁੱਛੀ ਟੱਬਰ ਦੀ। ਵਿਚਾਰੇ ਰੁਲ ਰੁਲ ਕੇ ਹੀ ਤਾਂ ਪਲੇ ਸੀ ਤੇ ਮਸਾਂ ਹੀ ਵੱਡੇ ਹੋ ਕੇ ਕਿਤੇ ਥੋੜ੍ਹਾ ਬਹੁਤ ਕਮਾਉਣ ਜੋਗੇ ਹੋਏ ਸੀ, ਆਪਣੇ ਪੈਰਾਂ 'ਤੇ ਖੜੇ ਹੋ ਸਕੇ ਸਨ। ਨਹੀਂ ਨਹੀਂ, ਹਾਲੇ ਜ਼ਿੰਦਗੀ ਚਾਹੀਦੀ ਹੈ। ਘਰੇਲੂ ਲੜਾਈਆਂ ਝਗੜੇ ਤੇ ਹੁੰਦੇ ਹੀ ਰਹਿੰਦੇ ਹੈ, ਪਰ ਹੁਣ ਤਾਂ ਬੀਬੀ ਵੀ ਘੱਟ ਬੋਲਦੀ ਹੈ, ਬੱਚੇ ਵੀ ਘੱਟ ਲੜਦੇ ਹੈ। ਕਿਤੇ ਡੈਡੀ ਦਾ ਬਲੱਡ ਪ੍ਰੈਸ਼ਰ ਨਾ ਵੱਧ ਜਾਏ ਤੇ ਫਿਰ ਕੋਈ ਗੜਬੜ ਨਾ ਹੋ ਜਾਏ। ਪੂਰਾ 9/9 ਤੇ ਨਾ ਸਹੀ ਕੰਮ ਤੇ ਜਾਣ ਲੱਗ ਪਿਆ। ਤਨਖਾਹ ਤਾਂ ਪੂਰੀ ਮਿਲ ਰਹੀ ਹੈ, ਘਰ ਦਾ ਗੁਜ਼ਾਰਾ ਤਾਂ ਚੱਲ ਹੀ ਰਿਹਾ, ਬੱਚੇ ਪਲ ਰਹੇ ਹਨ। ਬਿਮਾਰੀ ਦੇ ਦਿਨ ਮੈਡੀਕਲ ਲੀਵ 'ਚ ਆ ਗਏ ਸਨ। ਪੱਕੀ ਨੌਕਰੀ ਦਾ ਕੁਝ ਤਾਂ ਫਾਇਦਾ ਹੈ। ਵਿਚਾਰੇ ਪ੍ਰੇਮ ਨੂੰ ਤਾਂ ਮੈਡੀਕਲ ਲੀਵ ਵੀ ਨਹੀਂ ਸੀ ਮਿਲ ਸਕਦੀ। ਨੌਕਰੀ ਛੱਡ ਬਿਜ਼ਨਸ ਕਰਨ ਦੀ ਸੋਚੀ। ਬਿਜ਼ਨਸ ਠੀਕ ਚੱਲਿਆ ਨਹੀਂ ਤੇ ਦਿਲ ਦੀ ਤਕਲੀਫ ਹੋ ਗਈ। ਜਿੰਨੀ ਦੇਰ ਬਿਮਾਰ ਰਿਹਾ ਕਮਾਈ ਬੰਦ, ਪਰ ਖਰਚਾ ਓਨਾ ਹੀ, ਘਰ ਦਾ ਵੀ ਤੇ ਇਲਾਜ ਦਾ ਵੀ। ਹੁਣ ਵੀ ਉਹ ਛੁੱਟੀ ਨਹੀਂ ਕਰ ਸਕਦਾ। ਉਹਨਾਂ ਕੁ ਕੰਮ ਕਰਦਾ ਜਿੰਨਾ ਕੁ ਸਰੀਰ ਸਹਾਰ ਸਕੇ ਤੇ ਮੁਸ਼ਕਿਲ ਨਾਲ ਹੀ ਗੁਜ਼ਾਰਾ ਚੱਲਦਾ ਹੈ। ਉਸ ਨਾਲੋਂ ਤਾਂ ਮੈਂ ਕਿਤੇ ਚੰਗਾ। ਕੀ ਹੋਇਆ ਜੇ ਜ਼ਿੰਦਗੀ 'ਚ ਕੁਝ ਤੰਗੀਆਂ ਹਨ, ਕੁਝ ਘਾਟ ਹੈ, ਕੁਝ ਨਿਰਾਸ਼ਤਾਵਾਂ ਰਹੀਆਂ ਹਨ, ਪਰ ਹੁਣ ਹੋਰ ਅੱਗੇ ਕੁਝ ਨਹੀਂ ਤਾਂ ਘਰ ਦੇ ਖਰਚੇ ਚਲਾਉਣ ਲਈ ਬਕਾਇਆ ਆਮਦਨੀ ਤਾਂ ਹੈ। ਕੀ ਹੋਇਆ ਜੇ ਜ਼ਿੰਦਗੀ ਲਈ ਉਹ ਪੁਰਾਣਾ ਜੋਸ਼, ਉਹ ਭੱਜ ਦੌੜ ਨਹੀਂ ਹੋ ਸਕਦੀ। ਮਹੀਨੇ ਦੀ ਤਨਖਾਹ ਪਰਿਵਾਰ ਨੂੰ ਰੋਟੀ ਤਾਂ ਖਵਾ ਸਕਦੀ ਹੈ। ਚਿੰਤਾਵਾਂ ਤਾਂ ਲੱਗੀਆਂ ਹੀ ਰਹਿਣਗੀਆਂ, ਗੋਲੀਆਂ ਦਵਾਈ ਤਾਂ ਚੱਲਦੀ ਰਹੇਗੀ ਖਾਣੇ ਵਾਂਗ। ਜਿੰਨੀ ਦੇਰ ਵੀ ਨਿਕਲਦੀ ਹੈ ਕੱਢਣੀ ਹੈ। ਇਸ ਵਤੀਰੇ ਨੂੰ ਅਪਣਾ ਲਿਆ ਹੈ। ਹਰ ਮਹੀਨੇ ਚੈੱਕਅਪ ਕਰਵਾ ਲੈਣਾ, ਬਹੁਤ ਸਿਹਤ ਤਸੱਲੀ ਬਖਸ਼ ਚੱਲ ਰਹੀ ਹੈ ਤੇ ਡਾਕਟਰ ਇਹੀ ਕਹਿੰਦੇ ਹੈ ਦਵਾਈ ਜਾਰੀ ਰੱਖੋ। ਬਲੱਡ ਪ੍ਰੈਸ਼ਰ ਕੰਟਰੋਲ 'ਚ ਰੱਖਣ ਦੀ ਜ਼ਰੂਰਤ ਹੈ। ਪੂਰੀ ਨੋਰਮਲ ਤੇ ਨਹੀਂ, ਪਰ ਤਕਰੀਬਨ ਨੋਰਮਲ ਜ਼ਿੰਦਗੀ ਜੀ ਸਕਦੇ ਹੋ। ਸਿਰਫ ਫਿਕਰ ਮਨ ਨੂੰ ਨਾ ਲਾਓ। ਟੇਕ ਐਵਰੀਥਿੰਗ ਈਜ਼ੀ। ਤੁਹਾਡਾ ਨੰਬਰ ਨਹੀਂ ਆਇਆ ਹਾਲੇ। ਮੇਰੇ ਨਾਲ ਬੈਠੀ ਸਫੈਦ ਸਾਫ ਸੁਥਰੀ ਸਾੜੀ ਪਾਈ ਹੋਈ ਇੱਕ ਕੁੜੀ ਵਡੇਰੀ ਉਮਰ ਦੀ ਔਰਤ ਨੂੰ ਪੁੱਛ ਰਹੀ ਸੀ। ਜੀ ਨਹੀਂ, ਆ ਜਾਏਗਾ। ਹੁਣ ਅਸੀਂ 5-7 ਹੀ ਤਾਂ ਰਹਿ ਗਏ ਹਾਂ, ਸਾਰਾ ਦਿਨ ਲੱਗ ਜਾਂਦਾ ਇੱਥੇ। ਹਾਂਜੀ ਉਹ ਤਾਂ ਹੈ ਹੀ। ਦੇਖੋ ਨਾ, ਘਰ ਦੇ ਕਿੰਨੇ ਝਮੇਲੇ ਹੁੰਦੇ ਨੇ, ਇੰਨੀ ਦੂਰੋਂ ਆਉਣਾ ਪੈਂਦਾ। ਪਿੱਛੋਂ ਗੁਆਂਢੀਆਂ ਨੂੰ ਕਿਹਾ ਆਈ ਸਾਂ ਕਿ ਸਕੂਲੋਂ ਬੱਚੇ ਆਉਣ ਤਾਂ ਉਹਨਾਂ ਨੂੰ ਰੱਖ ਲੈਣ। ਇੱਥੇ 1 ਤਾਂ ਵੱਜ ਗਿਆ, ਘਰ ਪਹੁੰਚਦਿਆਂ ਨੂੰ 3 ਵੱਜ ਜਾਣੇ ਨੇ। ਤੁਹਾਨੂੰ ਕਦੋਂ ਤਕਲੀਫ ਹੋਈ ਸੀ? ਮੈਂ ਆਮ ਵਾਂਗੂ ਗੱਲ ਛੇੜੀ। ਹੋ ਗਈ ਕੋਈ 6 ਮਹੀਨੇ। ਕਿਵੇਂ ਅਟੈਕ ਹੋਇਆ? ਜੀ ਅਟੈਕ ਤਾਂ ਨਹੀਂ ਹੋਇਆ, ਪਰ ਕੁਝ ਤਕਲੀਫ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ। ਚੱਕਰ ਆਉਂਦੇ ਸਨ, ਦਿਲ ਦੀ ਧੜਕਣ ਵੱਧ ਜਾਂਦੀ ਸੀ। ਦਿਖਾਇਆ ਤਾਂ ਦਿਲ ਦੀ ਤਕਲੀਫ ਨਿਕਲੀ। ਹੁਣ 6 ਮਹੀਨੇ ਹੋ ਗਏ ਨੇ ਦਵਾਈ ਖਾਂਦਿਆਂ, ਖਰਚੇ ਚੱਲਦੇ ਹੀ ਨਹੀਂ ਤੇ 50-60 ਰੁਪਇਆਂ ਦੀਆਂ ਮਹੀਨੇ ਦੀਆਂ ਦਵਾਈਆਂ ਹੀ ਹੋ ਜਾਂਦੀਆਂ ਨੇ। ਇੱਥੋਂ ਤਾਂ ਕਈ ਦਵਾਈਆਂ ਮਿਲਦੀਆਂ ਹੀ ਨਹੀਂ। ਨਾਲੇ ਕੌਣ ਆਏ ਹਰ ਹਫ਼ਤੇ ਇੰਨੀ ਦੂਰੋਂ ਹਸਪਤਾਲ ਸਿਰਫ ਦਵਾਈ ਲੈਣ। ਡਾਕਟਰ ਕਹਿੰਦੇ ਨੇ ਕਿ ਸਭ ਕੁਝ ਚਿੰਤਾ ਕਰਕੇ, ਫਿਕਰਾਂ ਕਰਕੇ ਹੁੰਦਾ ਹੈ। ਤੇ ਮੈਂ ਉਹੀ ਘਿਸਿਆ ਪਿਟਿਆ ਵਾਕ ਦੁਹਰਾਇਆ। ਕਿਹੜੀਆਂ ਦਵਾਈਆਂ ਦਿੱਤੀਆਂ ਨੇ ਤੁਹਾਨੂੰ? ਉਹਨੇ ਮੈਨੂੰ ਆਪਣੀ ਪਿਛਲੀ ਪਰਚੀ ਵਿਖਾਈ, ਵਿੱਚ ਕੰਪੋਜ਼ ਵੀ ਲਿਖੀ ਸੀ। ਨੀਂਦ ਨਹੀਂ ਆਉਂਦੀ ਹੋਣੀ? ਹਾਂਜੀ ਬਹੁਤ ਘੱਟ ਆਉਂਦੀ ਹੈ। ਆਵੇ ਵੀ ਕਿਵੇਂ? ਕੋਈ ਨਾ ਕੋਈ ਚਿੰਤਾ ਜੋ ਲੱਗੀ ਰਹਿੰਦੀ ਹੈ। ਕੰਪੋਜ਼ ਤਾਂ ਅੱਜ ਕੱਲ੍ਹ ਹਰ ਇੱਕ ਨੂੰ ਦੇ ਦਿੰਦੇ ਹੈ। ਪੇਟ ਦਰਦ ਹੋਏ ਤਾਂ ਵੀ ਕੰਪੋਜ਼ ਕਹਿੰਦੇ ਨੇ। ਚਿੰਤਾ ਦਾ ਪੇਟ ਨਾਲ ਵੀ ਸੰਬੰਧ ਹੈ। ਮੈਂ ਹਾਸੇ 'ਚ ਮੇਲ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਚਿੰਤਾਵਾਂ ਦਾ ਜੀ ਕਿਵੇਂ ਜਾਣ? ਡਾਕਟਰ ਲੋਕ ਕਹਿ ਤਾਂ ਛੱਡਦੇ ਨੇ ਚਿੰਤਾ ਨਾ ਕਰੋ, ਪਰ ਕਹਿਣਾ ਆਸਾਨ ਹੈ, ਕਰ ਹੁੰਦਾ ਤੇ ਨਹੀਂ। ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਚਿੰਤਾ ਨੂੰ ਹਟਾਉਣਾ ਹੀ ਚਾਹੀਦਾ ਹੈ ਜਿਉਣ ਲਈ। ਹਾਂਜੀ ਜੀਣਾ ਤਾਂ ਹੋਇਆ ਨਾ, ਪਰ ਇਹ ਵੀ ਕੋਈ ਜੀਣਾ ਹੋਇਆ ਰੀਂਗ ਰੀਂਗ ਕੇ। ਕਦੀ ਛਾਤੀ 'ਚ ਦਰਦ, ਕਦੀ ਬਾਂਹ 'ਚ ਦਰਦ, ਕਦੀ ਦਿਲ ਦੀ ਧੜਕਣ ਵੱਧ ਗਈ। ਮੌਤ ਚੰਗੀ ਹੋਏਗੀ, ਪਰ ਇਹਨਾਂ ਬੱਚਿਆਂ ਦਾ ਕੀ ਬਣੇਗਾ? ਹੁਣ ਤਾਂ ਫਿਰ ਵੀ ਰੋਟੀ ਚੱਲਦੀ ਹੈ ਕਿਸੇ ਤਰ੍ਹਾਂ। ਜਿੰਨੀ ਦੇਰ ਚੱਲਦੀ ਹੈ ਉਨੀ ਦੇਰ ਹੀ ਸੀ। ਬੱਚਿਆਂ ਦੇ ਮੂੰਹ ਨੂੰ ਹੀ ਸਹੀ, ਬਾਅਦ 'ਚ ਆਪੋ ਆਪਣੇ ਭਾਗ। ਇਹਨਾਂ ਬੱਚਿਆਂ ਦੇ ਆਪਣੇ ਭਾਗ। ਪਿੱਛੋਂ ਕਿਸੇ ਨੇ ਕੀ ਵੇਖਿਆ? ਉਹ ਚੁੱਪ ਕਰ ਗਈ, ਉਹਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਕਹਿਣਾ ਆਸਾਨ ਹੈ। ਮੇਰਾ ਵੱਡਾ ਲੜਕਾ 22 ਸਾਲ ਦਾ ਹੋ ਚੱਲਿਆ। ਉਹਨੂੰ ਸ਼ੁਰੂ ਤੋਂ ਹੀ ਘੱਟ ਦਿਸਦਾ ਸੀ, ਹੁਣ ਤਾਂ ਸਮਝੋ ਦਿਸਣੋਂ ਹੀ ਹਟ ਗਿਆ। ਉਂਝ ਵੀ ਕਮਜ਼ੋਰ ਹੈ। ਉਹਨੂੰ ਇੱਕ ਸੰਗੀਤ ਸਕੂਲ 'ਚ ਭੇਜਦੀ ਹਾਂ, ਹੋਰ ਕਰ ਵੀ ਕੀ ਸਕਦੀ। ਮੈਂ ਉਹਨੂੰ ਖੁਦ ਛੱਡਣ ਤੇ ਲੈਣ ਜਾਂਦੀ ਹਾਂ, ਆਪ ਹੱਥੀਂ ਪਕੜ ਕੇ ਉਹਨੂੰ ਸੜਕ ਪਾਰ ਕਰਾਉਂਦੀ ਹਾਂ। ਤੁਸੀਂ ਆਪ ਸੋਚੋ, ਜਿਹੜੀ ਮਾਂ 22 ਸਾਲ ਦੇ ਲੜਕੇ ਨੂੰ ਹਾਲੇ ਵੀ ਹੱਥ ਪਕੜ ਕੇ ਸੜਕ ਪਾਰ ਕਰਾਉਂਦੀ ਹੈ, ਉਹਦੇ ਦਿਲ 'ਤੇ ਕੀ ਗੁਜ਼ਰਦੀ ਹੋਵੇਗੀ? ਕੀ ਭਵਿੱਖ ਹੈ ਉਸ ਬੱਚੇ ਦਾ ਜਦੋਂ ਪਿਓ ਦਾ ਸਾਇਆ ਵੀ ਸਿਰ 'ਤੇ ਨਾ ਹੋਵੇ? ਤੇ ਡਾਕਟਰ ਕਹਿੰਦੇ ਨੇ ਚਿੰਤਾ ਨਾ ਕਰੋ। ਚਿੰਤਾ ਕਿਵੇਂ ਨਾ ਕੀਤੀ ਜਾਏ? ਅੱਥਰੂ ਉਹਦੀਆਂ ਅੱਖਾਂ 'ਚੋਂ ਡੁੱਲ ਕੇ ਵਗ ਤੁਰੇ ਸਨ। ਅੰਦਰੋਂ ਮੈਨੂੰ ਆਵਾਜ਼ ਪੈ ਗਈ, ਮੇਰਾ ਨੰਬਰ ਆ ਗਿਆ ਸੀ। ਧੰਨਵਾਦ। ਅਗਲੀ ਕਹਾਣੀ ਹੈ ਚੱਜ ਦਾ ਕੰਮ। ਕਹਾਣੀਕਾਰ ਡਾਕਟਰ ਅਜੀਤ ਸਿੰਘ। ਜੇ ਉਹ ਜ਼ਿਲ੍ਹਾ ਬੋਰਡ ਦੇ
ਮਿਡਲ ਸਕੂਲ ਦਾ ਹੈਡਮਾਸਟਰ ਲੱਗਣ ਮਗਰੋਂ ਆਪਣੇ ਆਪ ਨੂੰ ਪੰਜਾਬ ਦਾ ਗਵਰਨਰ ਸਮਝਦਾ ਸੀ ਤਾਂ ਇਹਦੇ ਕੁਝ ਨਿਸ਼ਚਿਤ ਕਾਰਨ ਸਨ। ਪਹਿਲੀ ਗੱਲ ਤਾਂ ਇਹ ਸੀ ਕਿ ਉਹ ਆਪਣੇ ਟੱਬਰ ਦੀਆਂ 3 ਪੀੜ੍ਹੀਆਂ 'ਚੋਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਸੀ। ਸ਼ਰੀਕੇ ਦੀ ਤਾਂ ਗੱਲ ਹੀ ਛੱਡੋ, ਉਹ ਤਾਂ ਆਪਣੇ ਸਾਰੇ ਪਿੰਡ ਵਿੱਚੋਂ ਸਭ ਤੋਂ ਵੱਧ ਪੜ੍ਹਾਈ ਕਰਨ ਵਾਲਾ ਪਹਿਲਾ ਮੁੰਡਾ ਸੀ। 2-4 ਜਿਹੜੇ ਉਸ ਨਾਲੋਂ ਵੱਧ ਪੜ੍ਹੇ ਹੋਏ ਸਨ ਉਹ ਜਾਂ ਤਾਂ ਕੈਨੇਡਾ ਗਏ ਸੀ ਜਾਂ ਅਮਰੀਕਾ ਦੇ, ਤੇ ਇਹਨਾਂ ਨੂੰ ਕਿਵੇਂ ਵੀ ਪਿੰਡ ਦਿਆਂ ਲੋਕਾਂ 'ਚ ਸ਼ਾਮਲ ਨਹੀਂ ਸੀ ਕੀਤਾ ਜਾ ਸਕਦਾ। ਇਹ ਗੱਲ ਵੱਖਰੀ ਸੀ ਕਿ ਪੜ੍ਹਾਈ ਉਹਨੂੰ ਹੱਡ ਗੋਡੇ ਰਗੜ ਕੇ ਕਰਨੀ ਪਈ ਸੀ। ਜਿਵੇਂ ਕਿਵੇਂ ਪਹਿਲਾਂ ਉਸ ਨਾਲ ਦੇ ਪਿੰਡ ਵਾਲੇ ਖਾਲਸਾ ਹਾਈ ਸਕੂਲ 'ਚ 10ਵੀਂ ਕੀਤੀ ਸੀ, ਅੱਗੋਂ ਘਰ ਦੇ ਉਹਨੂੰ ਪੜ੍ਹਾ ਨਹੀਂ ਸੀ ਸਕੇ। ਬਸ ਫਿਰ ਕੀ ਸੀ, ਪਹਿਲਾਂ ਉਹਨੇ ਗਿਆਨੀ ਕੀਤੀ, ਫਿਰ BA, ਇਸ ਪਿੱਛੋਂ ਕੁਝ ਚਿਰ ਇੱਧਰ ਉੱਧਰ ਅਨਟ੍ਰੇਨਡ ਟੀਚਰ ਲੱਗਾ ਰਿਹਾ, ਇਸ ਪਿੱਛੋਂ ਭੱਜ ਨੱਠ ਕਰਕੇ BA BT ਕਰ ਲਈ। ਹੁਣ ਜਦੋਂ ਆਪਣੇ ਨਾਂ ਨਾਲ BA BT ਲਾਉਂਦਾ ਤਾਂ ਉਹ ਫੁੱਲਿਆ ਨਹੀਂ ਸਮਾਉਂਦਾ। BA BT ਕਰਨ ਪਿੱਛੋਂ ਮਿਡਲ ਸਕੂਲ ਦੀ ਹੈਡਮਾਸਟਰੀ ਤਾਂ ਮਿਲੀ, ਨਾਲ ਹੀ ਇਸ ਪੜ੍ਹਾਈ ਨੇ ਉਹਦੇ ਸਵੈਮਾਨ ਨੂੰ ਬੜਾ ਬੁਲੰਦ ਕਰ ਦਿੱਤਾ। ਹੁਣ ਤੀਕ ਉਹ ਆਪਣੇ ਆਪ ਨੂੰ ਹੀਣਾ ਸਮਝਦਾ ਰਿਹਾ ਸੀ, ਭਾਵੇਂ ਇਹਦਾ ਵੱਡਾ ਕਾਰਨ ਉਹਦੇ ਦਾਦਾ ਦਾਦੀ ਸਨ। ਉਹਦਾ ਦਾਦਾ ਭਾਵੇਂ ਅਨਪੜ੍ਹ ਵਿਅਕਤੀ ਸੀ ਪਰ ਸੀ ਬੜਾ ਸਮਝਦਾਰ। ਇਹ ਤੋਂ ਵੀ ਵੱਧ ਉਹ ਹੱਥਾਂ ਦਾ ਸੁੱਚਾ ਕਾਰੀਗਰ ਸੀ। ਪਟੜੀ ਫੇਰ ਪਿੰਡਾਂ 'ਚ ਉਸ ਜਿਹਾ ਚੰਗਾ ਦਰਜੀ ਨਹੀਂ ਸੀ। ਹਮੇਸ਼ਾ ਕੰਮ ਦਾ ਢੇਰ ਲੱਗਾ ਰਹਿੰਦਾ ਤੇ ਉਹ ਕੰਮ 'ਚ ਮਸਤ ਰਹਿੰਦਾ। ਸ਼ਰਾਬ, ਮਾਸ ਤੇ ਅੰਡੇ ਨੂੰ ਹੱਥ ਉਹਨੇ ਲਾ ਕੇ ਨਹੀਂ ਸੀ ਦੇਖਿਆ, ਪਰ ਜਿਹੜੀ ਗੱਲ ਉਹਨੂੰ ਚੰਗੀ ਨਹੀਂ ਲੱਗਦੀ ਸੀ ਉਹ ਸੀ ਲੋਕਾਂ ਦਾ ਲਾਗੀਪੁਣਾ ਕਰਨਾ। ਵਿਆਹ ਸ਼ਾਦੀ ਉੱਤੇ ਉਹਦਾ ਦਾਦਾ ਤੇ ਉਹਦੀ ਦਾਦੀ ਕੋਰੇ ਲੈ ਕੇ ਜਾਂਦੇ, ਸ਼ਾਮ ਨੂੰ ਇਕੱਠੇ ਘਰ ਲਿਆਉਂਦੇ, ਅਗਲੇ ਦਿਨ ਫਿਰ ਧੋਤੇ ਹੋਏ ਲੈ ਕੇ ਜਾਂਦੇ। ਜਦੋਂ ਦੀ ਉਹ ਸੁਰਤ ਸੰਭਾਲੀ ਸੀ ਉਹਨਾਂ ਨੂੰ ਇਸ ਕੰਮੋਂ ਰੋਕ ਥੱਕ ਗਿਆ ਸੀ, ਪਰ ਉਹਨਾਂ ਨੂੰ ਨਾ ਇਸ ਗੱਲ ਵਿੱਚ ਕੁਝ ਭੈੜਾ ਲੱਗਦਾ ਸੀ, ਨਾ ਹੀ ਨਾ। ਉਹਦੇ ਪਿਤਾ ਜੀ ਕਈ ਵਾਰ ਇਸ ਗੱਲ ਪਿੱਛੇ ਲੜ ਚੁੱਕੇ ਸਨ ਤੇ ਆਖਰ ਉਹਨਾਂ ਕਹਿਣਾ ਹੀ ਛੱਡਤਾ ਸੀ। ਤੇ ਹੁਣ BA BT ਕਰਕੇ ਤੂੰ ਹੈਡਮਾਸਟਰ ਲੱਗ ਕੇ ਉਹ ਸਮਝਦਾ ਸੀ ਜਿਵੇਂ ਉਹਨੇ ਆਪਣੇ ਦਾਦੇ ਵਾਲੀ ਹੀਨਤਾ ਦਾ ਪਿੰਡ ਵਾਲਿਆਂ ਕੋਲੋਂ ਬਦਲਾ ਲੈ ਲਿਆ ਸੀ। ਪੜ੍ਹ ਤਾਂ ਉਹਦੇ ਪਿਤਾ ਜੀ ਨੇ ਵੀ ਜਾਣਾ ਸੀ, ਪਰ ਉਹ ਪੜ੍ਹ ਨਹੀਂ ਸੀ ਸਕੇ। ਜੇ ਉਹ ਪੜ੍ਹ ਜਾਂਦੇ ਤਾਂ ਘਰ ਦਾ ਨਕਸ਼ਾ ਹੀ ਹੋਰ ਹੁੰਦਾ। ਪਰ ਇਸ ਜੇ ਦਾ ਕਿਸੇ ਕੋਲ ਕੋਈ ਇਲਾਜ ਨਾ ਹੋਇਆ ਤੇ ਨਾ ਹੋ ਸਕੇਗਾ। ਹੋਇਆ ਇਉਂ ਕਿ ਜਦੋਂ ਉਹਦੇ ਪਿਤਾ ਜੀ 9ਵੀਂ 'ਚ ਸਨ ਤਾਂ ਉਹਨਾਂ ਮੁੰਡਿਆਂ ਨਾਲ ਮਿਲ ਕੇ ਸ਼ਰਾਬ ਪੀ ਲਈ। ਬਸ ਫਿਰ ਕੀ ਸੀ, ਉਹਦੇ ਦਾਦੇ ਨੇ ਪੜ੍ਹਨੋਂ ਹੀ ਹਟਾ ਲਿਆ। ਅਖੇ ਜੇ ਇਹੋ ਜਿਹੇ ਕਰਮ ਕਰਨੇ ਆ ਤਾਂ ਘਰੇ ਹੀ ਚੰਗਾ। ਨਾਲ ਲੀੜੇ ਸਿਉਣ ਲਾ ਲਿਆ। ਹੋਰ 2 ਸਾਲਾਂ ਪਿੱਛੋਂ ਵਿਆਹ ਕਰਤਾ। ਜੇ ਕਦੇ ਉਹਦੇ ਪਿਤਾ ਜੀ ਉਸ ਵੇਲੇ BA ਕਰ ਜਾਂਦੇ ਤਾਂ ਉਹਨਾਂ ਬੜਾ ਵੱਡਾ ਅਫਸਰ ਹੋਣਾ ਸੀ ਤੇ ਉਹ ਪਤਾ ਨਹੀਂ ਕੀ ਦਾ ਕੀ ਲੱਗਦਾ। ਫਿਰ ਤਾਂ ਵੀ ਹੈਡਮਾਸਟਰ ਕੋਈ ਘੱਟ ਅਫਸਰੀ ਨਹੀਂ ਸੀ। ਤੇ ਫਿਰ ਅਜਿਹੇ ਬੰਦੇ ਲਈ ਜਿਹੜਾ ਇਹੋ ਜਿਹੇ ਮਾਹੌਲ 'ਚੋਂ ਨਿਕਲ ਕੇ ਆਇਆ ਹੋਵੇ ਜਿਸ 'ਚ ਪੜ੍ਹਨਾ ਲਿਖਣਾ ਸੰਭਵ ਨਹੀਂ ਸੀ ਤੇ ਖਾਸਾ ਕਠਿਨ ਕੰਮ ਸੀ। ਹੈਡਮਾਸਟਰੀ ਦੀ ਅਫਸਰੀ ਦੀ ਤਾਂ ਉਹਨੂੰ ਖੁਸ਼ੀ ਹੀ ਸੀ। ਇਹਦੇ ਨਾਲ ਉਹ ਇਹ ਵੀ ਮਹਿਸੂਸ ਕਰਦਾ ਸੀ ਕਿ ਹੁਣ ਉਹ ਆਪਣੇ ਘਰ ਦਾ ਸਤਰ ਉੱਚਾ ਕਰ ਸਕੇਗਾ। ਉਹਦੇ ਦਾਦੇ ਦੀ ਮੌਤ ਪਿੱਛੋਂ ਭਾਵੇਂ ਉਹਦੇ ਪਿਤਾ ਜੀ ਨੇ ਦਰਜੀ ਦਾ ਕੰਮ ਛੱਡ ਕੇ ਕਰਿਆਨੇ ਦੀ ਦੁਕਾਨ ਖੋਲ੍ਹ ਲਈ ਸੀ, ਪਰ ਟੱਬਰ ਦਾ ਖਰਚਾ ਪੂਰਾ ਨਹੀਂ ਸੀ ਉਤਰਦਾ। ਇੱਕ ਤਾਂ ਪਰਿਵਾਰ ਵੱਡਾ ਸੀ, ਦੂਜੇ ਕਈ ਭੈਣ ਭਰਾ ਸਕੂਲਾਂ 'ਚ ਪੜ੍ਹਦੇ ਸਨ। ਉਹ ਜਿੰਨੀ ਵੀ ਬੱਚਤ ਕਰ ਸਕਦਾ ਸੀ ਕਰਦਾ, ਤਾਂ ਵੀ ਆਮਦਨ ਨਾਲੋਂ ਖਰਚ ਵਧਿਆ ਹੀ ਰਹਿੰਦਾ। ਘਰ 'ਚ ਤੰਗੀ ਤੁਰਸ਼ੀ ਵੜੀ ਹੀ ਰਹਿੰਦੀ। ਤੇ ਫਿਰ ਉਹਦੇ ਪਿਤਾ ਜੀ ਨੇ ਆਪਣੇ ਇੱਕ ਮਿੱਤਰ ਨਾਲ ਮਿਲ ਕੇ ਪਿੰਡ 'ਚ ਆਟੇ ਵਾਲੀ ਚੱਕੀ ਲਾ ਲਈ। ਉਹ ਜਿੰਨੀ ਕੁ ਸਹਾਇਤਾ ਕਰ ਸਕਦਾ ਸੀ ਕੀਤੀ। ਕੰਮ ਵਾਹਵਾ ਚੱਲ ਨਿਕਲਿਆ। ਟੱਬਰ ਅੱਗੇ ਨਾਲੋਂ ਸੌਖਾ ਸੀ, ਪਰ ਇਹਦਾ ਨੁਕਸਾਨ ਵੀ ਬੜਾ ਹੋਇਆ। ਇੱਕ ਤਾਂ ਉਹਦੇ ਪਿਤਾ ਜੀ ਬਿਮਾਰ ਰਹਿਣ ਲੱਗ ਪਏ, ਦੂਜਾ ਉਹ ਤੋਂ ਛੋਟੇ ਨੂੰ ਪੜ੍ਹਾਈ ਛੱਡ ਕੇ ਕੰਮ ਕਰਨਾ ਪਿਆ। ਸਭ ਤੋਂ ਵੱਡਾ ਹੋਣ ਦੇ ਨਾਤੇ ਉਹ ਸਮਝਦਾ ਸੀ ਕਿ ਆਪਣੇ ਪਿਤਾ ਜੀ ਦੀ ਹਰ ਜ਼ਿੰਮੇਵਾਰੀ 'ਚ ਵੱਧ ਤੋਂ ਵੱਧ ਹਿੱਸਾ ਲਵੇ। ਬੱਚਤ ਕਰਨ ਦਾ ਤਾਂ ਇੱਕ ਤਰ੍ਹਾਂ ਨਾਲ ਉਹਨੂੰ ਝੱਲ ਜਿਹਾ ਚੜਿਆ ਹੋਇਆ ਸੀ, ਭਾਵੇਂ ਇਹਨੂੰ ਕੰਜੂਸੀ ਨਹੀਂ ਸੀ ਆਖਿਆ ਜਾ ਸਕਦਾ। ਉਹਨੇ ਹਫ਼ਤੇ ਦੇ ਹਫ਼ਤੇ ਹੁਣ ਪਿੰਡ ਆਉਣਾ ਛੱਡਤਾ ਸੀ। 50-60 ਮੀਲਾਂ ਤੋਂ ਬੱਸ 'ਤੇ ਆਉਣਾ, ਫਿਰ ਬੱਸ 'ਤੇ ਜਾਣਾ, ਖਰਚਾ ਤਾਂ ਹੋਣਾ ਹੀ ਸੀ। ਇਸ ਲਈ ਹੁਣ ਉਹ 15-20 ਪਿੰਡ ਆਉਂਦਾ ਤੇ ਜੋ ਪੱਲੇ ਹੁੰਦਾ ਦੇ ਜਾਂਦਾ। ਮਿਡਲ ਸਕੂਲ ਦੀ ਹੈਡਮਾਸਟਰੀ ਥਾਣੇਦਾਰੀ ਤਾਂ ਹੈ ਨਹੀਂ ਸੀ ਕਿ ਜੇ ਉਹ ਚਾਹੁੰਦਾ ਤਾਂ ਪੈਸੇ ਦੇ ਢੇਰ ਲਾ ਦਿੰਦਾ। ਤਾਂ ਵੀ ਛੋਟੀ ਮੋਟੀ ਬੇਈਮਾਨੀ ਤਾਂ ਹਰ ਥਾਂ ਹੋ ਸਕਦੀ ਸੀ, ਪਰ ਉਹਨੇ ਸਹੁੰ ਖਾ ਰੱਖੀ ਸੀ ਕਿ ਟੱਬਰ ਪੈਸੇ ਦਾ ਵੀ ਹੇਰ ਫੇਰ ਨਹੀਂ ਸੀ ਕਰਨਾ। ਉਂਝ ਵੀ ਉਹਦਾ ਸਕੂਲ ਸੈਂਟਰ ਦਾ ਸਕੂਲ ਸੀ ਤੇ ਸਕੂਲਾਂ 'ਚ ਵਰਤਣ ਵਾਲੀਆਂ ਚੀਜ਼ਾਂ ਉਸ ਰਾਹੀਂ ਹੀ ਭੇਜੀਆਂ ਜਾਂਦੀਆਂ ਸਨ। ਜੇ ਉਹ ਚਾਹੁੰਦਾ ਤਾਂ 150 ਦੀ ਹੇਰਾਫੇਰੀ ਸਹਿਜੇ ਹੀ ਕਰ ਸਕਦਾ ਸੀ, ਪਰ ਇਹੋ ਜਿਹੀ ਗੱਲ ਉਂਝ ਹੀ ਉਹਦੇ ਸੁਭਾਅ ਦੇ ਵਿਰੁੱਧ ਸੀ। ਇਸੇ ਲਈ ਕਈ ਮਾਸਟਰ ਤੇ ਹੈਡਮਾਸਟਰ ਉਹਨੂੰ ਟੀਚਰਾਂ ਕਰਦੇ ਰਹਿੰਦੇ। ਇੱਥੋਂ ਤੀਕ ਕੇ ਆਏ ਹੋਏ ਸਾਥੀ ਮਾਸਟਰਾਂ ਦੇ ਚਾਹ ਪਾਣੀ ਦਾ ਪ੍ਰਬੰਧ ਵੀ ਉਹ ਆਪਣੀ ਜੇਬ 'ਚੋਂ ਕਰਦਾ। ਭਾਵੇਂ ਉਹ ਪੈਸੇ ਦਾ ਮੁਹਤਾਜ ਸੀ, ਤਾਂ ਵੀ ਕੋਈ ਹੀਣਾ ਕੰਮ ਨਹੀਂ ਸੀ ਕਰਨਾ
ਚਾਹੁੰਦਾ, ਹੀਣਤਾ ਤੋਂ ਉਹਨੇ ਮੁਸ਼ਕਿਲ ਨਾਲ ਪਿੱਛਾ ਛੁਡਾਇਆ ਸੀ। ਤੇ ਫਿਰ ਉਹ ਗੱਲ ਹੋ ਗਈ ਜਿਸ ਲਈ ਉੱਕਾ ਹੀ ਤਿਆਰ ਨਹੀਂ ਸੀ। ਅਰਥਾਤ ਘਰਦਿਆਂ ਨੇ ਉਹਦਾ ਵਿਆਹ ਕਰਨ ਲਈ ਮਨ ਬਣਾ ਲਿਆ। ਜੇ ਉਹ ਹਾਲੇ ਵਿਆਹ ਨਹੀਂ ਸੀ ਕਰਦਾ ਤਾਂ ਇਹਦਾ ਕਾਰਨ ਜ਼ਿੰਮੇਵਾਰੀਆਂ ਨੂੰ ਮਹਿਸੂਸ ਕਰਨਾ ਸੀ, ਤੇ ਜੋ ਇਸ ਇੱਕ ਦੋ ਵਾਰੀ ਕਹਿਣ ਉੱਤੇ ਹੀ ਹੁਣ ਵਿਆਹ ਕਰਵਾਉਣਾ ਮੰਨ ਲਿਆ ਸੀ ਤਾਂ ਇਹਦਾ ਕਾਰਨ ਉਸ ਨਾਲ ਵਿਆਹੀ ਜਾਣ ਵਾਲੀ ਕੁੜੀ ਦਾ ਨੌਕਰੀ ਕਰਨਾ ਸੀ। ਉਹ ਵੀ ਇੱਕ ਮਿਡਲ ਸਕੂਲ ਵਿੱਚ ਗਿਆਨੀ ਟੀਚਰ ਲੱਗੀ ਸੀ ਤੇ ਉਸ ਸੋਚਿਆ ਦੋਵਾਂ ਦੀ ਕਮਾਈ 'ਚੋਂ ਕੁਝ ਬਚਾਇਆ ਜਾ ਸਕਦਾ ਹੈ। ਦਿਨੋਂ ਦਿਨ ਪਰਿਵਾਰ ਦੇ ਵੱਧ ਰਹੇ ਖਰਚੇ ਨੂੰ ਢਾਹ ਲਾਈ ਜਾ ਸਕਦੀ ਹੈ। ਕਾਰਖਾਨੇ ਦਾ ਕੰਮ ਭਾਵੇਂ ਕਾਫੀ ਚੰਗਾ ਸੀ ਤਾਂ ਵੀ ਚਾਦਰ ਛੋਟੀ ਦੀ ਛੋਟੀ ਹੀ ਰਹੀ ਤੇ ਪੈਰ ਨੰਗੇ ਦੇ ਨੰਗੇ ਰਹੇ। ਖੈਰ, ਉਹਨੇ ਵਿਆਹ ਕਰਵਾ ਹੀ ਲਿਆ। ਕਹਿ ਕੁਹਾ ਕੇ ਆਪਣੇ ਘਰ ਵਾਲੀ ਤੇ ਨੇੜੇ ਦੇ ਸਕੂਲ 'ਚ ਬਦਲੀ ਕਰਵਾ ਲਈ। ਪੁੱਤ, ਆਪਣੇ ਪਿਓ ਦੀ ਕਬੀਲਦਾਰੀ ਨੂੰ ਤੂੰ ਹੀ ਨਜਿੱਠਣਾ, ਉਹਦੀ ਦਾਦੀ ਨੇ ਸਮਝਾਉਂਦਿਆਂ ਕਿਹਾ ਸੀ। ਉਹਦੀ ਦਾਦੀ ਨੂੰ ਡਰ ਸੀ ਮਤੇ ਵਿਆਹ ਪਿੱਛੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਜਾਏ। ਬੋਲਿਆ ਨਹੀਂ ਸੀ, ਕੇਵਲ ਮੁਸਕਰਾਇਆ ਸੀ। ਫਿਰ ਇਸ ਪਿੱਛੋਂ ਦੀ ਭੈਣ ਦਾ ਵਿਆਹ ਹੋਇਆ। ਉਹ ਜੋ ਸਹੁਰਿਆਂ ਤੋਂ ਲਿਆ ਸੀ ਥੋੜ੍ਹੀ ਬਹੁਤ ਅਦਲਾ ਬਦਲੀ ਨਾਲ ਅੱਗੇ ਤੋਰ ਦਿੱਤਾ। ਇਹ ਤੋਂ 6 ਮਹੀਨਿਆਂ ਪਿੱਛੋਂ ਉਸ ਤੋਂ ਛੋਟੇ ਦਾ ਵਿਆਹ ਰੱਖਿਆ ਗਿਆ। ਉਸ ਆਪਣੀ ਪੂਰੀ ਵਾਹ ਲਾਈ ਸੀ, ਪਰ ਤਾਂ ਵੀ ਉਹਦੇ ਪਿਓ ਦੇ ਸਿਰ ਕਰਜ਼ਾ ਚੜ੍ਹ ਗਿਆ, ਜਿਹਦੀ ਉਹਨੂੰ ਬੇਹੱਦ ਚਿੰਤਾ ਸੀ। ਬੇਬੇ, ਸਾਡੇ ਨਾਲ ਕਿਉਂ ਨਹੀਂ ਚੱਲਦੀ ਤੂੰ? ਇੱਕ ਵਾਰ ਉਹ ਆਪਣੀ ਦਾਦੀ ਨੂੰ ਕਿਹਾ ਸੀ। ਇਸ ਨਾਲ ਜਿੱਥੇ ਦਾਦੀ ਦੀ ਜ਼ਿੰਮੇਵਾਰੀ ਨਿਰੋਲ ਉਹਦੀ ਹੋ ਜਾਂਦੀ, ਉੱਥੇ ਉਹਦੇ ਘਰ ਹੋਣ ਵਾਲੇ ਪਹਿਲੇ ਬੱਚੇ ਦੀ ਸੰਭਾਲ ਵਿੱਚ ਵੀ ਚੌਖੀ ਸਹਾਇਤਾ ਮਿਲ ਜਾਣੀ ਸੀ। ਜੇ ਹਾਲ ਤੀਕ ਉਹਨੇ ਆਪਣੀ ਦਾਦੀ ਨੂੰ ਨਾਲ ਲਿਜਾਣ ਲਈ ਨਹੀਂ ਸੋਚਿਆ ਸੀ ਤਾਂ ਇਹਦਾ ਕਾਰਨ ਉਹਦਾ ਛੜਾ ਛੜਾਂਗ ਹੋਣਾ ਸੀ। ਉਹਦਾ ਕੀ ਸੀ? ਜਿੱਥੇ ਮੌਕਾ ਲੱਗਿਆ ਖਾ ਲਿਆ, ਜਿੱਥੇ ਜੀ ਕੀਤਾ ਰਹਿ ਲਿਆ। ਭਾਈ, ਮੈਂ ਤਾਂ 2 ਮੰਨੀਆਂ ਹੀ ਛਕਣੀਆਂ, ਇੱਥੇ ਨਾ ਹੋਈਆਂ ਉੱਥੇ ਸੀ, ਉਹਦਾ ਉੱਤਰ ਸੀ। ਤੇ ਜਦੋਂ ਆਪਣੀ ਦਾਦੀ ਨੂੰ ਘਰ ਲੈ ਕੇ ਆਇਆ ਤਾਂ ਘਰ ਪਹਿਲਾਂ ਨਾਲੋਂ ਵਧੇਰੇ ਭਰਿਆ ਭਰਿਆ ਲੱਗਦਾ ਸੀ। ਦੇਖ ਪੁੱਤ, ਤੇਰਾ ਪਿਓ ਗੋਡੇ ਗੋਡੇ ਕਬੀਲਦਾਰੀ 'ਚ ਡੁੱਬਿਆ ਹੋਇਆ। ਉਤੋਂ 3 ਕੁੜੀਆਂ ਹੋਰ ਪਈਆਂ ਵਿਆਹੁਣ ਵਾਲੀਆਂ, ਤੇ ਤੂੰ ਸਭ ਤੋਂ ਵੱਡਾ ਹੈ। ਉਹਦੀ ਦਾਦੀ ਹਰ ਦੂਜੇ ਚੌਥੇ ਆਖ ਛੱਡਦੀ। ਉਤੋਂ ਤੀਜੇ ਨੰਬਰ ਵਾਲਾ ਉਹਦਾ ਭਰਾ 10ਵੀਂ ਕਰਕੇ ਕਲਰਕ ਲੱਗ ਗਿਆ ਸੀ, ਤੇ ਜਿਸ ਨਾਲ ਘਰ 'ਚ ਹੋਰ ਸਹਾਇਤਾ ਆਉਣ ਲੱਗ ਪਈ ਸੀ। ਪਰ ਇੰਨੇ ਨਾਲ ਪਿਓ ਦੇ ਸਿਰ ਚੜ੍ਹਿਆ ਕਰਜ਼ਾ ਕਿਵੇਂ ਉਤਰਦਾ? ਉਹਦੇ ਪਿਤਾ ਜੀ ਹੁਣ ਕਾਫੀ ਬਿਮਾਰ ਰਹਿਣ ਲੱਗ ਪਏ ਸਨ ਤੇ ਉਹਨਾਂ ਦੀ ਬਿਮਾਰੀ ਦਾ ਖਰਚਾ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਉਧਰ ਪਿੰਡ 'ਚ ਦੇਖਾ ਦੇਖੀ 2 ਹੋਰ ਚੱਕੀਆਂ ਲੱਗ ਗਈਆਂ, ਜਿਸ ਨਾਲ ਕੰਮ ਪਹਿਲਾਂ ਜਿੰਨਾ ਨਹੀਂ ਸੀ ਰਿਹਾ। ਪੁੱਤ, ਮੈਨੂੰ ਤਾਂ ਪਿੰਡ ਛੱਡ ਆ, ਮੈਂ ਤਾਂ ਆਪਣੇ ਪੁੱਤ ਕੋਲ ਰਹੂੰ। ਪਤਾ ਨਹੀਂ ਚੰਦਰੇ ਦਾ ਕੀ ਹਾਲ ਹੋਊ ਬਿਮਾਰੀ ਠਮਾਰੀ ਨਾਲ। ਤੇ ਇੱਕ ਦਿਨ ਉੱਠਦੇ ਹੀ ਉਹਦੀ ਦਾਦੀ ਨੇ ਕਿਹਾ ਸੀ ਤੇ ਫਿਰ ਉਹ ਹਰ ਰੋਜ਼ ਹੀ ਇਸ ਗੱਲ ਨੂੰ ਦੁਹਰਾਉਣ ਲੱਗ ਪਈ। ਕੁਝ ਉਹਦਾ ਦਿਲ ਨਹੀਂ ਸੀ ਲੱਗਿਆ ਜਾਪਿਆ, ਕੁਝ ਉਹਨੂੰ ਪਾਣੀ ਰਾਸ ਨਹੀਂ ਸੀ ਆਇਆ। ਤੇ ਜਦੋਂ ਆਪਣੀ ਦਾਦੀ ਨੂੰ ਪਿੰਡ ਛੱਡਣ ਗਿਆ ਤਾਂ ਉਹ ਆਪਣੇ ਪਿਤਾ ਜੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ। ਬਿਮਾਰੀ ਨੇ ਉਹਨਾਂ ਨੂੰ ਅੱਧਾ ਕਰ ਛੱਡਿਆ ਸੀ। ਮੇਰਾ ਪੁੱਤ ਗੋਡੇ ਗੋਡੇ ਖੁੱਭਿਆ ਪਿਆ। ਚੰਦਰੇ ਨੂੰ ਚਿੰਤਾ ਅੰਦਰੋਂ ਵੱਡ ਵੱਡ ਖਾਈ ਜਾਂਦੀ ਹੈ। ਅੱਛਾ ਵਾਹਿਗੁਰੂ, ਤੂੰ ਸਭ ਦੇ ਪਰਦੇ ਢੱਕਣ ਵਾਲਾ, ਉਹਦੀ ਦਾਦੀ ਨੇ ਉਹਨੂੰ ਵਿਦਾ ਦਿੰਦਿਆਂ ਫੇਰ ਕਿਹਾ ਸੀ। ਤੇ ਫਿਰ ਜਦੋਂ ਵਾਪਸ ਮੁੜਿਆ ਤਾਂ ਉਹਨੂੰ ਖੁਸ਼ਖਬਰੀ ਮਿਲੀ ਸੀ। ਉਹ ਹੁਣ ਹਾਈ ਸਕੂਲ ਦਾ ਹੈਡਮਾਸਟਰ ਬਣ ਗਿਆ ਸੀ ਤੇ ਅਫਵਾਹ ਵੀ ਜ਼ੋਰਾਂ 'ਤੇ ਸੀ ਕਿ ਜ਼ਿਲ੍ਹਾ ਬੋਰਡ ਦੇ ਸਾਰੇ ਸਕੂਲ ਸਰਕਾਰੀ ਹੋ ਜਾਣੇ ਆ। ਇਸ ਤਰ੍ਹਾਂ ਉਹ ਸਰਕਾਰੀ ਹਾਈ ਸਕੂਲ ਦਾ ਹੈਡਮਾਸਟਰ ਬਣ ਜਾਏਗਾ। ਇਹ ਨਹੀਂ ਕਿ ਉਹਨੂੰ ਆਪਣੇ ਘਰ ਪੁੱਤਰ ਜੰਮਣ ਦੀ ਖੁਸ਼ੀ ਨਹੀਂ ਸੀ, ਪਰ ਤਾਂ ਵੀ ਉਹ ਮਹਿਸੂਸ ਕਰਦਾ ਸੀ ਕਿ ਹੁਣ ਖਰਚਾ ਵਧੇਗਾ ਹੀ ਵਧੇਗਾ। ਜਦੋਂ ਹੀ ਉਹ ਅਜਿਹੀ ਗੱਲ ਆਪਣੀ ਬੀਵੀ ਨਾਲ ਕਰਦਾ ਤਾਂ ਉਹਦਾ ਵਿਚਕਾਰ ਹਮੇਸ਼ਾ ਤੂੰ ਮੈਂ ਹੋਣ ਲੱਗ ਪੈਂਦੀ। ਤਾਂ ਵੀ ਉਹਦੀ ਬੀਵੀ ਨੇ ਉਹਦੇ ਕਿਸੇ ਕੰਮ 'ਚ ਦਖਲ ਨਹੀਂ ਸੀ ਦਿੱਤਾ। ਸਾਰੀ ਤਨਖਾਹ ਉਹਨੂੰ ਲਿਆ ਦਿੰਦੀ ਸੀ, ਕਦੇ ਇਸ ਬਾਰੇ ਪੁੱਛਿਆ ਵੀ ਨਹੀਂ ਸੀ। ਪਰ ਨਵੇਂ ਆਏ ਸਾਹਿਬਜ਼ਾਦੇ ਦੀ ਨਿੱਤ ਕੋਈ ਨਾ ਕੋਈ ਚੂਲ ਵਿੰਗੀ ਰਹਿੰਦੀ ਤੇ ਵਿੱਚੋਂ ਹੀ ਉਹ ਜ਼ਿਆਦਾ ਢਿੱਲਾ ਹੋ ਗਿਆ ਸੀ। ਉਹਨਾਂ ਨੂੰ ਨਾਲ ਦੇ ਸ਼ਹਿਰ ਲਿਜਾਣਾ ਪਿਆ ਸੀ। ਜਦੋਂ 10-15 ਦਿਨਾਂ ਪਿੱਛੋਂ ਠੀਕ ਹੋਇਆ ਤਾਂ ਉਹਦੀ ਬੀਵੀ ਮੰਜੇ 'ਤੇ ਪੈ ਗਈ। ਉਹਦੀ ਸੱਸ ਇਸ ਸਮੇਂ ਦੇਖਭਾਲ ਲਈ ਨਾ ਪਹੁੰਚਦੀ ਤਾਂ ਜ਼ਰੂਰ ਉਹਨੂੰ ਬੇਹੱਦ ਕਠਿਨਾਈ ਹੋਣੀ ਸੀ। ਪਿੰਡੋਂ ਕਿਸੇ ਕੁੜੀ ਨੂੰ ਭੇਜਣ ਲਈ ਉਹ ਕਈ ਵਾਰ ਲਿਖ ਚੁੱਕਾ ਸੀ, ਪਰ ਉਹਨਾਂ ਦਾ ਇੱਕੋ ਉੱਤਰ ਆਉਂਦਾ, ਵੱਡੀ ਬੇਬੇ ਨੂੰ ਕਿਉਂ ਨਹੀਂ ਲੈ ਜਾਂਦਾ ਆਪਣੇ ਕੋਲ? ਕੁੜੀਆਂ ਦੀ ਪੜ੍ਹਾਈ ਕਿਵੇਂ ਛਡਾਈ ਜਾ ਸਕਦੀ ਹੈ? ਪਿਤਾ ਜੀ ਬਿਮਾਰ ਰਹਿੰਦੇ, ਉਹਨਾਂ ਦੀ ਦੇਖਭਾਲ ਲਈ ਕੋਈ ਚਾਹੀਦਾ ਹੈ। ਉਹਨੂੰ ਸੱਚਮੁੱਚ ਪਿੰਡ ਵਾਲਿਆਂ ਦਾ ਇਹ ਉੱਤਰ ਚੰਗਾ ਨਹੀਂ ਸੀ ਲੱਗਦਾ, ਪਰ ਕੀ ਕਰ ਸਕਦਾ ਸੀ? ਦਾਦੀ ਨੂੰ ਉੱਚਾ ਸੁਣਨ ਲੱਗ ਪਿਆ ਸੀ, ਨਾਲੇ ਉਹਨਾਂ ਕੋਲ ਆ ਕੇ ਹੁਣ ਰਾਜੀ ਨਹੀਂ ਸੀ। ਖਿੱਚ ਤੂੰ ਕਰਨਾ ਉਹਨੂੰ ਚੰਗਾ ਨਹੀਂ ਸੀ ਲੱਗਦਾ। ਉਹਦੀ ਇੱਛਾ ਦੇ ਯਤਨਾਂ ਦੇ ਬਾਵਜੂਦ ਉਹ ਕਈ ਮਹੀਨੇ ਪਿੰਡ ਨਹੀਂ ਸੀ ਜਾ ਸਕਿਆ। ਪਿੰਡੋਂ ਗੁੱਸੈਲੇ ਤੇ ਰੋਹ ਭਰੇ ਖੱਤ ਆਉਂਦੇ ਰਹੇ। ਉਹਨਾਂ 'ਚ ਕੁਝ ਦਾ ਖਿਆਲ ਸੀ ਕਿ ਵਿਆਹ ਕਰਾਉਣ ਪਿੱਛੋਂ ਪਹਿਲਾਂ ਵਰਗਾ ਨਹੀਂ ਸੀ ਰਿਹਾ। ਉਧਰ ਉਹਨੂੰ ਤੇ ਉਹਦੀ ਬੀਵੀ ਨੂੰ ਗਿਲਾ ਸੀ ਕਿ ਪਿੰਡੋਂ ਕੋਈ ਵੀ ਉਹਨਾਂ ਦੀ ਪੁੱਛ ਪੜਤਾਲ ਨਹੀਂ ਸੀ ਆਇਆ। ਗਲਤਫਹਿਮੀ ਦੀ ਦੀਵਾਰ ਨੇ ਇੱਕ ਅਜੀਬ ਤਰ੍ਹਾਂ ਦੀ ਚੁੱਪ ਤੇ ਅਸ਼ਾਂਤੀ ਪੈਦਾ ਕਰਤੀ ਸੀ। ਤਾਂ ਵੀ ਉਹਦੇ ਦਿਲ ਦਿਮਾਗ 'ਚ ਹਮੇਸ਼ਾ ਇੱਕੋ ਗੱਲ ਘੁੰਮਦੀ ਰਹਿੰਦੀ, ਪਿਤਾ ਜੀ ਨੂੰ ਵੱਧ ਤੋਂ ਵੱਧ ਸਹਾਇਤਾ ਕਿਵੇਂ ਦਿੱਤੀ ਜਾਏ। ਪਰ ਘਰ ਦੇ ਹਾਲਾਤ
ਹਾਲਤ ਕਿਵੇਂ ਵੀ ਕਾਬੂ 'ਚ ਨਹੀਂ ਸੀ ਆ ਰਹੇ। ਨੰਬਰ 4 ਭਰਾ ਨੂੰ ਪੜ੍ਹਨੋਂ ਉਠਾਉਣਾ ਪਿਆ। ਇਸ ਤਰ੍ਹਾਂ ਨੰਬਰ 2 ਕੁੜੀ ਨੂੰ ਵੀ 8ਵੀਂ ਪਾਸ ਕਰਨ ਪਿੱਛੋਂ ਘਰ ਬਿਠਾ ਲਿਆ ਸੀ। ਸੱਚੀ ਗੱਲ ਤਾਂ ਇਹ ਸੀ ਕਿ ਪਰਿਵਾਰ ਹੋਰ ਫੈਲਦਾ ਜਾ ਰਿਹਾ ਸੀ, ਆਮਦਨੀ ਹੋਰ ਸੁੰਗੜਦੀ ਜਾ ਰਹੀ ਸੀ। ਤੇ ਜਦੋਂ ਹੀ ਉਹਦੀ ਬੀਵੀ ਕੁਝ ਠੀਕ ਹੋਈ, ਉਸ ਪਿੰਡ ਜਾਣ ਲਈ ਪ੍ਰੋਗਰਾਮ ਬਣਾ ਲਿਆ। ਉਂਝ ਵੀ ਹਾਲੇ ਉਹਦੀ ਸੱਸ ਉਹਨਾਂ ਕੋਲ ਸੀ, ਜਿਹੜੀ ਉਹਦੀ ਗੈਰ ਹਾਜ਼ਰੀ 'ਚ ਦੇਖਭਾਲ ਕਰ ਸਕਦੀ ਸੀ। ਜਦੋਂ ਪਿੰਡ ਪਹੁੰਚਿਆ, ਕਾਫੀ ਹਨੇਰਾ ਹੋ ਚੁੱਕਿਆ ਸੀ। ਵੱਡੀ ਬੇਬੇ ਕਿੱਥੇ ਆ? ਸਭ ਨੂੰ ਮਿਲਾਉਣ ਪਿੱਛੋਂ ਉਸ ਆਪਣੇ ਛੋਟੇ ਭਰਾ ਨੂੰ ਪੁੱਛਿਆ। ਬੈਠਕ 'ਚ ਪਈ ਹੈ। ਅੱਜ ਉਹਦਾ ਚਿੱਤ ਨਹੀਂ ਸੀ ਠੀਕ, ਨਾਲੇ ਉਹਨੂੰ ਸੁਣਦਾ ਹੁਣ ਉੱਚਾ ਹੈ। ਸਵੇਰੇ ਮਿਲਣੀ, ਉਹਦੀ ਮਾਂ ਨੇ ਕਿਹਾ। ਉਸ ਰੋਟੀ ਖਾਧੀ, ਦੋਸਤਾਂ ਮਿੱਤਰਾਂ ਨੂੰ ਮਿਲਣ ਚਲਾ ਗਿਆ। ਆਖਰ 2 ਦਿਨਾਂ ਲਈ ਤਾਂ ਉਹ ਆਇਆ ਸੀ। ਸਬੱਬ ਨਾਲ ਜਸਮੇਰ ਵਾਂਢੇ ਗਿਆ ਹੋਇਆ ਸੀ। ਚਰਨ ਹੁਣ ਹਰ ਐਤਵਾਰ ਪਿੰਡ ਨਹੀਂ ਸੀ ਆਉਂਦਾ। ਜਦੋਂ ਮੀਤੇ ਦੇ ਘਰ ਗਿਆ ਤਾਂ ਪਤਾ ਲੱਗਿਆ ਉਹਨੂੰ ਤਾਂ ਪੁਲਿਸ ਨੇ ਫੜਿਆ ਹੋਇਆ। ਕਾਫੀ ਰਾਤ ਗਈ ਤੱਕ ਉਹ ਮੀਤੇ ਦੇ ਬਾਪੂ ਨਾਲ ਗੱਲਾਂ ਕਰਦਾ ਰਿਹਾ। ਤੇ ਜਦੋਂ ਘਰ ਪਹੁੰਚਿਆ ਤਾਂ ਸਭ ਸੁੱਤੇ ਪਏ ਸੀ। ਉਹਨੇ ਮਲਕੜੇ ਜਿਹੇ ਹੱਥ ਪਾ ਕੇ ਅੰਦਰਲਾ ਕੁੰਡਾ ਖੋਲ੍ਹਿਆ ਤੇ ਚੁਬਾਰੇ ਜਾ ਚੜਿਆ। ਇਹ ਸਹੁਰੇ ਮੀਤੇ ਨੇ ਕੀ ਕਿਹਾ? ਉਹ ਸੋਚਦਾ ਸੋਚਦਾ ਸੌਂ ਗਿਆ। ਮੇਰਾ ਪੁੱਤ ਆਇਆ ਹੈ, ਜਿਉਂਦਾ ਰਹਿ। ਬਹੂ ਦਾ ਕੀ ਹਾਲ ਹੈ? ਨਿੱਕੂ ਕਿਹੋ ਜਿਹਾ ਹੈ? ਜਦੋਂ ਉਹਨੇ ਸਵੇਰੇ ਆਪਣੀ ਦਾਦੀ ਨੂੰ ਮੱਥਾ ਟੇਕਿਆ ਤਾਂ ਉਸ ਕਈ ਸਵਾਲ ਪੁੱਛ ਮਾਰੇ। ਸੁਣਿਆ ਹੁਣ ਤੂੰ ਹੋਰ ਵੀ ਵੱਡਾ ਮਾਸਟਰ ਬਣ ਗਿਆ, ਹੁਣ ਚੌਥੀ ਨੂੰ ਪੜ੍ਹਾਉਣਾ, ਹੁਣ 10ਵੀਂ ਨੂੰ ਪੜ੍ਹਾਇਆ ਕਰੂੰਗਾ। ਭਲਾ ਚੰਗਾ ਚੰਗਾ ਪੁੱਤ, ਜਿਉਂਦੇ ਰਹੋ, ਜਵਾਨੀਆਂ ਮਾਣੋ। ਦੇਖ ਪੁੱਤ, ਤੇਰਾ ਪਿਓ ਰਹਿੰਦਾ ਬਿਮਾਰ, ਉੱਤੋਂ ਕੁੜੀਆਂ ਦੀ ਚਿੰਤਾ ਵੱਡ ਵੱਡ ਖਾਈ ਜਾਂਦੀ ਹੈ, ਪੂਰਾ ਫਟਦਾ ਨਹੀਂ। ਤੂੰ ਕੋਈ ਚੱਜ ਦਾ ਕੰਮ ਕਿਉਂ ਨਹੀਂ ਕਰ ਲੈਂਦਾ? ਸਾਰੀ ਉਮਰ ਨਿਆਣਿਆਂ ਦੀਆਂ ਨਲੀਆਂ ਪੂੰਝਣ ਦਾ ਕੀ ਹੈ? ਉਹਦੀ ਦਾਦੀ ਨੇ ਉਹਨੂੰ ਆਪਣੇ ਮੰਜੇ ਤੇ ਬਿਠਾਉਂਦੀਆਂ ਕਿਹਾ। ਚੱਜ ਦਾ ਕੰਮ ਕਿਹੜਾ ਬੇਬੇ? ਆਹ ਬਾਬੇ ਕਾ ਮੀਤਾ ਨਾ, ਜਿਹੜਾ ਤੇਰੇ ਨਾਲ ਪੜ੍ਹਦਾ ਹੁੰਦਾ ਸੀ, ਦੇਖ ਲੈ ਭਾਈ, ਇਹਨੇ ਘਰ 'ਚ ਲਹਿਰ ਬਹਿਰ ਲਾਈ ਹੋਈ ਹੈ। ਪਿਓ ਉਹਦੇ ਨੇ ਨਾਲ ਤਾਂ ਪਹਿਲੀ ਲੈ ਲਈ, ਨਾਲੇ ਘਰ ਤੇ ਚੁਬਾਰਾ ਪਾ ਲਿਆ। ਪੱਕਾ ਸਭ ਮੌਜਾਂ ਕਰਦੇ ਆ ਸੁੱਖ ਨਾਲ। ਤੈਨੂੰ ਹੋ ਗਏ ਸਾਲਾਂ ਦੇ ਸਾਲ ਜੁੜਿਆ, ਡੱਕਾ ਨਹੀਂ। ਪਰ ਬੇਬੇ, ਹੁਣ ਤਾਂ ਪੁਲਿਸ ਨੇ ਫੜਿਆ ਹੋਇਆ। ਪਤਾ ਲੱਗਿਆ ਕਿ ਡੋਡਿਆਂ ਦਾ ਟਰੱਕ ਲਈ ਆਉਂਦਾ ਸੀ, ਪੁਲਿਸ ਨੇ ਛਾਪਾ ਮਾਰ ਲਿਆ। ਹੁਣ ਪਤਾ ਲੱਗੂ ਉਹਨਾਂ ਨੂੰ ਚੱਜ ਦੇ ਕੰਮ ਦਾ। ਉਹਨੇ ਆਪਣੀ ਦਾਦੀ ਨੂੰ ਗੱਲ ਸਪਸ਼ਟ ਕਰਦਿਆਂ ਉੱਚੀ ਆਵਾਜ਼ 'ਚ ਕਿਹਾ। ਚੱਲ ਜੀ, 2-4 ਸਾਲ ਅੰਦਰ ਕੱਟ ਆਊ ਤਾਂ ਕੀ ਫਾਹਾ ਆਉਣ ਲੱਗਾ। ਟੱਬਰ ਤਾਂ ਸੌਖਾ ਕਰਤਾ ਨਾ ਕੇਰਾਂ। ਤੁਹਾਡਾ ਤਾਂ ਭਾਈ ਦੋਹਾਂ ਜੀਆਂ ਦਾ ਨਹੀਂ ਸਰਦਾ, ਦੂਜੇ ਨੂੰ ਕੀ ਦੇਉਂਗੇ? ਉੱਤੋਂ ਮੇਰਾ ਪੁੱਤ ਭਾਰ ਹੇਠਾਂ ਦਿਨੋਂ ਦਿਨ ਨਿੱਘਰਦਾ ਜਾਂਦਾ। ਇਹ ਕਹਿ ਮੇਰੀ ਦਾਦੀ ਰੋਣ ਲੱਗ ਪਈ ਸੀ। ਉਹ ਚੁੱਪ ਰਿਹਾ। ਉਹ ਚੁੱਪ ਦਾ ਚੁੱਪ ਰਿਹਾ, ਗੁੰਮਸੁੰਮ। ਉਹਨੂੰ ਜਿਵੇਂ ਪਹਾੜ ਦੀ ਟੀਸੀ ਤੋਂ ਕਿਸੇ ਨੇ ਥੱਲੇ ਧੱਕਾ ਦੇ ਦਿੱਤਾ ਸੀ ਤੇ ਉਹਦਾ ਅੰਦਰ ਬਾਹਰ ਸਭ ਚਕਨਾਚੂਰ ਹੋ ਗਿਆ। ਉਹ ਬੋਲਦਾ ਤਾਂ ਕੀ ਬੋਲਦਾ।